ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਆਪਣੇ ਸਮੇਂ ਮੁਤਾਬਕ ਅਸੀਂ ਪਹੁੰਚ ਜਾਈਦਾ ਜੀ ਰੋਜ਼, ਕਿਉਂਕਿ ਇਹੀ ਇੱਕ ਪ੍ਰੋਗਰਾਮ ਹੈ ਜਿਹੜਾ ਕਿ ਤੁਸੀਂ 7 ਦਿਨ ਦੇਖਦੇ ਹੋ ਆਪਣੇ ਸਮੇਂ ਤੇ ਇਸ ਪ੍ਰੋਗਰਾਮ ਦੇ ਵਿੱਚ ਰੋਜ਼ਮਰਾ ਦੀਆਂ ਜਿਹੜੀਆਂ ਵੀ ਖਬਰਾਂ ਹੁੰਦੀਆਂ ਨੇ ਉਹਨਾਂ ਦੇ ਉੱਪਰ ਗੱਲਬਾਤ ਹੁੰਦੀ ਹੈ। ਫਿਰ ਉਹਨਾਂ ਦੇ ਕਈ ਤਰ੍ਹਾਂ ਦੇ ਪੱਖ ਹੁੰਦੇ ਨੇ, ਅਸੀਂ ਆਪ ਜੀ ਦੀ ਕਚਹਿਰੀ 'ਚ ਰੱਖ ਦਈਦੇ ਆ। ਤੁਸੀਂ ਵੀ ਆਪਣੀ ਫੀਡਬੈਕ ਭੇਜਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਅੱਜ ਵੀ ਗੱਲਾਂ ਬਾਤਾਂ ਕਰਾਂਗੇ ਨਾਲ ਆਪਣੇ ਪਰਮਵੀਰ ਬਾਠੂਰੀ। ਹੋਰ ਬਾਠ ਸਾਹਿਬ ਕੀ ਹਾਲ? ਚੜ੍ਹਦੀ ਕਲਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਸਿਹਤਾਂ ਕਿੱਦਾਂ? ਸਿਹਤਾਂ ਬਹੁਤ ਬੁਲੰਦ ਆ ਜੀ। ਕਿ ਬੁਲਾਉਂਦੇ ਐਤਕੀ ਕੋਈ ਵੱਖਰੀ ਦਵਾਈ ਖਾ ਲਈ ਜਿਹੜੀ ਬੁਲਾਉਂਦੇ? ਨਹੀਂ, ਵੱਖਰੀ ਦਵਾਈ ਨਹੀਂ ਖਾ ਲਈ ਮਹਾਰਾਜ, ਠੀਕ ਹੈ। ਸਾਰੀ ਦੁਨੀਆ ਸੁੱਖ ਵਸਦੀ ਆ, ਵਧੀਆ ਬੁਲੰਦ। ਹੋਰ ਕੀ ਚਾਹੀਦਾ ਹੁਣ? ਸਾਨੂੰ ਆਮ ਲੋਕਾਂ ਨੂੰ ਇਹ ਹੁੰਦਾ ਕਿ ਜੇ ਸਾਲੇ ਦੁਆਲੇ ਵਾਲੇ ਆਂਢੀ ਗੁਆਂਢੀ ਠੀਕ ਆ, ਸਾਰੇ ਕੁਸ਼ਲ ਮੰਗਲ ਤਾਂ ਵਧੀਆ, ਤੁਹਾਨੂੰ ਹੁੰਦਾ ਕਿ 4 ਪੈਸੇ ਆ ਗਏ ਤੁਹਾਡੀਆਂ ਤਾਂ ਬੁਲੰਦ ਹੁੰਦੀਆਂ। ਹੁਣ ਤੁਹਾਨੂੰ ਸਾਡੇ ਕੋਲ ਦਿਖਾਉਣ ਨੂੰ ਤਾਂ ਕੁਝ ਵੀ ਨਹੀਂ। ਜੇ ਗੁਆਂਢੀਆਂ ਦੀ ਰੋਟੀ ਪੱਕੀ ਇੱਧਰ ਉੱਧਰ ਸਾਰੇ ਵਧੀਆ, ਨਿਆਣੇ ਨਿੱਕੇ ਖੇਡਦੇ ਆ ਤਾਂ ਬੁਲੰਦ ਨੇ। ਤੁਹਾਡੇ ਹਿਸਾਬ ਨਾਲ ਜੇ 4 ਟਰਾਲੀਆਂ ਰੇਤਾਂ ਦੀਆਂ ਉੱਧਰ ਨਿਕਲੀਆਂ ਤੁਹਾਡੀਆਂ ਤਾਂ ਬੁਲੰਦ ਨੇ। ਤੁਸੀਂ ਤਾਂ ਰੇਤਾ ਦਿਖਾ ਦਿਓਗੇ, ਅਸੀਂ ਕੀ ਦਿਖਾਈਏ ਮਹਾਰਾਜ? ਲੈ ਦੱਸ। ਵੇਖੋ ਮੈਂ ਤਾਂ ਪਹਿਲਾਂ ਹੀ ਕਹਿ ਹਟਿਆ ਵੀ ਮੈਂ ਸੰਨਿਆਸ ਲੈ ਚੁੱਕਾ। ਲੀਡਰਾਂ ਨਾਲ ਆਪਣੀ ਕੋਈ ਗੱਲਬਾਤ ਕੰਮ ਤਾਂ ਨਹੀਂ ਛੱਡਿਆ। ਨਹੀਂ, ਲੀਡਰਾਂ ਨਾਲ ਕੋਈ ਲੈਣਾ ਦੇਣਾ। ਵੇਖੋ ਸਾਫ ਸੁਥਰੇ ਅਕਸ ਦੀ ਗੱਲ ਹੁੰਦੀ। ਦੇਸ਼ ਆਜ਼ਾਦ ਹੋਇਆ WhatsApp 75 ਵਰ੍ਹੇ ਹੋ ਗਏ ਆ, 76ਵਾਂ ਆਜ਼ਾਦੀ ਦਿਹਾੜਾ ਲੰਘ ਕੇ ਗਿਆ। ਤੇ ਦੇਖੋ ਇੰਨੇ ਸਾਲਾਂ ਦੇ ਵਿੱਚ, ਪੌਣੀ ਸਦੀ ਦੇ ਵਿੱਚ ਤੇ ਮੁਲਕ ਨੂੰ ਤਰੱਕੀ ਕਰਨੀ ਚਾਹੀਦੀ ਸੀ। ਸੋ ਮੈਨੂੰ ਲੱਗਿਆ ਵੀ ਜਿੰਨੀ ਕੁ ਕਰ ਲਈਏ, ਉਹ ਜਿਹੜੀ ਥੋੜ੍ਹੀ ਬਹੁਤ ਰਹਿ ਗਈ ਉਹ ਹੁਣ ਕਰਾਉਣੀ। ਨਹੀਂ, ਆਮ ਤੌਰ 'ਤੇ ਨਾ ਜੇ ਤੁਸੀਂ ਛੱਡ ਕੇ ਵੀ ਭੱਜੇ ਹੁਣ ਤਾਂ ਤੁਹਾਡੀ ਪਾਰਟੀ ਵਾਲਿਆਂ ਨੇ ਕਹਿ ਦਿਆ ਕਰਨਾ ਸਾਰੇ ਅਧਿਕਾਰ ਗੁਰਪ੍ਰੀਤ ਸਿੰਘ ਸੰਧਾਲੀਆ ਨੂੰ ਦਿੱਤੇ। ਲੈ ਦੱਸ। ਨਹੀਂ, ਆਮ ਹੀ ਹੁੰਦਾ। ਨਹੀਂ ਉਹ ਠੀਕ ਹੈ ਗੱਲ, ਉਹ ਤੇ ਉਹਨਾਂ ਦਾ ਪਿਆਰ ਆ, ਕੀ ਕਰ ਸਕਦੇ ਹੁਣ। ਬੀਬੀ ਸੋਨੀਆ ਗਾਂਧੀ ਹੋਰੀ ਬਹੁਤ ਢਿੱਲੇ ਮੱਠੇ ਰਹੇ, ਜਾਣੀ ਹੁਣ ਬਹੁਤੇ ਸਰਗਰਮ ਨਹੀਂ ਰਹਿੰਦੇ, ਪਰ ਆਖਰੀ ਤਾਕਤ ਉਹਨਾਂ ਦੇ ਕੋਲ ਹੀ ਆ। ਕੈਪਟਨ ਸਾਹਿਬ ਨੇ ਕਈ ਵਾਰੀ ਕਿਹਾ ਸੀ ਕਿ ਹੁਣ ਆਖਰੀ ਇਲੈਕਸ਼ਨ ਹੈ ਜੀ। ਫਿਰ ਉਹ ਕਹਿੰਦੇ ਜੀ ਸਮੱਸਿਆਵਾਂ ਜੇ ਹੱਲ ਨਹੀਂ ਹੋਈਆਂ, ਇਸ ਕਰਕੇ ਮੈਂ ਦੁਬਾਰਾ ਆਉਣਾ। ਵੱਡੇ ਬਾਦਲ ਸਾਹਿਬ ਨੇ ਵੀ ਇੱਕ ਦੋ ਵਾਰੀ ਕਿਹਾ ਸੀ ਕਿ ਹੁਣ ਆਖਰੀ ਚੋਣ ਹੈ, ਉਹ ਵੀ ਦੁਬਾਰਾ ਲੜ ਲੈਂਦੇ ਇਲੈਕਸ਼ਨ। ਲਾਲੂ ਪ੍ਰਸਾਦ ਯਾਦਵ 1-2 ਕੇਸਾਂ ਦੇ ਵਿੱਚ ਸਜ਼ਾ ਹੋਈ ਆ ਤੇ ਜੇਲ੍ਹ ਦੇ ਵਿੱਚ ਹੁੰਦੇ ਆ, ਤੇ ਜਦੋਂ ਵੀ ਇਲੈਕਸ਼ਨ ਹੁੰਦੀ ਹੋਵੇ ਵਿਧਾਨ ਸਭਾ ਚੋਣਾਂ ਦੀ ਸੂਚੀ ਬਣਾਉਣੀ ਹੈ ਉਮੀਦਵਾਰਾਂ ਦੀ, ਉਹ ਮੁੰਡੇ ਜੇਲ੍ਹ 'ਚ ਜਾ ਕੇ ਉਹਨਾਂ ਸਲਾਹ ਕਰਕੇ ਆਉਂਦੇ ਸੀ। ਤੇ ਐਤਕੀ ਵੀ ਜਦੋਂ ਹੁਣ ਤੇਜਸਵੀ ਯਾਦਵ ਉਪ ਮੁੱਖ ਮੰਤਰੀ ਬਣਿਆ, ਕਹਿੰਦਾ ਜੀ ਲਾਲੂ ਪ੍ਰਸਾਦ ਯਾਦਵ ਦਿੱਲੀ 'ਚ ਸੀ, ਸਿਹਤ ਥੋੜ੍ਹੀ ਜਿਹੀ ਖਰਾਬ ਸੀ, ਹੌਸਪੀਟਲ ਦੇ ਵਿੱਚ ਬੈਠ ਕੇ ਹਦਾਇਤਾਂ ਦਿੰਦੇ ਰਹੇ। ਓਮ ਪ੍ਰਕਾਸ਼ ਚਟਾਲਾ ਹੋਰਾਂ ਨੂੰ JBT ਅਧਿਆਪਕ ਭਰਤੀ ਘੁਟਾਲੇ 'ਚ ਮੈਂ ਉਦਾਹਰਨਾਂ ਦੇ ਰਿਹਾ, ਜਿਹਦੇ ਨਾਲ ਮੈਂ ਪੱਕਾ ਕਰ ਰਿਹਾ ਕਿ ਨਹੀਂ ਜਾਣਾ ਬੰਦੇ ਨੇ ਕਿਤੇ। ਅੰਦਰ ਸੀ ਬੰਦਾ, ਇਲੈਕਸ਼ਨ ਸੀ, ਜ਼ਮਾਨਤ ਦੇ ਕੇ ਮੇਰੀ ਸਿਹਤ ਨਹੀਂ ਠੀਕ, ਚਿੱਤ ਨਹੀਂ ਤਕੜਾ, ਤੁਰਿਆ ਨਹੀਂ ਜਾਂਦਾ। ਜੇਲ੍ਹ 'ਚੋਂ ਬਾਹਰ ਆਏ, ਆ ਕੇ ਚੋਣ ਪ੍ਰਚਾਰ ਕਰਦੇ ਸੀ। ਅਦਾਲਤ ਨੇ ਹੁਕਮ ਦਿੱਤਾ ਭਾਈ ਅੰਦਰ ਚੱਲ। ਇਹ ਦੇਖੋ ਗੱਲਾਂ ਉਹ ਸਾਰੀਆਂ ਆਪਣੀ ਥਾਂ 'ਤੇ। ਦੇਖੋ ਜਿਹੜਾ ਲੀਡਰ ਹੁੰਦਾ ਨਾ, ਲੀਡਰ ਦਾ ਕੰਮ ਹੁੰਦਾ ਲੀਡ ਕਰਨਾ। ਜਦੋਂ ਉਹਨੂੰ ਲੱਗਦਾ ਵੀ ਮੇਰੀ ਲੋੜ ਹੈ, ਮੇਰਿਆਂ ਲੋਕਾਂ ਨੂੰ, ਮੇਰੀ ਧਰਤੀ ਨੂੰ ਮੇਰੀ ਲੋੜ, ਧਰਤੀ ਪੁਕਾਰਦੀ, ਹਾਂਜੀ, ਫਿਰ ਉਹਦੇ ਅੰਦਰੋਂ ਇੱਕ ਤਰ੍ਹਾਂ ਦਾ ਦੁਬਾਰਾ ਲੀਡਰ ਜਾਗਦਾ। ਫਿਰ ਉਹ ਕਹਿੰਦਾ ਵੀ ਕੀ ਕਰਾਂਗੇ ਇਸ ਜਨਮ ਦਾ ਜੇ ਮਤਲਬ ਲੋਕਾਂ ਦੇ ਲੇਖੇ ਨਾ ਲਾਇਆ। ਸੋ ਇਸ ਕਰਕੇ ਦੁਬਾਰਾ ਜੇ ਉਹ ਆਪਣੀਆਂ ਸੇਵਾਵਾਂ ਦੇਣ ਲਈ ਆ ਜਾਂਦੇ ਆ, ਤੇ ਫਿਰ ਇਹਦੇ 'ਚ ਮੁਸ਼ਕਿਲ ਵਾਲੀ ਕੀ ਗੱਲ ਹੈ? ਮਤਲਬ ਇਹ ਗਲਤ ਤੇ ਮੈਨੂੰ ਕੁਛ ਲੱਗਦਾ ਨਹੀਂ। ਦੇਖੋ ਨਾ, ਕਾਰਨ ਹੈ ਵੀ ਜਿੰਨੇ ਵੀ ਲੀਡਰ ਸਾਹਿਬਾਨ ਨੇ, ਚਾਹੇ ਹੋਣ ਵਾਲੇ ਨੇ, ਚਾਹੇ ਇਸ ਤੋਂ ਪਹਿਲੇ ਨੇ, ਚਾਹੇ ਸੀਨੀਅਰ ਨੇ, ਚਾਹੇ ਜੂਨੀਅਰ ਨੇ, ਕਿਸੇ ਲੀਡਰ ਦੇ ਮੂੰਹ ਤੁਸੀਂ ਅਜੇ ਤੱਕ ਕਦੀ ਇਹ ਸੁਣਿਆ ਹੋਵੇ ਵੀ ਉਹ ਸਿਆਸਤ ਆਪਣੇ ਲਈ ਜਾਂ ਆਪਣੇ ਨਿਆਣਿਆਂ ਲਈ ਕਰਦੇ। ਉਹ ਕਹਿੰਦੇ ਅਸੀਂ ਲੋਕਾਂ ਲਈ ਕਰਦੇ ਹਾਂ, ਸੇਵਾ ਲੋਕਾਂ ਦੀ ਕਰਨੀ ਆ, ਮਸਲੇ ਪੰਜਾਬ ਦੇ ਤੇ ਦੇਸ਼ ਦੇ ਹੱਲ ਕਰਨੇ। ਦੇਖੋ 75 ਸਾਲ ਹੋ ਗਏ ਆ ਗੱਲਾਂ ਕਰਦਿਆਂ ਨੂੰ, ਕਿੰਨੇ ਕੁ ਦਿਨ ਹੋਏ ਕਿਤੇ ਜੀ? ਸੰਧਾਲੀਆ ਸਾਹਿਬ ਉਹ ਕਹਿੰਦੇ ਜੀ ਮਸਲੇ ਪੰਜਾਬ ਦੇ ਤੇ ਦੇਸ਼ ਦੇ ਹੱਲ ਕਰਨੇ ਆ, ਸੇਵਾ ਲੋਕਾਂ ਦੀ ਕਰਨੀ, ਪੈਸੇ ਆਪ ਇਕੱਠੇ ਕਰਨੇ। ਦੇਖੋ ਕਾਰਨ ਹੈ ਵੀ ਜੇ ਇੰਨਾ ਬੰਦਾ ਕੰਮ ਕਰ ਰਿਹਾ, ਜੇ ਉਹ ਉਹਦੇ ਇਵਜ਼ ਦੇ ਵਿੱਚ ਚੰਦ ਰੁਪਈਏ ਤਨਖਾਹ ਦੇ ਤੌਰ ਤੇ, ਚੰਦ ਬੋਰੀਆਂ, ਨਹੀਂ ਚੰਦ ਬੋਰੀਆਂ ਥੋੜ੍ਹਾ ਮਿਲ ਵੀ ਜਾਂਦੇ ਨੇ ਉਹਨੂੰ, ਤਾਂ ਕੀ ਹਰਜ ਹੈ? ਹਾਂ ਨਹੀਂ ਠੀਕ ਹੈ ਨਾ। ਇਸ ਕਰਕੇ ਮੈਨੂੰ ਲੱਗਦਾ ਹੁੰਦਾ ਕਿ ਵੀ ਇਹ ਜਿਹੜੀ ਛਵੀ ਬਣਾ ਦਿੱਤੀ ਗਈ ਹੈ, ਇਹਦਾ ਪ੍ਰਭਾਵ ਘੱਟ ਕੀਤਾ ਜਾਣਾ ਚਾਹੀਦਾ। ਇਹਦੀ ਲੋੜ ਹੈ ਅੱਜ ਦੀ। ਸੰਧਾਲੀਆ ਸਾਹਿਬ ਦੇਖੋ, ਬੜਾ 15 ਅਗਸਤ 2022 ਲੰਘਿਆ, ਦੇਸ਼ ਦਾ ਆਜ਼ਾਦੀ ਦਿਹਾੜਾ ਮਨਾਇਆ, ਆਪਾਂ ਉਸ ਗੱਲ ਦੇ ਵਿੱਚ ਜਾਂਦੇ ਹੀ ਨਹੀਂ। ਕਈ ਬੰਦੇ ਬਹੁਤ ਜ਼ਿਆਦਾ ਖੁਸ਼ ਸੀ, ਬਹੁਤ ਸਾਰੇ ਲੋਕਾਂ ਨੇ ਤਿਰੰਗਾ ਝੰਡਾ ਘਰਾਂ ਦੇ ਉੱਤੇ ਵੀ ਲਾਇਆ। ਕਈ ਲੋਕਾਂ ਨੇ ਵਿਰੋਧ ਵੀ ਕੀਤਾ ਕਿ ਭਾਈ ਨਹੀਂ ਆਪਾਂ ਉੱਧਰ ਨਹੀਂ ਜਾਂਦੇ ਕਿਉਂਕਿ ਆਜ਼ਾਦੀ ਦਿਹਾੜਾ ਨਿਕਲ ਗਿਆ। ਹੁਣ ਸਾਰੀ ਪ੍ਰਕਿਰਿਆ ਦੇ ਵਿੱਚ ਮੈਂ ਇੱਕ ਗੱਲ ਹਿਸਾਬ ਕਿਤਾਬ ਲਾਉਂਦਾ ਸੀ ਕਿ ਭਾਈ ਆਖਰਕਾਰ ਦੇਸ਼ ਜਿਹੜਾ ਆਜ਼ਾਦ ਜਦੋਂ ਹੋ ਗਿਆ, ਆਖਰਕਾਰ ਤਾਂ ਲੀਡਰਾਂ ਨੇ ਚਲਾਇਆ ਨਾ। ਉਹ ਐਮਰਜੈਂਸੀ ਵਾਲੇ 2.5 ਸਾਲਾਂ ਨੂੰ ਛੱਡ ਲਈਏ ਤੇ ਇੱਥੇ ਵੋਟਾਂ ਪਈਆਂ, ਲੀਡਰ ਚੁਣੇ ਗਏ। ਅੱਜ ਜੇ ਦੇਸ਼ ਅੱਗੇ ਵਧਿਆ ਤਾਂ ਭਾਈ ਸਲਿਊਟ ਹੈ, ਲੀਡਰਾਂ ਨੂੰ ਵਧੀਆ ਕੰਮ ਕੀਤਾ। ਜੇ ਦੇਸ਼ ਕਿਤੇ ਕਮਜ਼ੋਰ ਹੈ, ਕਿਤੇ ਨਾਕਾਮੀਆਂ, ਜੇ ਕੋਈ ਊਣਤਾਈਆਂ ਹੈਗੀਆਂ, ਤਾਂ ਭਾਈ ਫਿਰ ਜ਼ਿੰਮੇਵਾਰੀ ਵੀ ਤਾਂ ਤੁਹਾਨੂੰ ਹੀ ਲੈਣੀ ਪਊਗੀ ਨਾ। ਹੁਣ ਕੋਈ ਬੰਦਾ ਪਿੰਡ ਦਾ ਸਰਪੰਚ ਬਣਿਆ, ਪਿੰਡ ਨੂੰ ਗ੍ਰਾਂਟ ਮਿਲ ਗਈ, ਸਰਪੰਚ ਨੇ ਲਾਉਣੀ ਆ। ਤੇ ਜੇ ਸਰਪੰਚ ਚੰਗੇ ਤਰੀਕੇ ਲਾ ਲੂਗਾ, ਸਰਪੰਚ ਦੀ ਬੱਲੇ ਬੱਲੇ, ਨਹੀਂ ਤਾਂ ਥੱਲੇ ਥੱਲੇ ਤਾਂ ਵੱਟ 'ਤੇ ਹੀ ਪਈ ਆ। ਇਸ ਕਰਕੇ ਜਿਨ੍ਹਾਂ ਨੇ
ਇਹ ਨਹੀਂ ਕਿ ਲੀਡਰ ਕਹਿਣ ਜੀ ਸਾਈਂ ਤੱਕ ਕੰਮ ਕੀਤਾ ਨਾ। ਤੁਸੀਂ ਤਨਖਾਹਾਂ ਲਈਆਂ MLA MP ਹੋਣ ਦੀਆਂ, ਤੇ ਜਦੋਂ ਤਨਖਾਹਾਂ ਲਈਆਂ ਤੁਸੀਂ ਕਾਰਾਂ ਝੂਟੀਆਂ ਤਾਂ ਤੁਹਾਨੂੰ ਕੋਈ ਕੰਮ ਕਰਨ ਨੂੰ ਤਨਖਾਹ ਦਿੱਤੀ ਸੀ, ਤੁਹਾਨੂੰ ਕੋਈ ਡਿਊਟੀ ਕਰਨ ਨੂੰ ਕਾਰ ਦਿੱਤੀ ਸੀ, ਕਾਰ ਤੁਸੀਂ ਝੂਟ ਲਈ ਤਨਖਾਹ ਲੈ ਲਈ, ਕੰਮ ਕਿਉਂ ਹੋਇਆ? ਗੱਲਾਂ ਠੀਕ ਨੇ ਸਾਰੀਆਂ ਤੁਹਾਡੀਆਂ। ਮੈਨੂੰ ਲੱਗਦਾ ਵੀ ਇਹੋ ਹੀ ਉਹ ਕਾਰਨ ਆ ਜਿੱਥੋਂ ਕਿਤੋਂ ਜਾ ਕੇ ਆਪਾਂ ਵਿਰੋਧ ਸ਼ਬਦ ਨਹੀਂ ਵਰਤਦੇ, ਆਪਾਂ ਨਾਰਾਜ਼ਗੀ ਵਰਤ ਲੈਂਦੇ ਹਾਂ। ਦੇਖੋ ਕਾਰਨ ਆ ਜੁਲਾਈ 1 ਨੂੰ ਹੁੰਦਾ ਕੈਨੇਡਾ ਡੇ, ਲੰਘ ਕੇ ਗਿਆ, ਆਪਾਂ ਦੇਖਿਆ ਪੂਰੇ ਕੈਨੇਡਾ ਦੇ ਵਿੱਚ ਚਾਹੇ ਉਹ ਲੋਕ ਜਿਹੜੇ ਕਿ ਭਾਵੇਂ ਇੱਥੇ ਪ੍ਰਵਾਸੀ ਬਣ ਕੇ ਆਏ ਹੈ ਨਾ, ਇਮੀਗ੍ਰੈਂਟ ਆਏ, ਉਹ ਭਾਵੇਂ ਆਪ ਆਏ ਭਾਵੇਂ ਉਹਨਾਂ ਤੋਂ ਪਿਛਲੀ ਪੀੜ੍ਹੀ ਆਈ, ਉਹਨਾਂ ਦੇ ਵੀ ਆਪਾਂ ਕਾਰਾਂ ਤੇ ਜਵਾਕਾਂ ਦੇ ਹੱਥਾਂ 'ਚ ਉਹ ਸਟਿੱਕਰਾਂ ਦੇ ਵਿੱਚ ਉਹਨਾਂ ਦੀਆਂ ਟੀ-ਸ਼ਰਟਾਂ ਤੇ ਇਹਨਾਂ ਦੇ ਕੱਪੜਿਆਂ ਤੇ ਹੈ ਨਾ ਸਾਰੇ ਥਾਵਾਂ ਦੇ ਉੱਪਰ ਕੈਨੇਡਾ ਦਾ ਝੰਡਾ ਦੇਖਿਆ। ਫਿਰ ਉਹ ਇੱਦਾਂ ਲੱਗਦਾ ਵੀ ਯਾਰ ਇਹ ਸੈਲੀਬ੍ਰੇਟ ਕਰ ਰਿਹਾ ਬੰਦਾ ਹੈ ਨਾ। ਫਿਰ ਉਹਨੂੰ ਜਦੋਂ ਮਹਿਸੂਸ ਕੀਤਾ ਜਾਂਦਾ ਵੀ ਯਾਰ ਇਹਨੂੰ ਕਿਸੇ ਨੇ ਦੱਸਿਆ ਤਾਂ ਨਹੀਂ ਵੀ ਤੂੰ ਜ਼ਰੂਰ ਕਰਨਾ ਹੀ ਜਿੱਦਾਂ ਕਿਹਾ ਗਿਆ ਹੋਵੇ। ਇਹਦੇ ਅੰਦਰੋਂ ਗੱਲ ਉੱਠੀ ਵੀ ਨਹੀਂ ਯਾਰ ਮੈਂ ਜੇ ਮੁਲਕ 'ਚ ਆਇਆ, ਮੈਨੂੰ ਇੰਨਾ ਕੁਛ ਮਿਲਿਆ ਤੇ ਵੀ ਮੈਨੂੰ ਕਰਨਾ ਚਾਹੀਦਾ ਸੈਲੀਬ੍ਰੇਟ। ਹੁਣ ਮੈਨੂੰ ਲੱਗਦਾ ਵੀ ਅੱਜ ਜਿੱਦਾਂ ਲੰਘੇ ਸਮੇਂ 'ਤੇ ਨਾ ਇੱਕ ਬੜੀ ਨਾਰਾਜ਼ਗੀ ਸੀ ਵੀ ਯਾਰ ਅੰਦਰੋਂ ਜਿਉਂ ਕਿਉਂ ਨਹੀਂ ਗੱਲ ਉੱਠਦੀ, ਕਹਿਣਾ ਕਿਉਂ ਪੈਂਦਾ ਲੀਡਰ ਸਾਹਿਬਾਨਾਂ ਨੂੰ ਵੀ ਯਾਰ ਦੇਸ਼ ਦੀ ਗੱਲ ਆ, ਦੇਸ਼ ਨੂੰ ਆਜ਼ਾਦੀ ਮਿਲੀ ਸੀ ਤੇ ਆਪਾਂ ਇਹਨੂੰ ਸੈਲੀਬ੍ਰੇਟ ਕਰੀਏ ਵੀ ਹੈ ਨਾ। ਮੈਂ ਇੱਕ ਗੱਲ ਸੋਚਦਾ ਸੀ ਵੀ ਉਹ ਸ਼ਾਇਦ ਹੋ ਸਕਦਾ ਵੀ ਜੇ ਵੈਸੇ ਕੋਈ ਹੋਰ ਬੰਦਾ ਕਹੇ, ਆਮ ਬੰਦਾ ਕਹੇ, ਲੀਡਰ ਨਾ ਕਹਿਣ, ਫਿਰ ਬੰਦਾ ਸੈਲੀਬ੍ਰੇਟ ਕਰ ਸਕਦਾ। ਉਹ ਮੈਨੂੰ ਲੱਗਦਾ ਜਦੋਂ ਕਿਤੇ ਲੀਡਰਾਂ ਵਾਲੇ ਪਾਸਿਓਂ ਗੱਲ ਆਉਂਦੀ ਆ ਫਿਰ ਉਹਦੇ ਵਿੱਚ ਵਿਰੋਧ ਆ ਜਾਂਦਾ। ਕਾਰਨ ਇਹ ਬਣਦਾ ਵੀ ਜਿੱਦਾਂ ਹੁਣ ਮੰਨ ਲਓ ਜੇ 365 ਦਿਨ ਆ, 365 ਦਿਨਾਂ ਦੇ ਵਿੱਚੋਂ ਇੱਕ ਦਿਨ ਹੀ ਕਿਹਾ ਜਾਂਦਾ ਨਾ ਵੀ ਤੁਸੀਂ ਦੇਸ਼ ਦੇ ਲਈ ਆ ਜਿਹੜੀ ਸੈਲੀਬ੍ਰੇਸ਼ਨ ਕਰਨੀ ਹੈ ਨਾ ਵੀ ਆਪਣਾ ਦੇਸ਼। ਫਿਰ ਉਹ ਬੰਦਾ ਦੇ ਦਿਮਾਗ 'ਚ ਸਵਾਲ ਆਉਂਦਾ ਵੀ ਯਾਰ ਜਿਹੜਾ ਬੰਦਾ ਮੈਨੂੰ ਕਹਿ ਰਿਹਾ, ਜਦੋਂ ਮੰਨ ਲਓ ਮੈਂ ਤੁਹਾਨੂੰ ਕਹਾਂ ਵੀ ਬਾੜ ਇੱਕ ਦਿਨ ਬਈ ਇਸ ਤਰ੍ਹਾਂ ਕਰਨਾ, ਤੁਹਾਡੇ ਦਿਮਾਗ 'ਚ ਇੱਕ ਦਿਨ ਉਹ ਆਉਂਦਾ ਜਿਸ ਦਿਨ ਮੈਂ ਕਹਿ ਰਿਹਾ ਵੀ ਇੱਦਾਂ ਕਰਨਾ। ਫਿਰ ਤੁਹਾਡੇ ਦਿਮਾਗ 'ਚ 364 ਦਿਨ ਆਉਂਦੇ ਆ। ਉਹਨਾਂ 364 ਦਿਨਾਂ ਦੇ ਵਿੱਚ ਤੁਸੀਂ ਸੋਚਦੇ ਵੀ ਯਾਰ 364 ਦਿਨ ਇਹਨਾਂ ਨੇ ਕੀ ਕੀਤਾ। ਉਹਦੇ 'ਚ ਹੋ ਸਕਦਾ ਭ੍ਰਿਸ਼ਟਾਚਾਰ ਦੀ ਗੱਲ ਆਉਂਦੀ ਹੋਵੇ, ਉਹਦੇ 'ਚ ਹੋ ਸਕਦਾ ਹੋਰ ਕਈ ਇਹੋ ਜਿਹੀਆਂ ਗੱਲਾਂ ਆਉਂਦੀਆਂ ਹੋਣ ਜਿਹਦੇ 'ਚ ਬੰਦੇ ਨੂੰ ਇਤਰਾਜ਼ ਹੋਵੇ, ਉਜਰ ਹੋਵੇ। ਤੁਹਾਨੂੰ ਲੱਗਦਾ ਹੋਵੇ ਵੀ ਯਾਰ ਜੇ ਆਹ ਗੱਲਾਂ ਕੀਤੀਆਂ ਗਈਆਂ, ਆਪਾਂ ਪਿਛਲੇ ਦਿਨ ਹੀ ਗੱਲ ਕੀਤੀ ਨਾ ਕਿਸੇ ਕੋਲੋਂ ਕਿੰਨੇ ਕਰੋੜ ਫੜਿਆ ਗਿਆ, ਕਿਸੇ ਕੋਲੋਂ ਕਿੰਨੇ ਕਰੋੜ ਫੜਿਆ ਗਿਆ, ਉਦੋਂ ਉਹਨਾਂ ਨੂੰ ਨਹੀਂ ਲੱਗਾ ਵੀ ਯਾਰ ਇਹ ਵੀ ਤਾਂ ਸਰਮਾਇਆ ਦੇਸ਼ ਦਾ ਹੀ ਹੈ, ਜੇ ਮੈਂ ਇਹ ਉਦੋਂ ਲੁੱਟ ਸਕਦਾ ਤਾਂ ਹੁਣ ਮੇਰੀ ਦੇਸ਼ ਭਗਤੀ ਕਿੱਧਰ ਗਈ। ਫਿਰ ਲੋਕਾਂ ਦੇ ਮਨਾਂ 'ਚ ਉਹ ਸਵਾਲ ਆਉਂਦਾ ਵੀ ਯਾਰ ਅੱਗੋਂ ਪਿੱਛੋਂ 364 ਦਿਨ ਤੁਹਾਡੀ ਦੇਸ਼ ਭਗਤੀ ਕਿੱਥੇ ਹੁੰਦੀ ਵੀ ਇੱਕ ਦਿਨ ਤੁਸੀਂ ਸਾਨੂੰ ਪਾਠ ਪੜ੍ਹਾਉਣ ਲੱਗ ਪਈ ਨੇ। ਮੈਨੂੰ ਤਾਂ ਉਹ ਵੀ ਇੱਕ ਕਾਰਨ ਹੋ ਸਕਦਾ ਜਿੱਥੇ ਜਾ ਕੇ ਉਹ ਥੋੜ੍ਹੀ ਜਿਹੀ ਨਾਰਾਜ਼ਗੀ, ਸਾਰਿਆਂ ਦੀ ਨਹੀਂ ਮੈਂ ਕਹਿੰਦਾ, ਚੰਦ ਲੋਕਾਂ ਜਿੱਥੇ ਕਿ ਨਾਰਾਜ਼ਗੀ ਆਉਂਦੀ ਵੀ ਯਾਰ ਇੱਦਾਂ ਕਿਉਂ। ਸੰਧਾਲੀਆ ਸਾਹਿਬ ਇੱਕ ਧਾਰਨਾ ਤਾਂ ਗਲਤ ਹੈ ਕਿ ਆਮ ਲੋਕ ਦੇਸ਼ ਨੂੰ ਪਿਆਰ ਨਹੀਂ ਕਰਦੇ ਜਾਂ ਦੇਸ਼ ਦਾ ਝੰਡਾ ਨਹੀਂ ਲਾਉਣਾ ਚਾਹੁੰਦੇ ਨਾ। ਜਿੰਨੀ ਵਾਰੀ ਵੀ ਭਾਰਤ ਦੇ ਵਿੱਚ ਲੜਾਈ ਲੱਗੀ ਹੈ ਜਾਂ ਭਾਰਤ ਦੇ ਉੱਤੇ ਕਿਸੇ ਦੇਸ਼ ਨੇ ਹਮਲਾ ਕੀਤਾ, ਲੋਕ ਇੱਕ ਗੀਤ ਚੱਲਦਾ ਹੁੰਦਾ ਹੈ ਮੇਰੇ ਵਤਨ ਕੇ ਲੋਗੋ, ਸਾਰਾ ਦੇਸ਼ ਉਸ ਰੰਗ ਦੇ ਵਿੱਚ ਹੁੰਦਾ ਮਿੰਟਾਂ 'ਚ। ਹਾਕੀ ਦਾ ਮੈਚ ਹੋਵੇ, ਕ੍ਰਿਕਟ ਦਾ ਮੈਚ ਹੋਵੇ, ਹੋਰ ਕਿਸੇ ਖੇਡ ਦਾ ਮੈਚ ਹੋਵੇ, ਸਾਡਾ ਕੋਈ ਰੈਸਲਰ ਕੁਸ਼ਤੀ ਲੜਦਾ ਹੋਵੇ, ਜਾਣੀ ਕਿ 15 ਅਗਸਤ ਨੂੰ ਤਾਂ ਦੇਸ਼ ਆਜ਼ਾਦ ਹੋਇਆ ਸੀ ਨਾ, ਉਹ ਬਾਕੀ 364 ਦਿਨ ਵੀ ਲੋਕ ਦੇਸ਼ ਨੂੰ ਉਨਾ ਹੀ ਪਿਆਰ ਕਰਦੇ ਆ। ਹਾਂ ਲੀਡਰਾਂ ਨੂੰ ਹੋ ਸਕਦਾ ਕਿ 26 ਜਨਵਰੀ ਤੇ 15 ਅਗਸਤ 2 ਦਿਨ ਚੇਤੇ ਆਉਂਦਾ ਹੋਵੇ, ਸਾਰੇ ਲੀਡਰਾਂ ਦੀ ਨਹੀਂ ਗੱਲ ਕਰਦਾ, ਬਹੁਤ ਸਾਰਿਆਂ ਦੀ ਗੱਲ ਕਰਦਾ। ਹੁਣ ਲੋਕ ਟੀਵੀ ਲਾ ਕੇ ਬੈਠੇ ਹੁੰਦੇ ਆ, ਜਿੱਦਾਂ ਹੀ ਖਿਡਾਰੀ ਜਿੱਤਦਾ ਨਾ ਉਹਨਾਂ ਦੇ ਕੋਲੇ ਇਨਾਮ ਦੀ ਰਾਸ਼ੀ ਆਉਣੀ ਹੁੰਦੀ ਹੈ, ਨਾ ਉਹਨਾਂ ਦੇ ਘਰੇ ਮੈਡਲ ਆਉਣਾ ਹੁੰਦਾ, ਨਾ ਪੱਤਰਕਾਰ ਬਾਹਰ ਮਾਈਕ ਲੈ ਕੇ ਖੜੇ ਹੁੰਦੇ ਆਮ ਬੰਦੇ ਦੇ ਘਰ। ਆ ਪਿੱਛੇ ਆਪਣੇ ਰੈਸਲਰ ਜਿੱਤੇ, ਆਪਣੇ ਕਾਮਨਵੈਲਥ ਖੇਡਾਂ ਦੇ ਵਿੱਚ ਹੋਰ ਕਿੰਨੇ ਆਪਣੇ ਖਿਡਾਰੀ ਜਿੱਤ ਕੇ ਆਏ ਆ, ਪੀਵੀ ਸਿੰਧੂ ਜਿੱਤੀ ਆ, ਨਾ ਉਹਨੂੰ ਕੋਈ ਪਰਸਨਲੀ ਜਾਣਦੇ ਆ, ਭਾਰਤ ਦੇ ਲੋਕ ਕਿਤੇ ਜਾਣਦੇ ਨਾ। ਲੋਕ ਟੀਵੀ ਹੁਣ ਅੱਜ ਕਿੰਨੇ ਵਜੇ ਮੈਚ ਆ, ਕਿੰਨੀਆਂ ਟਿੱਪਣੀਆਂ ਆਉਂਦੀਆਂ ਸੀ ਹਾਕੀ ਦਾ ਮੈਚ ਕਿੰਨੇ ਵਜੇ ਆ ਜੀ ਸਾਨੂੰ ਦੱਸੋ। ਖੇਡ ਤਾਂ ਉਹ ਕਿਸੇ ਵੀ ਦੇਸ਼ ਦੀ ਦੇਖ ਸਕਦੇ, ਉਹ ਆਪਣੇ ਦੇਸ਼ ਦੀ ਖੇਡ ਦੇਖਣਾ ਚਾਹੁੰਦੇ ਸੀ। ਇਹਦਾ ਮਤਲਬ ਕੀ ਨਿਕਲਦਾ ਹੈ? ਇਹਦਾ ਮਤਲਬ ਤਾਂ ਇਹੀ ਨਿਕਲਦਾ ਹੈ ਕਿ ਭਾਈ ਅਗਲੇ ਬੰਦੇ ਦੇਸ਼ ਨੂੰ ਪਿਆਰ ਕਰਦੇ ਆ। ਹਾਂ ਆ ਜਿਹੜੇ ਮੁਲਕ ਦੀ ਤੁਸੀਂ ਗੱਲ ਕੀਤੀ ਨਾ ਸੰਧਾਲੀਆ ਸਾਹਿਬ, ਆਮ ਹੀ ਕੈਨੇਡਾ ਡੇ ਤੋਂ ਬਿਨਾਂ ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਉੱਤੇ ਸਾਰਾ ਸਾਲ ਝੰਡਾ ਲੱਗਾ ਰਹਿੰਦਾ। ਬਹੁਤ ਸਾਰੇ ਲੋਕ ਨੇ ਜਿਹੜੇ ਕਿ ਕੈਨੇਡਾ ਦਾ ਝੰਡਾ ਆਪਣੇ ਘਰ ਦੇ ਮੂਹਰੇ ਲਾ ਕੇ ਹੀ ਰੱਖਦੇ ਆ, ਇਸ ਕਰਕੇ ਨਹੀਂ ਕਿ ਉਹ ਕਿਸੇ ਨੂੰ ਦਿਖਾਉਣਾ ਚਾਹੁੰਦੇ ਆ, ਉਹਨਾਂ ਨੂੰ ਲੱਗਦਾ ਕਿ ਭਾਈ ਅਸੀਂ ਪਿਆਰ ਕਰਦੇ ਹਾਂ। ਹੁਣ ਮੈਂ ਸੋਚ ਰਿਹਾ ਸੀ ਕਿ 75 ਸਾਲ ਬਾਅਦ ਸਾਰੀਆਂ ਸਿਆਸੀ ਧਿਰਾਂ ਨੂੰ ਇਹ ਮੁਹਿੰਮ ਕਿਉਂ ਚਲਾਉਣੀ ਪਈ ਕਿ ਤਿਰੰਗਾ ਯਾਤਰਾ ਕਰਨੀ ਅਸੀਂ, ਘਾਟ ਲੋਕਾਂ ਦੇ ਵਿੱਚ ਤਾਂ ਹੈ ਹੀ ਨਹੀਂ। ਹੁਣ ਤੁਸੀਂ ਇੱਕ ਮੋਟਾ ਜਿਹਾ ਅੰਦਾਜ਼ਾ ਲਾਓ, ਜਦੋਂ ਕੰਪੈਰੀਜ਼ਨ ਕਰਦੇ, ਮੈਂ ਕਹਿੰਦਾ ਕਿ ਭਾਰਤ ਦੇ ਵਿੱਚ ਬਹੁਤ ਕੁਛ ਹੈ, ਐਸੀ ਗੱਲ ਨਹੀਂ ਹੈ। ਲੋਕ ਵੋਟਾਂ ਪਾ ਕੇ ਜਿਹੜੇ ਬੰਦੇ ਨੂੰ ਲੱਗਦਾ ਨਾ ਕਿ ਨਹੀਂ ਜੀ ਕੁਛ ਵੀ ਨਹੀਂ, ਇੱਥੇ ਵੀ ਬਹੁਤ ਸਾਰੇ ਲੋਕ ਪਰੇਸ਼ਾਨ ਨੇ ਕੈਨੇਡਾ 'ਚ ਵੀ ਕਿ ਜੀ ਨਿੱਤ ਦਿਹਾੜੇ ਗੋਲੀਆਂ ਚੱਲਦੀਆਂ, ਕਿੰਨੇ ਮਰਡਰ ਹੋਈ ਜਾਂਦੇ ਆ। ਅੱਜ ਜਿੱਥੇ ਪੰਜਾਬੀ ਬਹੁਤਾਤ ਵਾਲੇ ਇਲਾਕੇ ਹੈ, ਕਈ ਜਗ੍ਹਾ ਦੇ ਉੱਤੇ ਕਿੰਨੀਆਂ ਕਾਰਾਂ ਚੋਰੀ ਹੁੰਦੀਆਂ। ਬਹੁਤ ਸਾਰੇ ਲੋਕ ਕਹਿੰਦੇ ਜੀ ਪਹਿਲਾਂ ਵਾਲੀ ਗੱਲ ਨਹੀਂ ਰਹੀ, ਸਰਕਾਰ ਨੂੰ ਕੋਈ ਸਖਤੀ ਕਰਨੀ ਚਾਹੀਦੀ ਹੈ। ਕਿੰਨੇ ਲੋਕ ਨੇ
ਇਹ ਨਹੀਂ ਹੈ ਕਿ ਕੋਈ ਦੇਸ਼ ਪਰਫੈਕਟ ਹੈ, ਪਰ ਤੁਸੀਂ ਅੰਦਾਜ਼ਾ ਲਾਓ ਕਿ ਜੇ ਆਪਾਂ ਥੋੜ੍ਹਾ ਜਿਹਾ ਕੰਪੈਰੀਜ਼ਨ ਕਰਨਾ ਹੋਵੇ, ਆਬਾਦੀ ਬਹੁਤ ਹੈ ਭਾਰਤ ਦੀ, ਪਰ ਫਿਰ ਵੀ ਇੱਥੇ ਲੋਕ ਪਿਆਰ ਕਿਉਂ ਕਰਦੇ ਆ? ਜਿਹੜੀਆਂ ਚੀਜ਼ਾਂ ਸਾਨੂੰ ਕਰਨ ਦੀ ਲੋੜ ਹੈ, ਲੀਡਰਾਂ ਦੀਆਂ ਤਨਖਾਹਾਂ, ਪੈਨਸ਼ਨਾਂ ਵੱਧਦੀਆਂ ਘਟਦੀਆਂ, ਗੱਡੀਆਂ ਨਵੀਆਂ ਮਿਲਦੀਆਂ, ਘਰ ਨਵੇਂ ਮਿਲਦੇ ਕਿ ਨਹੀਂ ਮਿਲਦੇ, ਇੱਕ ਵੱਖਰੀ ਗੱਲ ਹੈ। ਇੱਥੇ ਕੋਈ ਬੰਦਾ ਬੇਰੁਜ਼ਗਾਰ ਹੁੰਦਾ, ਸੰਧਾਲੀਆ ਸਾਹਿਬ ਸਰਕਾਰ ਇੰਨੇ ਕੁ ਰੁਪਈਏ ਉਹਨੂੰ ਦਿੰਦੀ ਹੈ ਕਿ ਤੂੰ ਕੰਮ ਕਰਦਾ ਸੀ, ਤੇਰਾ ਕੰਮ ਛੁੱਟ ਗਿਆ, ਆ ਲੈ ਤੈਨੂੰ ਰੋਟੀ ਖਾਣ ਜੋਗੇ ਪੈਸੇ ਅਸੀਂ ਦਿੰਨੇ ਆ ਜਦੋਂ ਤੱਕ ਤੈਨੂੰ ਅਗਲਾ ਕੰਮ ਨਹੀਂ ਮਿਲਦਾ। ਦੂਸਰਾ, ਕੋਵਿਡ ਆਇਆ, $2,000 ਇੱਥੇ ਆਮ ਬੰਦਾ ਜਿਹੜਾ ਬੇਸਿਕ ਕੰਮ ਕਰਦਾ 8 ਘੰਟੇ 5 ਦਿਨ ਤੇ ਜਿਹਨੂੰ ਕਿਸੇ ਕੰਮ ਦੀ ਮੁਹਾਰਤ ਨਹੀਂ, $2,000-$2,500 ਹੀ ਕਮਾਉਂਦਾ ਹੈ। ਕੋਵਿਡ ਦੇ ਵਿੱਚ ਸਰਕਾਰ ਨੇ 2-2 ਹਜ਼ਾਰ ਦਿੱਤਾ। ਹਾਲਾਂਕਿ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਕਿ ਭਾਈ ਉਹ 2-2 ਹਜ਼ਾਰ ਨੇ ਕਈ ਲੋਕ ਨਿਕੰਮੇ ਵੀ ਕਰਤੇ, ਪਰ ਆਪਾਂ ਉੱਥੇ ਕੀ ਦੇਖਿਆ? ਇੱਥੇ ਕੋਈ ਬੰਦਾ ਰੇਲ ਗੱਡੀ ਤੇ ਆ ਕੇ ਤਾਂ ਨਹੀਂ ਮਰਿਆ, ਇੱਥੇ ਕੋਈ ਬੰਦਾ ਭੁੱਖਾ ਤਾਂ ਨਹੀਂ ਮਰਿਆ, ਸਾਰਿਆਂ ਨੂੰ ਆਪੋ ਆਪਣੇ ਹਿੱਸੇ ਦਾ। ਇੱਥੇ ਕਿਸੇ ਲੀਡਰ ਨੇ, ਮੈਂ ਕੋਵਿਡ ਦੇ ਵਿੱਚ ਇੱਥੇ ਸੀ, ਮੈਂ ਨਹੀਂ ਕਹਿੰਦਾ ਕਿ ਉੱਥੇ ਗਲਤ ਹੈ, ਆਪਾਂ ਕੰਪੈਰੀਜ਼ਨ ਕਰਕੇ ਕਿਸੇ ਨੂੰ ਥੱਲੇ ਨਹੀਂ ਲਾਉਂਦੇ, ਆਜ਼ਾਦੀ ਮੁਬਾਰਕ ਹੈ। ਇੱਕ ਵੀ ਲੀਡਰ ਇੱਥੇ ਆਣ ਕੇ ਕਿਸੇ ਨੂੰ ਕਣਕ ਦਾ ਝੋਲਾ ਫੜਾਉਂਦਾ ਫੋਟੋ ਨਹੀਂ ਸੀ ਖਿਚਵਾ ਰਿਹਾ। ਡਿਊਟੀ ਸੀ, ਆਟੋਮੈਟਿਕਲੀ ਲੋਕਾਂ ਦੇ ਖਾਤੇ 'ਚ ਪੈਸੇ ਆ ਗਏ। ਉਹ ਕਹਿੰਦੇ ਜੀ ਸਮਾਨ ਆਪ ਖਰੀਦੋ। ਜਿਹੜਾ ਬੰਦਾ ਕਾਰੋਬਾਰ ਕਰਦਾ ਸੀ, ਕੰਪਨੀ ਰਜਿਸਟਰਡ ਸੀ, $40-40 ਹਜ਼ਾਰ ਖਾਤੇ 'ਚ ਆਇਆ, ਉਹ ਕਹਿੰਦੇ 10 ਲੈਣਾ ਹੀ ਨਹੀਂ। ਜੇ ਤੁਸੀਂ 30 ਮੋੜਦੇ ਹੋਗੇ ਨਾ ਟਾਈਮ ਨਾਲ, ਤੁਸੀਂ ਆਪਣਾ ਬਿਜ਼ਨਸ ਚੱਲਦਾ ਰੱਖੋ। ਤੇ ਆਪਾਂ ਉੱਥੇ ਆ ਲਓ ਜੀ 7 ਲੀਡਰ ਇਸ ਬੰਦੇ ਨੂੰ 2 ਕੇਲੇ ਫੜਾਉਂਦੇ ਹੋਏ, ਆ 6 ਲੀਡਰ ਨਾਲ 16 ਮੇਰੇ ਵਰਗੇ ਉਹਨੂੰ 2 ਕਿਲੋ ਚੌਲ ਭੇਂਟ ਕਰਦੇ ਹੋਏ, ਮੂੰਹ ਦੇ ਉੱਤੇ ਮਾਸਕ ਲਾਏ ਆ, ਉਹ ਵੀ ਲਾ ਲਿਆ ਕਿ ਭਾਈ ਫੋਟੋ ਸਾਡੀ ਕਿੱਦਾਂ ਆਊਗੀ। ਜਾਣੀ ਜਦੋਂ ਤੱਕ ਇਹ ਮਾਨਸਿਕਤਾ ਰਹੂਗੀ ਨਾ ਕਿ ਭਾਈ ਆਪਾਂ ਲੋਕਾਂ ਨੂੰ ਸਹਾਇਤਾ ਨਹੀਂ ਦੇਣੀ, ਉਹਨਾਂ ਨੂੰ ਪੈਰਾਂ ਤੇ ਖੜਾ ਨਹੀਂ ਕਰਨਾ, ਅਸੀਂ ਫੋਟੋ ਖਿਚਾਉਣ ਜੋਗੇ ਬਣਾ ਕੇ ਰੱਖਣੇ ਆ, ਉਨੀ ਦੇਰ ਸੰਧਾਲੀਆ ਸਾਹਿਬ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ। ਇਸ ਕਰਕੇ ਭਾਈ ਜੇ ਤਾਂ ਉਧਰਲੇ ਪਾਸੇ ਨੂੰ ਨਹੀਂ ਜਾਣਾ। ਹੁਣ ਪੰਜਾਬ ਦੇ ਵਿੱਚ ਇੱਕ ਛੋਟੀ ਉਦਾਹਰਨ ਲੈਣੇ, ਸਾਰੀਆਂ ਪਾਰਟੀਆਂ ਕਹਿੰਦੇ ਜੀ ਅਸੀਂ ਤਾਂ ਆਹੂ ਲਾ ਤੇ ਬਹੁਤ ਕੁਛ। ਬਾਦਲ ਸਾਹਿਬ ਦੀ ਸਰਕਾਰ ਸੀ, ਕਹਿੰਦੇ 1000 ਰੁਪਈਆ ਬੇਰੁਜ਼ਗਾਰੀ ਭੱਤਾ ਦੇਣਾ। ਕੈਪਟਨ ਸਾਹਿਬ ਦੀ ਸਰਕਾਰ ਆਈ, ਉਹ ਕਹਿੰਦੇ 2500 ਰੁਪਈਆ ਬੇਰੁਜ਼ਗਾਰੀ ਭੱਤਾ ਦੇਣਾ ਹੈ। ਮਾਨ ਸਾਹਿਬ ਦੀ ਸਰਕਾਰ ਆਈ, ਉਹ ਵੀ ਕਹਿੰਦੇ ਅਸੀਂ ਬੇਰੁਜ਼ਗਾਰੀ ਭੱਤਾ ਦੇਣਾ ਹੈ। ਮਿਲਦਾ ਹੀ ਮਿਲਿਆ ਹੀ ਨਹੀਂ। ਤੇ ਇੱਥੇ ਕੋਈ ਬੰਦਾ ਬੇਰੁਜ਼ਗਾਰ ਹੋਵੇ, ਮੈਂ ਪਹਿਲਾਂ ਦੱਸ ਕੇ ਨਾ ਕਿ ਰੁਪਈਏ ਦਿੰਦੇ ਉਹ ਉਦੋਂ ਤੱਕ ਜਦੋਂ ਤੱਕ ਤੁਹਾਨੂੰ ਕੰਮ ਨਹੀਂ ਮਿਲਦਾ। ਉਹ ਕੰਮ ਥੋੜ੍ਹਾ ਜਿਹਾ ਖਰਾਬ ਹੈ, ਉਧਰਲੇ ਪਾਸੇ ਨੂੰ ਤੁਰਨਾ ਪਊਗਾ। ਤੁਸੀਂ ਲੋਕਾਂ ਨੂੰ ਉਂਗਲ ਫੜ ਕੇ ਤੋਰੋ ਸਹੀ, ਲੋਕ ਮਿਲਖਾ ਸਿੰਘ ਵਾਂਗੂ ਛੋਟੀ ਦੂਰੀ ਦੀ ਦੌੜ ਆਪੇ ਲਾਉਣ ਲੱਗ ਪੈਂਦੇ ਆ। ਨਹੀਂ ਲਾਉਂਦੇ ਆ। ਦੇਖੋ ਕਾਰਨ ਇਹ ਆ ਕਿ ਵੀ ਆਪਾਂ ਨੂੰ ਕੋਈ ਇਤਰਾਜ਼ ਨਹੀਂ, ਕੋਈ ਉਜਰ ਨਹੀਂ, ਆਪਾਂ ਸਿਰਫ ਇਹ ਬੇਨਤੀ ਕਰਦੇ ਹਾਂ ਵੀ 75 ਸਾਲ ਬਹੁਤ ਹੁੰਦੇ ਆ, ਪੌਣੀ ਸਦੀ ਬਹੁਤ ਵੱਡਾ ਸਮਾਂ। ਆਪਾਂ ਆਪਣੇ ਕੋਲ ਦੁਨੀਆ 'ਚ ਉਦਾਹਰਨਾਂ ਨੇ ਵੀ ਆਪਣੇ ਤੋਂ ਬਾਅਦ ਆਜ਼ਾਦ ਹੋਏ ਕਈ ਦੇਸ਼ ਬਹੁਤ ਤਰੱਕੀ ਕਰ ਗਏ। ਆਪਣੇ ਤੋਂ ਬਾਅਦ ਜਿੱਥੇ ਕੋਈ ਬਦਲਾਅ ਆਇਆ, ਚਾਹੇ ਉਹ ਲੋਕਾਂ ਵੱਲੋਂ ਆ ਗਿਆ, ਚਾਹੇ ਉੱਥੋਂ ਦੇ ਪ੍ਰਸ਼ਾਸਕਾਂ ਨੇ ਸੋਚ ਲਿਆ, ਜਦੋਂ ਵੀ ਇੱਕ ਵਾਰ ਉਹਨਾਂ ਦੇ ਦਿਮਾਗ 'ਚ ਆਇਆ ਵੀ ਯਾਰ ਕੁਛ ਬਦਲਣਾ ਹੀ, ਤੇ ਉਹਨਾਂ ਨੇ ਐਸਾ ਬਦਲਿਆ ਵੀ ਦੁਨੀਆ ਮੂੰਹ ਚੁੰਗਲਾਂ ਪਾ ਕੇ ਵੇਖਦੀ ਵੀ ਤੁਹਾਡਾ ਭਲਾ ਹੋ ਜੇ ਯਾਰ, ਇਹ ਇੰਨੀ ਛੇਤੀ ਕਿੱਦਾਂ ਛੂਟ ਵੱਟ ਕੇ ਬੜੇ ਦੇਸ਼ ਨੇ। ਇਹਦਾ ਮਤਲਬ ਇਹ ਹੋ ਗਿਆ ਕਿ ਵੀ ਜਿੱਥੇ ਕਿਤੇ ਨੀਤ ਆ ਗਈ, ਤੇ ਇੱਕ ਤੁਸੀਂ ਗੱਲ ਕਰਦੇ ਹੋਣੇ ਨੀਤੀ ਦੀ, ਬੇਸਿਕਲੀ ਮੈਂ ਅੱਜ ਉਲਟਾ ਗੱਲ ਕਰ ਗਿਆ, ਮੈਂ ਨੀਤੀ ਤੇ ਨੀਤ ਦੋਵੇਂ ਚੀਜ਼ਾਂ, ਨੀਤੀ ਤੇ ਨੀਤ ਜਿੱਥੇ ਦਰੁਸਤ ਹੋ ਗਈਆਂ, ਉੱਥੇ ਮੈਨੂੰ ਲੱਗਦਾ ਹੁੰਦਾ ਵੀ ਲੋਕਾਂ ਨੂੰ ਕਹਿਣ ਦੀ ਲੋੜ ਨਹੀਂ, ਪ੍ਰਚਾਰਨ ਦੀ ਲੋੜ ਨਹੀਂ, ਮਸ਼ਹੂਰੀਆਂ ਦੀ ਲੋੜ ਨਹੀਂ, ਇਸ਼ਤਿਹਾਰਾਂ ਦੀ ਲੋੜ ਨਹੀਂ, ਫਲੈਕਸਾਂ ਦੀ, ਉਸ ਤੋਂ ਬਾਅਦ TV ਐਡਾਂ ਦੀ, ਵੱਡੇ ਵੱਡੇ ਭਾਸ਼ਣਾਂ ਦੀ ਲੋੜ ਨਹੀਂ ਪੈਂਦੀ, ਕਿਉਂਕਿ ਲੋਕਾਂ ਤੱਕ ਉਹ ਮੈਸੇਜ ਆਪਣੇ ਆਪ ਹੀ ਪਹੁੰਚ ਜਾਂਦਾ ਵੀ ਯਾਰ ਆਪਾਂ ਹੁਣ ਇੱਧਰ ਨੂੰ ਤੁਰੇ ਹਾਂ ਤੇ ਆਪਾਂ ਇਹ ਕੰਮ ਕਰਨਾ। ਕਿਉਂਕਿ ਬਹੁਤੇ ਲੋਕ ਤਾਂ ਇਹੀ ਚਾਹੁੰਦੇ ਨੇ, ਕਿਹੜਾ ਬੰਦਾ ਨਹੀਂ ਚਾਹੁੰਦਾ ਵੀ ਯਾਰ ਭ੍ਰਿਸ਼ਟਾਚਾਰ ਮੁੱਕੇ, ਕੌਣ ਨਹੀਂ ਚਾਹੁੰਦਾ ਵੀ ਮਹਿੰਗਾਈ ਹਿਸਾਬ ਦੀ ਹੋਵੇ, ਕੌਣ ਨਹੀਂ ਚਾਹੁੰਦਾ ਵੀ ਯਾਰ ਹਰੇਕ ਨੂੰ ਰੋਜ਼ਗਾਰ ਮਿਲੇ, ਕੌਣ ਨਹੀਂ ਚਾਹੁੰਦਾ ਵੀ ਯਾਰ ਸਾਰੇ ਬੰਦੇ ਸੁਖੀ ਵਸਣ। ਕਹਿਣ ਤੋਂ ਭਾਵ ਇਹ ਆ ਕਿ ਵੀ ਸਾਰੇ ਬੰਦੇ ਚਾਹੁੰਦੇ ਬੜੇ ਵਧੀਆ ਢੰਗ ਨਾਲ ਰਹਿਣਾ। ਮੁਸ਼ਕਿਲ ਸਿਰਫ ਇਹ ਆ ਵੀ ਜਦੋਂ ਉਹ ਸਿਰਫ ਗੱਲੀਂ ਬਾਤੀਂ ਹੁੰਦਾ, ਉਦੋਂ ਲੋਕਾਂ ਨੂੰ ਮਹਿਸੂਸ ਹੋ ਜਾਂਦਾ ਵੀ ਯਾਰ ਇਹ ਕਿਹਾ ਜਾ ਰਿਹਾ, ਅਸਲ ਦੇ ਵਿੱਚ ਸੱਚਾਈ ਕੁਛ ਹੋਰ ਹੋਣੀ ਹੈ। ਤੇ ਜਦੋਂ ਉਹਨੂੰ ਜਾਪਦਾ ਵੀ ਨਹੀਂ ਯਾਰ ਇਹ ਕੀਤਾ ਜਾ ਰਿਹਾ, ਫਿਰ ਲੋਕ ਆਪਣੇ ਆਪ ਹੀ ਉਹਦੇ ਵਿੱਚ ਤੁਰ ਪੈਂਦੇ। ਆਪਾਂ ਹੁਣ ਕਿੰਨੀਆਂ ਉਦਾਹਰਨਾਂ ਦੇਖਦੇ ਹਾਂ, ਮੇਰੇ ਖਿਆਲ ਨਾਲ ਲਗਭਗ ਰੋਜ਼ ਹੀ ਆਪਾਂ ਨੂੰ ਕੋਈ ਨਾ ਕੋਈ ਫੋਟੋ, ਤਸਵੀਰ, ਖਬਰ ਮਿਲ ਜਾਂਦੀ ਆ ਵੀ ਲੋਕ ਆਪ ਹੁਣ ਜੀ ਰੁੱਖ ਲਾਉਣ ਲੱਗ ਗਏ, ਜੰਗਲ ਲਾਉਣ ਲੱਗ ਪਏ ਛੋਟੇ ਛੋਟੇ, ਹੈ ਨਾ, ਵੀ ਜਿੱਥੇ ਉਹਨਾਂ ਨੂੰ ਕਿਤੇ ਕੋਈ ਸਾਂਝੀ ਜ਼ਮੀਨ ਮਿਲਦੀ। ਹੁਣ ਉਹ ਜੰਗਲ, ਉਹ ਰੁੱਖ ਜਾਂ ਉਹ ਜ਼ਮੀਨ ਪੱਧਰੀ ਕਰਕੇ ਉਹਨੂੰ ਵਾਹੁਣਾ, ਉੱਥੇ ਰੁੱਖ ਲਾਉਣੇ ਜਾਂ ਉਹਨੂੰ ਸੰਭਾਲਣਾ, ਉਹ ਕਿਸੇ ਸਰਕਾਰੀ ਸਕੀਮ 'ਚ ਤਾਂ ਨਹੀਂ ਆਉਂਦਾ, ਤੇ ਨਾ ਕਿਸੇ ਨੇ ਕਿਹਾ ਹੀ ਵੀ ਆਪਣਾ ਇਹ ਪ੍ਰੋਗਰਾਮ, ਲੋਕ ਹੀ ਕਰ ਰਹੇ ਨੇ। ਇਹਦਾ ਮਤਲਬ ਇਹ ਹੋ ਗਿਆ ਵੀ ਜਿਹੜਾ ਇਹ ਕੰਮ ਹੈ ਵੀ 75 ਸਾਲ ਬਾਅਦ ਕਮੀਆਂ ਕਮਜ਼ੋਰੀਆਂ ਜਿਨ੍ਹਾਂ ਨੇ ਦੂਰ ਕਰਨੀਆਂ, ਮੈਨੂੰ ਲੱਗਦਾ ਵੀ ਜੇ ਉਹ ਕਰ ਦਿੱਤੀਆਂ ਜਾਂਦੀਆਂ ਤਾਂ ਬਹੁਤ ਵਧੀਆ ਸੀ, ਨਹੀਂ ਹੋਈਆਂ ਤੇ ਇਮਾਨਦਾਰੀ ਨਾਲ ਸ਼ੁਰੂ ਕਰ ਲਈ, ਹੋ ਜਾਣੇ 5 ਸਾਲਾਂ 'ਚ ਹੋ ਜਾਣਗੀਆਂ। ਫਰਕ ਤੇ ਪਊਗਾ ਹੀ, 100% ਫਰਕ ਪਊਗਾ। ਤੁਸੀਂ ਇਹ ਦੇਖੋ, ਦੇਸ਼ ਦੇ ਨਾਲ ਕਿਹਨੂੰ ਨਹੀਂ ਪਿਆਰ। ਲੋਕ ਜਿਹੜੇ ਸਧਾਰਨ ਲੋਕ ਆ ਨਾ ਭਾਰਤ ਦੇ, ਸਾਰੇ ਲੋਕ ਦੇਸ਼ ਨੂੰ ਪਿਆਰ ਕਰਦੇ ਆ। ਆਮ ਬੰਦਾ, ਤੁਸੀਂ ਕਦੇ ਸੁਣਿਆ ਹੋਊਗਾ ਕਿ ਪਿੰਡ ਦੇ ਵਿੱਚ ਆਮ ਬੰਦੇ ਨੇ ਉੱਦਾਂ ਹੀ ਇੱਕ ਦੂਜੇ ਦਾ ਸਿਰ ਪਾੜਤਾ? ਕਦੇ ਵੀ ਨਹੀਂ। ਹਿੰਦੂ, ਮੁਸਲਿਮ, ਸਿੱਖ, ਈਸਾਈ, ਬੋਧੀ, ਜੈਨੀ, ਸਾਰੇ ਬੰਦੇ ਆਸਤਿਕ ਨਾਸਤਿਕ ਇਕੱਠੇ ਹੋ ਕੇ ਰਹਿੰਦੇ ਆ। ਪਰ ਦੂਸਰੇ ਪਾਸੇ ਕਿੱਡੀ ਵੱਡੀ ਗੱਲ ਹੈ ਕਿ ਬਹੁਤ ਵਾਰੀ
ਲੀਡਰ ਇੱਕ ਦੂਜੇ ਦੋਸ਼ ਲਾਉਂਦੇ ਹੁੰਦੇ ਧਰਮ ਦੇ ਆਧਾਰ ਤੇ ਜਾਤੀ ਦੇ ਆਧਾਰ ਦੇ ਉੱਤੇ ਭੜਕਾ ਕੇ ਵੋਟਾਂ ਲੈਣਾ ਚਾਹੁੰਦੇ ਆ, ਵੰਡੀਆਂ ਪਾ ਰਹੇ, ਆਮ ਹੀ ਹੁੰਦਾ। ਕਮਜ਼ੋਰੀ ਹੈ ਕਿਤੇ ਨਾ ਕਿਤੇ। ਤੁਸੀਂ ਆਪ ਦਰੁਸਤ ਹੋਵੋ, ਦੇਸ਼ ਦੇ ਲੋਕ ਦਰੁਸਤ ਹੀ ਨਹੀਂ, ਉਹਨਾਂ ਨੂੰ ਤੁਸੀਂ ਇੱਕ ਅੱਗੇ ਪਿੱਛੇ ਨਾ ਕਰੋ। ਭਾਰਤ ਦੀ ਸਭ ਤੋਂ ਵੱਡੀ ਅਦਾਲਤ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜੇ ਕਿਸੇ ਨੂੰ ਐਂ ਲੱਗੇ ਨਾ ਤੁਸੀਂ ਦੇਸ਼ ਦੇ ਤਿਰੰਗੇ ਝੰਡੇ ਦੀ ਯਾਤਰਾ ਕਰਦੇ ਹੋ, 100% ਕਰੋ, ਤੁਹਾਡਾ ਹੱਕ ਬਣਦਾ, ਤੁਹਾਡਾ ਰਾਈਟ ਬਣਦਾ। ਪਰ ਲੋਕਾਂ ਦੇ ਸਾਹਮਣੇ ਐਗਜ਼ਾਮਪਲ ਵੀ ਤਾਂ ਪੇਸ਼ ਕਰਨੀ ਪਊਗੀ ਨਾ। ਦੇਸ਼ ਦੇ ਲਈ ਕੁਰਬਾਨੀਆਂ ਦਿੱਤੀਆਂ ਬਹੁਤ ਸਾਰੇ ਲੋਕਾਂ ਨੇ, ਫਾਂਸੀ ਤੇ ਚੜੇ, ਕਾਲੇ ਪਾਣੀ ਗਏ। ਸਾਡੇ ਮੈਂ ਕਹਿੰਦਾ ਕਿ 500 ਤੇ 43 ਮੈਂਬਰ ਪਾਰਲੀਮੈਂਟ ਨੇ ਲੋਕਾਂ ਦੇ ਚੁਣਿਓ, ਜਿਹੜੇ ਲੋਕ ਸਭਾ ਦੇ, 250 ਬੰਦਾ 245 ਬੰਦੇ ਰਾਜ ਸਭਾ ਦੇ ਨੇ, ਫਿਰ ਵਿਧਾਨ ਸਭਾਵਾਂ ਦੇ ਜਿੰਨਿਆਂ ਨੇ ਰਾਸ਼ਟਰਪਤੀ ਦੀ ਚੋਣ 'ਚ ਵੋਟਾਂ ਪਾਈਆਂ। ਅੱਜ ਸਰਵੇ ਕਰਾ ਲਓ, ਅੱਜ ਉਹਨਾਂ ਕੋਲ ਪੈਸੇ ਵੀ ਨੇ, ਸਾਰਾ ਕੁਝ। ਉਹਨਾਂ ਦੇ ਵਿੱਚੋਂ ਕਿੰਨੇ ਅੰਡੇਮਾਨ ਨਿਕੋਬਾਰ ਗਏ ਨੇ? ਅੰਡੇਮਾਨ ਨਿਕੋਬਾਰ ਇਸ ਕਰਕੇ ਨਹੀਂ ਕਿ ਉਹ ਦੇਖਣ ਨੂੰ ਬਹੁਤ ਸੋਹਣਾ, ਕਿਉਂਕਿ ਉੱਥੇ ਕਾਲੇ ਪਾਣੀ ਉਹਨੂੰ ਕਿਹਾ ਜਾਂਦਾ ਸੀ। ਉੱਥੇ ਸੈਲੂਲਰ ਜੇਲ੍ਹ ਹੈ ਜਿੱਥੇ ਇਸ ਦੇਸ਼ ਦਾ 15 ਅਗਸਤ ਲਿਆਉਣ ਵਾਸਤੇ ਬਹੁਤ ਸਾਰੇ ਲੋਕਾਂ ਨੇ 10-10 20-20 ਸਾਲ ਗਾਲੇ, ਉੱਥੇ ਮੌਤ ਹੋ ਗਈ, ਉੱਥੇ ਸ਼ਹਾਦਤਾਂ ਦੇ ਦਿੱਤੀਆਂ। ਅੱਜ ਜਿਹੜੇ ਬੰਦਿਆਂ ਦੇ ਉੱਤੇ ਲੀਡਰਾਂ ਸਾਡਿਆਂ ਤੇ ਦੋਸ਼ ਲੱਗਦੇ ਨਾ ਕਿ ਪ੍ਰਾਪਰਟੀ ਕਿੰਨੀ ਬਣਾ ਲਈ, ਆਮਦਨ ਜਿਹੜੀ ਹੈ ਵਸੀਲਿਆਂ ਤੋਂ ਵੱਧ ਕਿੱਥੋਂ ਇਕੱਠੀ ਕਰ ਲਈ ਤੁਸੀਂ ਭਾਈ, ਸਾਧਨ ਕਿੱਥੋਂ ਆ ਗਿਆ ਤੁਹਾਡੇ ਕੋਲ? ਤੇ ਉੱਥੇ ਉਹ ਲੋਕ ਸੀ ਜਿਹੜੇ ਕਹਿੰਦੇ ਸੀ ਨਹੀਂ ਭਾਈ ਦੇਸ਼ ਗੁਲਾਮ ਹੈ, ਅਸੀਂ ਆਜ਼ਾਦ ਕਰਾਉਣਾ, ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰ ਲਈਆਂ ਸੀ। ਤੇ ਅੱਜ ਉਹਨਾਂ ਦੇ ਪਰਿਵਾਰ ਕਹਿਣ ਵਾਲੇ ਯਾਰ ਸਾਨੂੰ ਪਹਿਚਾਣ ਪੱਤਰ ਨਹੀਂ ਦਿੱਤਾ, ਸਾਡਾ ਪਾਪਾ, ਸਾਡਾ ਬਾਬਾ, ਸਾਡਾ ਦਾਦਾ, ਸਾਡਾ ਨਾਨਾ, ਉਹ ਤਾਂ ਆਜ਼ਾਦੀ ਘੁਲਾਟੀਆ ਸੀ। ਉਹ ਆਜ਼ਾਦੀ ਘੁਲਾਟੀਆਂ ਦਾ ਪਰਿਵਾਰ ਧੱਕੇ ਖਾਂਦਾ ਫਿਰਦਾ, ਤੁਸੀਂ ਗੱਡੀਆਂ ਝੂਟਦੇ ਹੋ। ਹੁਣ ਤੁਸੀਂ ਦੇਖੋ ਡਿਊਟੀ ਕਿਹਦੀ ਬਣਦੀ ਸੀ? ਲੀਡਰਸ਼ਿਪ ਦੀ। ਤਾਂ ਲੀਡਰਸ਼ਿਪ ਦੇ ਨਾਲ ਸੰਬੰਧਿਤ ਇੱਕ ਕੇਸ ਸੁਪਰੀਮ ਕੋਰਟ 'ਚ ਹੈ ਕਿ ਭਾਈ ਆ ਤੁਸੀਂ ਜਿਹੜਾ ਸਾਰਾ ਕੁਝ ਮੁਫਤ ਦੇਣ ਦੀ ਗੱਲ ਕਰਦੇ ਹੋ, ਕੀ ਜਾਇਜ਼ ਹੈ? ਕਰਜ਼ਾ ਚੜੀ ਜਾਂਦਾ ਹੈ, ਟੈਕਸ ਤੁਸੀਂ ਲਾਉਣਾ ਨਹੀਂ, ਆਮਦਨ ਪ੍ਰਾਪਤੀ ਦੇ ਨਵੇਂ ਸਾਧਨ ਤੁਸੀਂ ਪੈਦਾ ਨਹੀਂ ਕਰਨੇ, ਆ ਮੁਫਤ ਵੰਡਣ ਦੀਆਂ ਸਕੀਮਾਂ ਦਾ ਲਾਰਾ ਲਾ ਕੇ ਆ ਤੁਸੀਂ ਵੋਟਾਂ ਲੈਣ ਦਾ ਕੀ ਕੰਮ ਸ਼ੁਰੂ ਕਰ ਲਿਆ? ਕੀ ਇਹ ਜਾਇਜ਼ ਹੈ? ਪੰਜਾਬ ਦੇ ਵਿੱਚ ਵੀ ਦੇਖੀਏ, ਸਾਰੇ ਸੂਬੇ ਦੇਖ ਲਓ, ਨਹੀਂ ਜੀ ਅਸੀਂ ਦਾਣੇ ਆ ਸਾਰਿਆਂ ਨੂੰ ਦੇਣੇ ਆ, ਸਬਸਿਡੀ ਆਈ ਸਾਰਿਆਂ ਨੂੰ ਦੇਣੀ। ਯਾਰ 100 ਏਕੜ ਵਾਲੇ ਕਿਸਾਨ ਨੂੰ ਸਬਸਿਡੀ ਦੀ ਕੀ ਲੋੜ ਹੈ? ਜਿਹੜੇ ਬੰਦੇ ਦਾ ਕੋਈ ਪਰਿਵਾਰ ਦਾ ਇੱਕ ਮੈਂਬਰ ਸਰਕਾਰੀ ਨੌਕਰੀ ਕਰਦਾ ਵਿਦੇਸ਼ ਗਿਆ, ਉਹਨਾਂ ਨੂੰ ਕਿਸੇ ਸਰਕਾਰੀ ਸਹਾਇਤਾ ਦੀ ਕੀ ਲੋੜ ਹੈ? ਨਹੀਂ। ਪਰ ਵੋਟਾਂ ਆ, ਆਪਾਂ ਜੇ ਤਰਕ ਸੰਗਤ ਤਰੀਕੇ ਦੇ ਨਾਲ ਸਬਸਿਡੀਆਂ ਨਹੀਂ ਦੇਣੀਆਂ, ਵੋਟਾਂ ਲੈਣ ਦੇ ਹਿਸਾਬ ਦੇ ਨਾਲ ਦੇਣੀਆਂ, ਫਿਰ ਠੀਕ ਆ, ਪੱਠਾ ਬਿਠਾ ਦਿਓ ਦੇਸ਼ ਦਾ। ਤੇ ਇਹ ਦੇਸ਼ ਉਹਨਾਂ ਸ਼ਹੀਦਾਂ ਦੀਆਂ ਸ਼ਹਾਦਤਾਂ ਦੀ ਨੀਂਦ ਉੱਤੇ ਖੜਾ, ਇੱਕ ਗੱਲ ਦਾ ਚੇਤਾ ਰੱਖ ਲਿਆ ਕਰੋ। ਨਹੀਂ ਬਸ ਫਰਕ ਤਾਂ ਇੰਨਾ ਕੀ ਹੈ ਨਾ। ਦੇਖੋ ਗੱਲ ਇਹ ਆ ਕਿ ਵੀ ਅਸੀਂ ਆਪਾਂ ਨੂੰ ਹੋ ਸਕਦਾ ਵੀ ਕਹਿਣ ਵੀ ਯਾਰ ਹੁਣ ਤਾਂ ਟਾਈਮ ਲੰਘ ਗਿਆ, ਤੁਸੀਂ ਫਿਰ ਉਹ ਗੱਲਾਂ ਕਰ, ਮੁਸ਼ਕਿਲ ਆਹੀ ਹੈ ਜਦੋਂ ਟਾਈਮ ਲੰਘ ਜਾਂਦਾ ਫਿਰ ਆਪਾਂ ਭੁੱਲ ਜਾਂਦੇ ਹਾਂ। ਆਪਾਂ ਫਿਰ ਵਾਲਾ ਗੁਰੂ ਕੋਈ ਚਟਕਾਰੇਦਾਰ ਜੇ ਗੱਲ, ਕੋਈ ਕਿਹਨੇ ਕਿਹਨੂੰ ਕੀ ਕਿਹਾ ਤੇ ਕਿਹਨੇ ਕਿਹਨੂੰ ਕੀ ਨਹੀਂ ਕਿਹਾ ਜੀ। ਇੱਥੇ ਆਪਾਂ ਇੱਕ ਬੇਨਤੀ ਕਰੀਏ ਵੀ ਲੀਡਰ ਬੜੀ ਚੰਗੀ ਤਰ੍ਹਾਂ ਜਾਣਦੇ ਆ ਵੀ ਲੋਕਾਂ ਨੂੰ ਇਹਨਾਂ ਗੱਲਾਂ 'ਚ ਸਵਾਦ ਆਉਂਦਾ, ਇਸ ਕਰਕੇ ਉਹਨਾਂ ਨੂੰ ਪਤਾ ਹੁੰਦਾ ਵੀ ਇਹਦੇ ਨਾਲ ਦੋ ਮਸਲੇ ਹੱਲ ਹੁੰਦੇ ਆ। ਇੱਕ ਤੇ ਆਪਣਾ ਜਿਹੜਾ ਮੀਡੀਆ, ਆਪਾਂ ਹੋ ਗਏ ਜਾਂ ਹੋਰ ਮੀਡੀਆ ਹਾਊਸਿਸ ਹੋ ਗਏ ਜਾਂ ਅਖਬਾਰਾਂ ਹੋ ਗਈਆਂ, ਉਹਨਾਂ ਨੂੰ ਖਬਰ ਲੱਭ ਗਈ। ਦੂਸਰੀ ਉਹਨਾਂ ਦੀ ਇੱਕ ਚਰਚਾ ਹੋ ਗਈ ਤੇ ਲੋਕਾਂ ਨੂੰ ਪਤਾ ਲੱਗਾ ਵੀ ਯਾਰ ਆ ਵੀ ਕੋਈ ਲੀਡਰ ਹੈਗਾ ਜੀ। ਹਾਂ ਉਹਦੇ ਬਿਆਨ 'ਚੋਂ ਕੁਛ ਨਿਕਲੇ, ਕੋਈ ਨਾ ਨਿਕਲੇ, ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਪਰ ਇਹਨਾਂ ਚੀਜ਼ਾਂ ਨਾਲ, ਇਹਨਾਂ ਖਬਰਾਂ ਨਾਲ, ਇਹਨਾਂ ਚਟਕਾਰਿਆਂ ਨਾਲ ਜੇ ਤੇ ਆਪਣਾ ਢਿੱਡ ਭਰਦਾ ਜਾਂ 75 ਸਾਲ ਬਾਅਦ ਆਪਾਂ ਉੱਥੇ ਪਹੁੰਚ ਗਏ ਜਿੱਥੇ ਆਪਾਂ ਚਾਹੁੰਦੇ ਸੀ ਵੀ ਆਪਾਂ ਪਹੁੰਚੀਏ, ਫਿਰ ਤੇ ਠੀਕ ਹੈ ਆਪਾਂ ਬਹਿ ਕੇ ਗੱਲਾਂ ਕਰੀਏ। ਤੇ ਜਦੋਂ ਆਪਾਂ ਨੂੰ ਜਾਪਦਾ ਵੀ ਆਪਣੇ ਬਾਕੀ ਮਸਲੇ ਨਹੀਂ ਹੱਲ ਹੋਏ ਤੇ ਫਿਰ ਆਪਾਂ ਨੂੰ ਕੀ ਲੋੜ ਪਈ ਇਹੋ ਜਿਹੀਆਂ ਸਵਾਦਾਂ 'ਚ ਪੈਣ ਦੀ। ਮੈਨੂੰ ਤਾਂ ਲੱਗਦਾ ਹੁੰਦਾ ਵੀ ਜਿੰਨੀਆਂ ਵੀ ਬਿਆਨ ਇਹੋ ਜਿਹੇ ਆਉਣ ਨਾ ਵੀ ਆਪਾਂ ਆਹ ਕਰ ਦਾਂਗੇ, ਆਪਾਂ ਉਹ ਕਰ ਦਾਂਗੇ, ਫਲਾਣੇ ਦਾ ਫਲਾਣਾ ਪੇਚਾ ਪੈ ਗਏ, ਲੋਕਾਂ ਨੇ ਵੀ ਠੀਕ ਹੈ ਤੁਸੀਂ ਇਹ ਕਰ ਦਿਓ, ਜਿਹੜਾ ਵਾਅਦਾ ਤੁਸੀਂ ਕਰਕੇ ਆਏ ਸੀ ਉਹਦਾ ਕੀ ਬਣਿਆ? ਅਸੀਂ ਇੱਥੇ ਖੜ੍ਹੇ ਹਾਂ, ਸਾਡੀਆਂ ਮੁਸ਼ਕਿਲਾਂ ਨੇ, ਆਹ ਤੰਗੀਆਂ ਨੇ, ਇਹਨਾਂ ਦਾ ਕੀ ਹੱਲ ਕਰਨਾ? ਤੇ ਇੱਕ ਜਿਹੜੀ ਮੈਂ ਅੱਗੇ ਗੱਲ ਕਰਦਾ ਸੀਗਾ, ਉਸ ਚੀਜ਼ ਦੀ ਡਿਮਾਂਡ ਜ਼ਰੂਰ ਉੱਠਣੀ ਚਾਹੀਦੀ ਹੈ ਵੀ ਵੀਰ ਮੇਰੇ ਇੱਕ ਵਾਰਾਂ ਵੋਟਾਂ ਪਾਤੀਆਂ ਤੇ ਇਹ ਨਹੀਂ ਵੀ 5 ਸਾਲ ਬਾਅਦ ਨਜ਼ਾਰੇ ਵੀ 5 ਸਾਲ ਬਾਅਦ ਮਿਲਾਂਗੇ ਵੀ ਇੱਕ ਵਾਰਾਂ ਬਸ ਉਹ ਡੋਰ ਛੱਡਤੀ ਹੈ ਤੇ ਪਤੰਗ ਉੜ ਗਈ ਨਾ। ਉਹਦੀ ਡੋਰ ਲੋਕਾਂ ਦੇ ਕੋਲ ਚਾਹੀਦੀ ਹੈ, ਭਾਵੇਂ 6 ਮਹੀਨੇ ਭਾਵੇਂ ਸਾਲ ਬਾਅਦ ਲੋਕਾਂ ਕੋਲ ਅਖਤਿਆਰ ਤੇ ਹੋਏ ਵੀ ਅਸੀਂ ਆਪਣੇ ਲੀਡਰ ਨੂੰ ਵਾਪਸ ਬੁਲਾ ਸਕਦੇ ਹਾਂ ਜਾਂ ਉਹਨੂੰ ਪੁੱਛ ਸਕਦੇ ਹਾਂ ਵੀ ਭਾ ਕਿੱਧਰ, ਵੀ ਜਿਹੜੀਆਂ ਗੱਲਾਂ ਸਾਡੇ ਨਾਲ ਕੀਤੀਆਂ ਸੀ ਉਹਨਾਂ ਦਾ ਕੀ ਬਣਿਆ। ਉਹਦੇ ਨਾਲ ਵੀ ਮੈਨੂੰ ਲੱਗਦਾ ਵੀ ਫਰਕ ਪਊਗਾ। ਕਿਉਂਕਿ ਹੁਣ ਦੇਖੋ ਨਾ 5 ਸਾਲਾ ਯੋਜਨਾ, 5 ਸਾਲਾ ਨੀਤੀ, ਇਹ ਸ਼ਬਦ ਜੇ ਆਪਾਂ ਸੁਣਦੇ ਹੁੰਦੇ, ਆਪਾਂ ਕਹਿਣ ਨੂੰ 5 ਸਾਲ ਕਹਿੰਦੇ ਵੀ 5 ਸਾਲਾ ਯੋਜਨਾ, 5 ਸਾਲਾਂ 'ਚ ਕਿਹਨੂੰ ਚੇਤੇ ਰਹਿੰਦਾ ਵੀ ਯਾਰ ਤੁਸੀਂ ਕੀ ਕੀਤਾ ਕੀ ਨਹੀਂ ਕੀਤਾ। 4.5 ਸਾਲ ਵਾਲੇ ਬੰਦੇ ਕੱਢ ਕੇ ਮਗਰਲੇ 6 ਮਹੀਨਿਆਂ 'ਚ ਮੁੜ ਕੇ ਪੋਸਟਰ ਲਾ ਦਿੰਦੇ ਆ, ਕਹਾਣੀ ਖਤਮ ਹੋ ਜਾਂਦੀ ਹੈ। ਪਰ ਤੁਸੀਂ ਇਹ ਦੇਖੋ ਵੀ 5-5 ਸਾਲ ਕਰਕੇ 75 ਸਾਲ ਲੰਘ ਗਏ ਆ। ਸੰਧਾਲੀਆ ਸਾਹਿਬ ਇਹ ਗੱਲ ਤੁਹਾਡੀ ਠੀਕ ਹੈ, 5-5 ਸਾਲ ਕਦੇ ਉਦਯੋਗਿਕ ਨੀਤੀ ਤੇ ਜ਼ੋਰ, ਕਦੇ ਖੇਤੀ ਤੇ, ਕਦੇ ਸਾਂਝਾ ਉਦਯੋਗ ਤੇ ਖੇਤੀ ਦਾ ਕੰਮ ਅੱਗੇ ਲੈ ਕੇ ਜਾਣਾ, ਕਿੰਨਾ ਗਿਆ ਕਿੰਨਾ ਕੁ ਨਹੀਂ ਗਿਆ, ਲੋਕ ਤੇ ਲੀਡਰ ਦੋਨੇ ਹੀ ਜਾਣਦੇ ਆ। ਤੁਸੀਂ ਦੇਖੋ ਸੰਧਾਲੀਆ ਸਾਹਿਬ, ਜੇ ਕਿਸੇ ਬੰਦੇ ਨੂੰ ਇਸ ਗੱਲ ਦਾ ਭੁਲੇਖਾ, ਬਹੁਤ ਸਾਰੀਆਂ ਕਮਜ਼ੋਰੀਆਂ ਨੇ, ਸਾਰੀ ਦੁਨੀਆ 'ਚ ਹੀ ਨੇ। ਮਸਲਾ ਇਹ ਨਹੀਂ ਕਿ
ਮੰਨ ਲਓ ਮੇਰੀ ਬਾਂਹ ਦੇ ਉੱਤੇ ਕੁਝ ਹੋ ਗਿਆ, ਮੈਂ ਵੱਢ ਕੇ ਨਹੀਂ ਸਿੱਟਦਾ, ਡਾਕਟਰ ਕੋਲ ਜਾਈਦਾ, ਦਵਾਈ ਲਿਆਈ ਦੀ, ਉਹ ਡਾਕਟਰ ਕਹਿੰਦਾ ਜਿਹਨੂੰ ਬੰਨ੍ਹ ਕੇ ਰੱਖਣਾ, ਇੱਥੇ ਡੋਰੀ ਹੀ ਪਾ ਕੇ ਰੱਖਣੀ ਆ, 6 ਮਹੀਨੇ ਪਾ ਕੇ ਰੱਖਦੇ, ਪਲਾਸਟਰ ਲਵਾਉਣਾ ਪੈਣਾ, ਆਪਾਂ ਲਵਾ ਕੇ ਰੱਖਦੇ, ਉਹਨੂੰ ਦਰੁਸਤ ਕਰਦੇ ਆ। ਦੇਸ਼ ਹੈ, ਉਹਦੇ ਨਾਲ ਪਿਆਰ ਕਰਨਾ ਚਾਹੀਦਾ, ਉਹਦੀਆਂ ਕਮਜ਼ੋਰੀਆਂ ਦੂਰ ਕਰਨੀਆਂ ਚਾਹੀਦੀਆਂ। ਹੁਣ ਤੁਸੀਂ ਦੇਖੋ ਇੱਕ ਛੋਟੀ ਜੀ ਗੱਲ ਕਿ 2007 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀਗੇ। ਹੁਣ ਵੋਟਾਂ ਪਈਆਂ ਕਿਉਂਕਿ ਲੋਕਾਂ ਨੂੰ 1947 ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਮਿਲਿਆ। ਜੇ ਆਪਾਂ ਕਹੀਏ ਨਹੀਂ ਜੀ ਉਹ ਮੁੜ ਘੜ ਕੇ ਉਹੀ ਆਈ ਜਾਂਦੇ, ਉਹ ਤਾਂ ਅਸੀਂ ਲਿਆਉਣੇ ਆ ਨਾ, ਅਸੀਂ ਇਹਨੂੰ ਮਰਜ਼ੀ ਲਾਈਏ। 2007 ਦੇ ਵਿੱਚ ਬਾਦਲ ਸਾਹਿਬ ਮੁੱਖ ਮੰਤਰੀ ਬਣ ਗਏ, ਕੈਪਟਨ ਸਾਹਿਬ ਲੱਭੇ ਹੀ ਨਹੀਂ, 10 ਸਾਲ ਨਹੀਂ ਲੱਭੇ ਮੁੜ ਕੇ, ਕਿਉਂਕਿ ਇਹ ਲੋਕਾਂ ਦੀ ਸੋਚ ਸੀ ਕਿ ਭਾਈ ਅਸੀਂ ਅਕਾਲੀ ਦਲ ਭਾਜਪਾ ਨੂੰ ਵੋਟਾਂ ਪਾਉਣੀਆਂ, ਸਰਕਾਰ ਬਣਾਈ। ਫਿਰ ਲੋਕਾਂ ਨੂੰ 2017 'ਚ ਲੱਗਾ ਨਹੀਂ ਯਾਰ ਨਹੀਂ ਜੋ ਕਹਿੰਦੇ ਉਹ ਕੀਤਾ ਨਹੀਂ, ਅਗਲਿਆਂ ਨੇ ਸਰਕਾਰ ਪਲਟਾਤੀ, ਕੈਪਟਨ ਸਾਹਿਬ ਮੁੱਖ ਮੰਤਰੀ ਬਣਾਤੇ 17 'ਚ, ਕਿਉਂਕਿ ਸ਼ਹਾਦਤਾਂ ਦਿੱਤੀਆਂ ਸੀ, ਆਜ਼ਾਦੀ ਦੀ ਲੜਾਈ ਲੜੀ ਸੀ ਤੇ ਆਜ਼ਾਦੀ ਮਿਲੀ ਤੇ ਵੋਟ ਪਾਉਣ ਦਾ ਹੱਕ ਮਿਲਿਆ। ਨਹੀਂ ਤਾਂ 1857 ਦੇ ਵਿੱਚ ਅਸੀਂ ਨਾ ਪਹਿਲੀ ਮੂਵਮੈਂਟ ਜਿਹੜੀ ਲੜਾਈ ਸਫਲ ਨਹੀਂ ਸੀ ਹੋ ਸਕੀ, ਪਰ ਨੀਂਹ ਰੱਖ ਦਿੱਤੀ ਸੀ, ਉਹ ਫੌਜੀ ਬੈਰਕਾਂ 'ਚ ਜਾ ਕੇ ਬਗਾਵਤ ਕਰਾਉਣੀ ਸੀ ਤੇ ਪਹਿਲਾਂ ਹੀ ਕੰਮ ਸ਼ੁਰੂ ਹੋ ਗਿਆ ਸੀ। 1857 ਤੋਂ 1947 ਤੱਕ ਦੇ 90 ਸਾਲ ਨੇ। ਉਹਨਾਂ 90 ਸਾਲਾਂ ਦੇ ਵਿੱਚ ਅੰਗਰੇਜ਼ਾਂ ਦੀ ਹਕੂਮਤ ਨੂੰ ਕਿੰਨੀ ਵਾਰੀ ਵੋਟਾਂ ਪਾ ਕੇ ਪਲਟਿਆ ਕਿਤੇ, ਕਿਉਂਕਿ ਚਾਂਸ ਹੀ ਨਹੀਂ ਸੀ, ਕਿਉਂਕਿ ਮੌਕਾ ਹੀ ਨਹੀਂ ਸੀ। ਹੁਣ ਮੌਕਾ ਮਿਲਦਾ ਹੈ। 7 ਦੇ ਵਿੱਚ ਕੈਪਟਨ ਸਾਹਿਬ ਦਾ ਤਖਤ ਉਲਟਾਇਆ ਲੋਕਾਂ ਨੇ ਕਿਉਂਕਿ ਚਾਂਸ ਮਿਲਿਆ, 17 ਦੇ ਵਿੱਚ ਬਾਦਲ ਸਾਹਿਬ ਦਾ ਤਖਤ ਉਲਟਾਇਆ, 22 ਦੇ ਵਿੱਚ ਫੇਰ ਕੈਪਟਨ ਸਾਹਿਬ ਦਾ ਤਖਤ ਉਲਟਾਤਾ ਤੇ ਬਾਦਲ ਸਾਹਿਬ ਨੇ ਲਿਆਂਦੇ, ਆਮ ਆਦਮੀ ਪਾਰਟੀ ਲਿਆਂਦੀ, 27 'ਚ ਫੇਰ ਮੌਕਾ ਮਿਲਣਾ ਹੈ। ਇੱਦਾਂ ਹੀ 2004 'ਚ ਵਾਜਪਾਈ ਸਾਹਿਬ ਪ੍ਰਧਾਨ ਮੰਤਰੀ ਸੀ, ਲੋਕਾਂ ਨਹੀਂ ਚੰਗੇ ਲੱਗੇ, ਸ਼ਾਈਨਿੰਗ ਇੰਡੀਆ ਉਹਨਾਂ ਨੂੰ ਨਹੀਂ ਪਾਇਆ, ਅਗਲਿਆਂ ਨੇ ਡਾਕਟਰ ਮਨਮੋਹਨ ਸਿੰਘ ਲੈ ਆਂਦੇ, 10 ਸਾਲ ਰਹੇ। 14 'ਚ ਲੱਗਾ ਨਹੀਂ ਯਾਰ ਨਹੀਂ ਠੀਕ ਨਹੀਂ ਕੰਮ ਕੀਤਾ, ਡਾਕਟਰ ਸਾਹਿਬ ਤੁਹਾਡੇ ਨਾਲ ਦੇ ਬੰਦੇ ਦੇਖ ਲਓ ਕਿੱਦਾਂ ਦੇ ਆ, ਮੋਦੀ ਸਾਹਿਬ ਨੂੰ ਵੋਟਾਂ ਪਾਤੀਆਂ। ਹੁਣ 24 'ਚ ਫੇਰ ਵੋਟਾਂ ਆ। ਜੇ ਲੋਕਾਂ ਦਾ ਜੀ ਕਰੂਗਾ ਮੋਦੀ ਸਾਹਿਬ ਨੂੰ ਵਾਪਸ ਲੈਣਗੇ, ਲੋਕਾਂ ਦਾ ਨਹੀਂ ਜੀ ਕਰੂਗਾ ਕਿਸੇ ਹੋਰ ਨੂੰ ਬਣਾ ਦੇਣਗੇ। ਨਹੀਂ ਇਹ ਗੱਲ ਠੀਕ ਹੈ, ਨਹੀਂ ਚਾਂਸ ਤਾਂ ਮਿਲਦਾ ਨਾ। ਜੇ ਆਪਾਂ ਕਹੀਏ ਕਿ ਕੱਖ ਨਹੀਂ ਜੀ ਉਹੀ ਹਾਲਾਤ ਨੇ ਨਾ, ਹਾਂ ਅਸੀਂ ਨੁਮਾਇੰਦਾ ਚੁਣਦੇ ਸਮੇਂ ਇੱਥੇ ਕੀ ਰੱਖਦੇ ਹਾਂ, ਅਸੀਂ ਧਰਮ ਰੱਖਦੇ ਹਾਂ, ਅਸੀਂ ਜਾਤ ਰੱਖਦੇ ਹਾਂ, ਅਸੀਂ ਡਿਵੈਲਪਮੈਂਟ ਰੱਖਦੇ ਹਾਂ, ਅਸੀਂ ਆਪਣਾ ਨੇੜਲਾ ਬੰਦਾ ਰੱਖਦੇ ਹਾਂ, ਅਸੀਂ ਆਪਣੇ ਕੰਮ ਕਰਾਉਣ ਨੂੰ ਕਿ ਜਿਹਨਾਂ ਮੇਰਾ ਨੇੜ ਹੈ ਮੈਂ ਉਹਨੂੰ ਵੋਟਾਂ ਪਾਉਣੀਆਂ, ਜਾਂ ਚੱਜ ਦਾ ਬੰਦਾ ਜਿਹੜਾ ਦੇਸ਼ ਸੂਬੇ ਨੂੰ ਅੱਗੇ ਲਿਜਾ ਸਕੇ ਅਸੀਂ ਉਹ ਅੱਗੇ ਰੱਖਦੇ, ਨਤੀਜੇ ਉਹਦੇ ਨਿਕਲਦੇ ਮੁੜ ਕੇ। ਇਹ ਗੱਲ ਹੈਗੀ ਆ। ਇੱਕ ਇੱਥੇ ਮੇਰਾ ਖਿਆਲ ਜ਼ਰੂਰ ਆਪਾਂ ਬੇਨਤੀ ਕਰਦੇ ਵੀ ਕੋਈ ਮੰਨੇ ਚਾਹੇ ਨਾ ਮੰਨੇ ਜੀ। ਇੱਕ ਵੈਸੇ ਉਹ ਪੰਜਾਬੀ 'ਚ ਕਹਿੰਦੇ ਨੇ ਵੀ ਜਿਹੋ ਜੀ ਕੋਕੋ ਹੋ ਜੇ ਬੱਚੇ, ਜੇ ਆਪਾਂ ਇਹਨੂੰ ਹੈ ਤਾਂ ਚਲੋ ਲੋਕਤੰਤਰ ਜੇ ਇਹਦੇ ਹਿਸਾਬ ਨਾਲ ਦੇਖ ਲਈਏ ਵੀ ਜੇ ਉਹ ਗੱਲ ਸੱਚੀ ਹੈ ਵੀ ਜਿਹੋ ਜੀ ਕੋਕੋ ਹੋ ਜੇ ਬੱਚੇ, ਵੀ ਕਿਤੇ ਇੱਦਾਂ ਦੇ ਨਹੀਂ ਵੀ ਆਪਾਂ ਜਦੋਂ ਉੱਥੇ ਮੌਕਾ ਹੁੰਦਾ ਵੋਟ ਪਾਉਣ ਵਾਲਾ ਉਦੋਂ ਆਪਣੇ ਅੰਦਰ ਵੀ ਇਮਾਨਦਾਰੀ ਨਹੀਂ ਰੱਖਦੇ। ਹਰੇਕ ਦਾ ਆਪਣਾ ਆਪਣਾ ਲਾਲਚ ਹੋ ਸਕਦਾ ਵੀ ਮੇਰਾ ਲਾਲਚ ਆ ਵੀ ਮੈਂ ਯਾਰ ਸਾਡੀ ਕਿਉਂਕਿ ਫਲਾਨੀ ਪਾਰਟੀ ਸੀ ਤਾਂ ਉਹਨੂੰ ਵੋਟ ਪਾਉਣੀ, ਭਾਵੇਂ ਕਿ ਬੰਦੇ ਗਲਤ ਆ। ਦੂਸਰੇ ਬੰਦੇ ਦਾ ਲਾਲਚ ਹੋ ਸਕਦਾ ਯਾਰ ਇਹ ਸਾਡੇ ਧਰਮ ਦਾ ਬੰਦਾ ਇਹਨੂੰ ਵੋਟ ਪਾਉਣੀ। ਤੀਸਰੇ ਬੰਦੇ ਦਾ ਲਾਲਚ ਯਾਰ ਮਸਾਂ ਦੇ ਸਾਡੀ ਯਾਰ ਜਾਤ ਵਾਲੇ ਬੰਦੇ ਨੂੰ ਅੱਗੇ ਕੀਤਾ, ਇਹਨੂੰ ਨਹੀਂ ਵੋਟ ਪਾਉਣੀ, ਹੋਰ ਕਿਹਨੂੰ ਪਾਉਣੀ। ਉਹ ਇੱਦਾਂ ਕਰਦਿਆਂ ਕੋਈ ਵੀ ਹੋ ਸਕਦਾ ਯਾਰ ਇਹਨੂੰ ਜਿਤਾਈਏ, ਆਪਣਾ ਬੰਦਾ ਨੇੜ ਵਾਲਾ, ਫਲਾਨਾ ਕੰਮ ਆਪਾਂ ਕਰਾ ਲੈਣਾ। ਐਂਡ ਤੇ ਜਾ ਕੇ ਕੋਈ ਹੋ ਸਕਦਾ ਬਿਲਕੁਲ ਵੀ ਉਹੋ ਜਿਹਾ ਉਹ ਕਹਿੰਦਾ ਵੀਰ ਮੈਂ ਤੇ ਬੈਠਾ, ਤੂੰ ਦੱਸ ਕਿੰਨੇ ਦਿਨ ਪਾ ਦੇਣੇ ਵੋਟ। ਕਿਤੇ ਨਾ ਕਿਤੇ ਆਪਾਂ ਹੋ ਸਕਦਾ ਵੀ ਆਪਣੇ ਅੰਦਰ ਉਹ ਜਿਹੜੀ ਇਮਾਨਦਾਰੀ ਉਹ 100% ਨਾ ਵਰਤੀ ਹੋਵੇ, ਤੇ ਜਿੱਥੇ ਆਪਾਂ ਵੋਟ ਪਾਉਣੀ ਹੋਵੇ ਉੱਥੇ ਕੋਈ ਨਾ ਕੋਈ ਆ ਜਿੰਨੇ ਵੀ ਕਾਰਨ ਆਪਾਂ ਦੱਸੇ ਤੋਂ ਇਲਾਵਾ ਵੀ ਹੋ ਸਕਦੇ ਆ, ਉਹ ਕਾਰਨ ਸਾਹਮਣੇ ਰੱਖ ਕੇ ਆਪਾਂ ਵੋਟ ਪਾਈ ਹੋਵੇ ਤੇ ਉਸ ਤੋਂ ਬਾਅਦ ਉਹਦਾ ਜਿਹੜਾ ਐਂਡ ਰਿਜ਼ਲਟ ਆਉਣਾ ਸੀ ਉਹ 100% ਖਾਲਸ ਨਹੀਂ ਹੋ ਸਕਦਾ। ਇਹ ਤਾਂ ਗੱਲ ਪੱਕੀ ਹੈ। ਸ਼ਾਇਦ ਕਿਤੇ ਇੱਦਾਂ ਦੇ ਨਹੀਂ ਵੀ ਆਪਾਂ ਸ਼ੁਰੂ ਤੋਂ ਹੀ ਹੌਲੀ ਲੀਡਰਾਂ ਨੇ ਸਿਖਾਤਾ, ਥੋੜ੍ਹਾ ਲੋਕ ਸਿੱਖ ਗਏ, ਉਹ ਜਿੱਦਾਂ ਦੀ ਆਪਾਂ ਅਗਲੇ ਪਾਸੇ ਚੋਣ ਕਰੀ ਗਏ ਉਹ ਜਿਹੇ ਨਤੀਜੇ ਭੁਗਤੀ ਗਏ, ਚੋਣ ਕਰੀ ਗਏ ਨਤੀਜੇ ਭੁਗਤੀ ਗਏ, ਅਤੇ ਲੀਡਰਾਂ ਨੂੰ ਜਾਂ ਪੋਲੀਟੀਕਲ ਪਾਰਟੀ ਨੂੰ ਵੀ ਲੱਗਣ ਲੱਗ ਪਿਆ ਵੀ ਯਾਰ ਇੱਦਾਂ ਨਹੀਂ ਹੁੰਦਾ। ਹੁਣ ਤੁਸੀਂ ਸਿੰਪਲ ਜੀ ਗੱਲ ਆ ਵੀ ਮੰਨ ਲਓ ਤੁਹਾਡੇ ਵਰਗੇ 10 ਰੋਟੀਆਂ ਰੱਖ ਦਈਏ, ਉਦੋਂ ਬਾਅਦ ਫਿਰ 10 ਲੈ ਆਈਏ, ਕੋਈ ਟਾਈਮ ਤੇ ਆਊਗਾ ਨਾ ਚਾਹੁੰਦੇ ਯਾਰ 1 ਮਿੰਟ ਰੁਕੋ ਯਾਰ ਅਜੇ ਸਾਹ ਲੈ ਲੈਣ ਦਿਓ, ਥੋੜ੍ਹਾ ਮੈਨੂੰ ਸੌਂ ਲੈਣ ਦਿਓ ਘੜੀ, ਮੈਂ ਫੇਰ ਖਾਨਾ। ਇਹ ਕਿਤੇ ਇੱਦਾਂ ਤਾਂ ਨਹੀਂ ਹੋ ਜਾਂਦਾ ਵੀ ਅਗਲਾ ਕਹਿੰਦਾ ਯਾਰ 5 ਸਾਲ ਨਹੀਂ 5 ਸਾਲ ਹੋ, ਉਹ ਤੁਹਾਡਾ ਭਲਾ 10 ਸਾਲ ਹੋ ਗਏ ਲਗਾਤਾਰ, ਯਾਰ ਮੈਨੂੰ 5 ਸਾਲ ਸਾਹ ਲੈ ਲੈਣ ਦਿਓ ਫਿਰ ਕਰਦੇ ਕੁਛ ਨਾ ਕੁਛ। ਉਹਨਾਂ ਨੂੰ ਵੀ ਕਿਤੇ ਇਹ ਆਦਤ ਤਾਂ ਨਹੀਂ ਪੈ ਗਈ ਵੀ ਯਾਰ ਪਹਿਲਾਂ 5-7 ਸਾਲ 10 ਸਾਲ ਤੁਸੀਂ ਚੰਗਾ ਲੇੜੋ, ਉਦੋਂ ਬਾਅਦ ਸਾਹ ਲੈ ਲਓ, ਅਗਲੇ ਨੂੰ ਲੇੜ ਲੈਣ ਦਿਓ, ਆਪਣੇ ਜਿੰਨੇ ਕੁ ਵੱਟੇ ਬੂਟੇ ਨੂੰ ਸੈੱਟ ਕਰ ਲਓ, ਨਾਲੇ ਸਾਹ ਲੈ ਲਓ, ਉਨੇ ਕੁ ਲੋਕਾਂ ਦਾ ਚਾਅ ਲੱਗ ਜਾਂਦਾ, ਨਾਲੇ ਆਪਣੀ ਵਾਰੀ ਸੌਖੀ ਆ ਜਾਂਦੀ, ਨਾਲੇ ਜਿਹੜੀਆਂ ਪਿਛਲੀਆਂ ਗੱਲਾਂ ਕੀਤੀਆਂ ਹੁੰਦੀਆਂ ਉਹਨਾਂ ਦੇ ਲਈ ਇੱਕ ਜਵਾਬਦੇਹੀ ਮੁੱਕ ਜਾਂਦੀ ਆ। ਵੀ ਮੰਨ ਲਓ ਮੈਂ ਲਗਾਤਾਰ 20 ਸਾਲ ਹੋ ਗਏ ਇੱਕੋ ਕੁਰਸੀ ਦੇ ਉੱਪਰ ਰਾਜ ਕਰ ਰਿਹਾ, ਮੈਨੂੰ ਲੋਕ ਪੁੱਛਣਗੇ ਵੀ ਵੀਰ ਮੇਰਾ ਸਾਡਾ ਜਵਾਕ ਜੰਮ ਕੇ 20 ਦਾ ਵਿਆਹਣ ਵਾਲਾ ਹੋ ਚੱਲਿਆ, ਕੀਤਾ ਕੀ ਇਹ ਉਹਦੇ ਨਾਲੋਂ ਚੰਗਾ ਇਹ ਆ ਵੀ ਅਗਲਾ ਹੋਊਗਾ ਵੀ ਅਸੀਂ ਤੇ ਕਰਨਾ ਸੀ, ਉਦੋਂ ਫਲਾਨੇ ਆ ਗਏ। ਲੀਡਰ ਨਾ ਹੁਣ ਸੋਚਣ ਵਿਚਾਰਨ, ਥੋੜ੍ਹਾ ਜਿਹਾ ਨਹੀਂ ਸੋਚਣ ਵਿਚਾਰਨਗੇ ਤਾਂ ਫਿਰ ਧੱਕੇ ਖਾਣਗੇ।
ਮੈਂ ਕਿਉਂ ਕਹਿ ਰਿਹਾ, ਆਮ ਲੋਕਾਂ ਦਾ ਖਾਸੀਅਤ ਜਿਹੜੀ ਹੈ ਨਾ, ਜਦੋਂ ਨੇੜੇ ਆ ਕਹਿੰਦਾ ਜੀ ਸਾਨੂੰ ਇੱਕ ਮੁੱਠ ਰਹਿਣਾ ਚਾਹੀਦਾ, ਜੀ ਆਹ ਕਰਨਾ ਚਾਹੀਦਾ, ਉਹ ਕਰਨਾ ਚਾਹੀਦਾ, ਬਹੁਤ ਭਾਸ਼ਣ ਬਹੁਤ ਸੁਣੇ ਹੁੰਦੇ ਆ ਲੋਕ। ਇੱਕ ਮੁੱਠ ਹੀ ਨੇ। ਲੁਧਿਆਣੇ ਜ਼ਿਲ੍ਹੇ ਦੇ ਵਿੱਚ ਹੇਡੋਂਬੇਟ ਇੱਕ ਪਿੰਡ ਹੈ, ਹੇਡੋਂਬੇਟ, ਤੇ ਉਸ ਪਿੰਡ ਦੇ ਵਿੱਚ 102 ਸਾਲ ਪੁਰਾਣੀ ਮਸਜਿਦ ਹੈ। ਇੱਕ ਮੀਡੀਆ ਅਦਾਰੇ ਨੇ ਪਿੱਛੇ ਰਿਪੋਰਟ ਕੀਤੀ, ਉਹਦੀ ਇਮਾਰਤ ਹੈ ਚੰਗੀ ਭਲੀ ਅਜੇ ਵੀ, ਮਸਜਿਦ ਦੀ ਇਮਾਰਤ ਹੈ, ਪਾਵਨ ਪਵਿੱਤਰ ਮਸਜਿਦ ਹੈ ਮੁਸਲਮਾਨ ਧਰਮ ਦੀ। ਤੇ ਪਿੰਡ ਦੇ ਵਿੱਚ ਮੁਸਲਮਾਨ ਪਰਿਵਾਰ ਕੋਈ ਨਹੀਂ। ਜੇ ਕਿਸੇ ਨੂੰ ਐਂ ਲੱਗਦਾ ਨਾ ਕਿ ਆਮ ਬੰਦਾ ਉਹਦੇ ਵਿੱਚ ਜਿਹੜਾ ਸੁਲੱਖਣ ਸਿੰਘ, ਰਾਮ ਰੱਖਾ ਤੇ ਜਿਹੜੇ ਬਾਕੀ ਬੰਦੇ ਨੇ, ਸੋਹਣ ਲਾਲ ਜੀ, ਸਾਰੇ ਧਰਮਾਂ ਦੇ ਲੋਕ ਜਿਹੜੇ ਕਿੱਦਾਂ ਰਲ ਮਿਲ ਕੇ ਰਹਿੰਦੇ ਆ, ਉਹ 102 ਸਾਲ ਪੁਰਾਣੀ ਮਸਜਿਦ ਹੈ ਤੇ 1920 ਦੀ ਬਣੀ, 2022 ਹੋ ਗਿਆ, ਰੋਜ਼ ਦੀਵਾ ਜਗਦਾ। ਪਿੰਡ 'ਚ ਮੁਸਲਮਾਨ ਕੋਈ ਨਹੀਂ, ਰੋਜ਼ ਉੱਥੇ ਸਫਾਈ ਹੁੰਦੀ ਹੈ। ਪਹਿਲਾਂ ਇੱਕ ਸੂਫੀ ਭਗਤ ਸੀਗਾ, 7-8-10 ਸਾਲ ਪਹਿਲਾਂ ਤੱਕ ਉਹ ਰੋਜ਼ ਜਾਂਦਾ ਸੀ, ਦੀਵਾ ਉੱਥੇ ਜਗਾਉਂਦਾ ਸੀ, ਜੋ ਵੀ ਕਰਦਾ ਸੀ। ਹੁਣ ਉਹਦੀ ਮੌਤ ਹੋ ਗਈ। ਹੁਣ ਪ੍ਰੇਮਚੰਦ ਨਾਂ ਦੇ ਉੱਥੇ 60 ਸਾਲ ਦੇ ਇੱਕ ਵਿਅਕਤੀ ਨੇ, ਹਿੰਦੂ ਭਾਈਚਾਰੇ ਦੇ ਨੇ, ਉਹ ਜਾਂਦੇ ਆ, ਸਾਫ਼ ਸਫਾਈ ਕਰਦੇ, ਉੱਥੇ ਦੀਵਾ ਜਗਾ ਦਿੰਦੇ ਆ। ਤੇ ਮੇਲਾ ਲੱਗਦਾ ਸਾਲ 'ਚ ਇੱਕ ਵਾਰੀ। ਮੇਲਾ ਕਾਹਦੇ 'ਚ ਲੱਗਦਾ? ਕਿਉਂਕਿ 60-70 ਪਰਿਵਾਰ ਸੀਗੇ ਪਿੰਡ ਦੇ ਵਿੱਚ ਮੁਸਲਮਾਨ 1947 'ਚ, ਛੱਡ ਕੇ ਚਲੇ ਗਏ। ਤੇ ਅੱਜ ਤੱਕ ਕਹਿੰਦੇ ਜੀ ਕੋਈ ਦਿਨ ਇੱਦਾਂ ਦਾ ਨਹੀਂ ਹੈ ਮੁਸਲਮਾਨਾਂ ਦੀ ਜਗ੍ਹਾ, ਪਿੰਡ 'ਚ ਮੁਸਲਮਾਨ ਭਾਈਚਾਰੇ ਦਾ ਕੋਈ ਬੰਦਾ ਨਹੀਂ, ਹਿੰਦੂ ਸਿੱਖ ਰਹਿੰਦੇ ਆ, ਪਰ ਉੱਥੇ ਦੀਵਾ ਰੋਜ਼ ਜਗਦਾ। ਉਹ ਕਹਿੰਦੇ ਬਾਬੇ ਦੀ ਜਗ੍ਹਾ ਯਾਰ, ਬਾਬਾ ਕੋਈ ਵੀ ਹੋਵੇ ਮਨੁੱਖਤਾ ਸਿਖਾਉਂਦਾ ਹੈ। ਤੇ ਮੇਲਾ ਕਾਹਦੇ ਲੱਗਦਾ ਜੀ? ਉਹ ਫਿਰ ਚਲੇ ਗਏ ਸੀ, ਸਾਡੇ ਪਿੰਡ ਹੀ ਰਹਿੰਦੇ ਸੀ, ਉਹਨਾਂ ਦੀ ਯਾਦ 'ਚ ਹੀ ਲਾ ਲਈਦਾ ਆ। ਹੁਣ ਆਮ ਬੰਦਾ ਤਾਂ ਇੱਦਾਂ ਦਾ, ਆਮ ਬੰਦੇ ਨੂੰ ਨਫ਼ਰਤ ਕੌਣ ਸਿਖਾਉਂਦਾ ਹੈ? ਦੇ ਦਿਓ ਆਹ ਚੀਜ਼ਾਂ ਦਾ, ਵੰਡ ਦਿਓ, ਜੇ ਇੱਥੇ ਆਹ ਮਾਰ ਕੇ ਸਿੱਟਤਾ ਸੀ, ਉੱਥੇ ਉਹ ਕਰ ਦਿੱਤਾ ਸੀ। 1947 'ਚ ਕੀ ਹੋਇਆ? ਸੋਸ਼ਲ ਮੀਡੀਆ, ਫੇਸਬੁੱਕ, ਯੂਟਿਊਬ, ਵਟਸਐਪ ਕੁਛ ਵੀ ਨਹੀਂ ਸੀਗਾ। ਕੋਈ ਉਦੋਂ ਅਖਬਾਰ ਹਰ ਇੱਕ ਘਰ ਦੇ ਵਿੱਚ ਨਹੀਂ ਸੀ ਜਾਂਦਾ, ਕੋਈ ਉਦੋਂ ਲਾਈਵ ਖਬਰਾਂ ਟੀਵੀ ਦੇ ਉੱਤੇ ਨਹੀਂ ਸੀ ਦਿਖਾਈਆਂ ਜਾਂਦੀਆਂ ਕਿੱਥੇ ਆ ਗਿਆ। ਕਿਵੇਂ ਪਤਾ ਲੱਗਦਾ ਸੀ ਜਲੰਧਰ ਵਾਲਿਆਂ ਨੂੰ ਕਿ ਕਸੂਰ 'ਚ ਕੀ ਹੋਇਆ? ਕਿਵੇਂ ਪਤਾ ਲੱਗਦਾ ਸੀ ਫਿਰੋਜ਼ਪੁਰ ਵਾਲਿਆਂ ਨੂੰ ਕਿ ਇਸਲਾਮਾਬਾਦ ਦੇ ਵਿੱਚ ਕੀ ਹੋਇਆ? ਕੁਛ ਵੀ ਨਹੀਂ ਸੀ, ਅਫਵਾਹਾਂ ਸੀ। ਉਧਰਲੇ ਨੂੰ ਵੱਢੀ ਗਿਆ, ਉਧਰਲੇ ਨੂੰ ਵੱਢੀ ਗਿਆ। ਤੇ ਆਮ ਲੋਕਾਂ ਨੂੰ ਕਿਤੇ ਨਾ ਕਿਤੇ ਸੋਚਣਾ ਪਊਗਾ ਕਿ ਉਦੋਂ ਵੀ ਵੱਢ ਟੁੱਕ ਜੇ ਹੋਈ, ਆਮ ਲੋਕ ਤਾਂ ਕਰਨਾ ਨਹੀਂ ਸੀ ਚਾਹੁੰਦੇ, ਉਹਨਾਂ ਨੂੰ ਭੜਕਾਇਆ ਕਿਹਨੇ? ਤੇ ਅੱਜ ਵੀ ਜੇ ਕਿਤੇ ਮਾੜਾ ਮੋਟਾ ਨੁਕਸਾਨ ਹੁੰਦਾ, ਲੋਕ ਵੰਡੇ ਜਾ ਰਹੇ, ਤੇ ਕੌਣ ਵੰਡਦਾ? ਹੁਣ ਕੋਲਾ ਘਾਟ ਹੋ ਗਈ ਸੀ ਭਾਰਤ 'ਚ, ਸਾਰੀ ਦੁਨੀਆ 'ਚ ਹੋ ਜਾਂਦੀ ਆ। ਬਿਜਲੀ ਘੱਟ ਆਉਣ ਲੱਗ ਪਈ ਸੀ, ਇੱਦਾਂ ਨਹੀਂ ਸੀ ਪੱਖਾ ਬੰਦ ਹੋਇਆ ਕਿ ਹੁਣ ਸਿੱਖ ਦਾ ਪੱਖਾ ਬੰਦ ਕਰ ਦੇਣਾ, ਹੁਣ ਹਿੰਦੂ ਦਾ, ਤੇ ਹੁਣ ਮੁਸਲਮਾਨ ਦਾ, ਸਾਰਿਆਂ ਦਾ ਹੀ ਬੰਦ ਹੁੰਦਾ ਸੀ। ਪਿੱਛੇ ਗਲੋਬਲ ਪੱਧਰ ਦੇ ਉੱਤੇ ਕਲਾਈਮੇਟ ਚੇਂਜ ਦਾ ਰੌਲਾ ਪੈਂਦਾ, ਗਲੋਬਲ ਵਾਰਮਿੰਗ ਦਾ ਰੌਲਾ ਪੈਂਦਾ, ਗਰਮੀ ਵੱਧ ਰਹੀ, ਤਾਪਮਾਨ ਵੱਧ ਰਿਹਾ। ਤੁਸੀਂ ਉਹਨੂੰ ਕਹਿ ਦੋਗੇ ਕਿ ਭਾਈ ਇਹਨੂੰ ਤੂੰ ਲੱਗਣਾ ਤੇ ਇਹਨੂੰ ਗਰਮੀ ਹੈ, ਤੂੰ ਨਹੀਂ ਲੱਗਣਾ। ਆਮ ਲੋਕ ਉਸ ਗੱਲ ਨੂੰ ਮਹਿਸੂਸ ਕਰਦੇ ਆ। ਮਾਣਯੋਗ, ਸਤਿਕਾਰਯੋਗ ਜਿੰਨੇ ਵੀ ਲੀਡਰ ਸਾਹਿਬਾਨ ਨੇ, ਤੁਸੀਂ ਉਸ ਗੱਲ ਨੂੰ ਮਹਿਸੂਸ ਕਰੋ ਤਾਂ ਚੰਗਾ, ਨਹੀਂ ਤਾਂ ਲੋਕ ਕੀ ਕਰਦੇ ਆ। ਸੰਧਾਲੀਆ ਸਾਹਿਬ, ਮੈਨੂੰ ਯਾਦ ਹੈ, ਮੇਰਾ ਖਿਆਲ ਆ ਕਿ ਉਹ 96 ਜਾਂ 95 ਦੀ ਗੱਲ, 1995 ਦੀ, ਵੱਡੇ ਬਾਦਲ ਸਾਹਿਬ, ਪ੍ਰਕਾਸ਼ ਸਿੰਘ ਬਾਦਲ ਸਾਹਿਬ 'ਚ ਇੰਨੀ ਤਾਕਤ ਸੀ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਵਿਦੇਸ਼ੋਂ ਲਿਆ ਕੇ ਗਿੱਦੜਬਾਹੇ ਦੀ ਇਲੈਕਸ਼ਨ ਲੜਾਈ ਤੇ ਵਿਰੋਧੀ ਸਰਕਾਰ ਹੋਣ ਦੇ ਬਾਵਜੂਦ ਵੀ ਜਿਤਾ ਲਈ। ਉਹੀ ਬਾਦਲ ਸਾਹਿਬ ਐਤਕੀ ਆਪਣੀ ਇਲੈਕਸ਼ਨ ਲੜ ਗਏ। ਜਿਹੜੇ ਬਾਦਲ ਸਾਹਿਬ ਜਦੋਂ ਉਹਨਾਂ ਦਾ ਮਨ ਕਰਦਾ ਸੀ, ਜੀਤ ਮਹਿੰਦਰ ਸਿੰਘ ਸਿੱਧੂ ਹੋਰਾਂ ਨੂੰ ਕਾਂਗਰਸ 'ਚੋਂ ਲਿਆਏ, ਉਸੇ ਹਲਕੇ ਤੋਂ ਚੋਣ ਲੜਾਈ। ਮੋਗੇ ਵਾਲੇ ਜਿਹੜੇ ਜੈਨ ਸਾਹਿਬ ਸੀ, ਉਹਨਾਂ ਨੂੰ ਆਪਣੀ ਪਾਰਟੀ 'ਚ ਲਿਆਂਦਾ, ਕਾਂਗਰਸ ਦੇ MLA ਨੂੰ ਆਪਣੀ ਪਾਰਟੀ ਇਲੈਕਸ਼ਨ ਲੜਾਈ, ਜਿਤਾ ਲਈ। ਐਤਕੀ ਵੱਡੇ ਬਾਦਲ ਸਾਹਿਬ ਵੀ ਹਰ ਗਿਆ, ਸੁਖਬੀਰ ਸਿੰਘ ਬਾਦਲ ਸਾਹਿਬ ਵੀ ਹਰ ਗਿਆ, ਕੈਪਟਨ ਸਾਹਿਬ। ਸਾਰੇ ਕਹਿੰਦੇ ਕਾਂਗਰਸ ਪਾਰਟੀ 'ਚ ਉਹਨਾਂ ਦੇ ਮੂਹਰੇ ਕੋਈ ਬੋਲਦਾ ਨਹੀਂ, ਕਿਹਾ ਕਿ ਨਤੀਜੇ ਤੋਂ ਬਾਅਦ ਬੋਲਣ ਜੋਗੇ ਹੀ ਨਹੀਂ ਰਹੇ, ਹੈ ਨਾ। ਜਾਣੀ ਭਗਵੰਤ ਮਾਨ ਸਾਹਿਬ ਆਪ ਜਲਾਲਾਬਾਦ ਤੋਂ ਇਲੈਕਸ਼ਨ ਹਾਰੇ, ਜਾਣੀ ਲੋਕ ਨਹੀਂ ਬਖਸ਼ਦੇ। ਇਹਨੇ ਲੋਕ ਨਹੀਂ ਬਖਸ਼ਦੇ, ਪਰ ਤੁਸੀਂ ਦੇਖੋ ਨਾ, ਮੈਨੂੰ ਲੱਗਦਾ ਹੁੰਦਾ ਵੀ ਲੋਕਾਂ ਨੂੰ ਵੀ ਨਾ ਬਣਾ ਲਿਆ ਗਿਆ ਆਪਣੇ ਹਿਸਾਬ ਨਾਲ। ਹੁਣ ਜੇ ਆਪਾਂ ਆਜ਼ਾਦੀ ਦੀ ਗੱਲ ਕਰਦੇ ਹਾਂ, ਤੇ ਆਜ਼ਾਦੀ ਦੇ ਨਾਲ ਵੰਡ ਦੀ ਗੱਲ ਤੇ ਯਾਦ ਆਉਂਦੀ ਆ। ਮੈਂ ਕਈ ਵਾਰ ਅੱਗੇ ਵੀ ਜ਼ਿਕਰ ਕੀਤਾ, ਇੱਕ ਨਾ ਫਿਰ ਕਰਦਾ। ਹੁਣ ਪੰਜਾਬ ਦੇ ਆਪਾਂ ਅੱਜ ਦੀ ਡੇਟ 'ਚ ਪਿੰਡ ਦੇਖਦੇ ਹਾਂ, ਬਹੁਤਾ ਕਰਕੇ ਆਪਾਂ ਨੂੰ ਪੰਜਾਬ ਦੇ ਪਿੰਡਾਂ ਦੇ ਵਿੱਚ ਦਸਤਾਰਧਾਰੀ ਜਾਂ ਸਿਰ 'ਤੇ ਚੁੰਨੀ ਲਈ ਪੰਜਾਬੀ ਵੇਸ਼ ਭੂਸ਼ਾ ਵਾਲੇ ਬੰਦੇ ਉਹ ਨਜ਼ਰ ਆਉਂਦੇ ਆ, ਜਿੱਥੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਯਾਰ ਇਹ ਸਿੱਖ ਭਾਈਚਾਰੇ ਨੂੰ ਬਿਲੋਂਗ ਕਰਦੇ ਹੋ ਸਕਦੇ ਹਨ। ਕਿਤੇ ਕਿਤੇ ਹੋ ਸਕਦਾ ਵੀ ਹਿੰਦੂ ਭਾਈਚਾਰੇ ਨੂੰ ਬਿਲੋਂਗ ਕਰਦੇ ਕੁਝ ਲੋਕ ਵੀ ਮਿਲ ਜਾਣ। ਪਰ ਜੇ ਆਪਾਂ ਇਹ ਨਾ ਹੁੰਦੀ, ਵੰਡ ਨਾ ਹੁੰਦੀ, ਮੰਨ ਲਓ ਵੀ ਉਸੇ ਤਰ੍ਹਾਂ ਹੀ ਸਿੱਖ ਜੇ ਲਾਹੌਰ ਵਾਲੇ ਪਾਸੇ ਰਹਿੰਦੇ ਸੀ, ਕਿਉਂਕਿ ਉੱਥੇ ਸਿੱਖ ਰਾਜ ਸੀਗਾ, ਉੱਧਰਲੇ ਪਾਸੇ ਦੇ ਪਿੰਡਾਂ ਦੀ ਆਪਾਂ ਗੱਲ ਕਰ ਲਈਏ, ਕੁਛ ਇੱਧਰਲੇ ਪਿੰਡਾਂ ਦੀ ਗੱਲ ਕਰ ਲਈਏ, ਰਲਿਆ ਮਿਲਿਆ ਜਿਹਾ ਹੁੰਦਾ ਕੰਮ। ਤੇ ਤੁਸੀਂ ਇੱਕ ਗਲੀ ਨੂੰ ਇਮੈਜਨ ਕਰੋ ਵੀ ਉਸ ਗਲੀ ਦੇ ਵਿੱਚ ਹੋ ਸਕਦਾ ਵੀ 3 ਘਰ ਸਿੱਖਾਂ ਦੇ, 2 ਮੁਸਲਮਾਨਾਂ ਦੇ, ਉਦੋਂ ਅਗਲਾ ਹਿੰਦੂਆਂ ਦਾ, ਉਦੋਂ ਅਗਲਾ ਕਿਸੇ ਹੋਰ ਦਾ ਹੁੰਦਾ। ਤੇ ਗਲੀ ਜਦੋਂ ਤੁਸੀਂ ਲੰਘਦੇ, ਹੋ ਸਕਦਾ ਵੀ ਇੱਕ ਜਿਹੜਾ ਸਿੱਖਾਂ ਦਾ ਪਰਿਵਾਰ ਹੈ ਉਹ ਸਾਬਤ ਸੂਰਤ ਸਿੱਖ ਹੁੰਦਾ, ਹੋ ਸਕਦਾ ਵੀ ਉਹਨਾਂ ਦਾ ਇੱਕ ਮੁੰਡਾ ਨਿਹੰਗ ਸਿੰਘ ਸੱਜਿਆ ਹੁੰਦਾ, ਉਹ ਗਲੀ 'ਚ ਤੁਰਿਆ ਜਾ ਰਿਹਾ, ਤੇ ਸਾਹਮਣੇ ਵਾਲੇ ਪਾਸੇ ਹੋ ਸਕਦਾ ਵੀ ਬੁਰਕਾ ਪਾਈ 2 ਬੀਬੀਆਂ ਕੁੜੀਆਂ, ਉਹਨਾਂ 'ਚੋਂ ਕੋਈ ਤਾਈ ਚਾਚੀ ਉਹਨਾਂ ਨੂੰ ਕਹਿਣ ਵਾਲਾ ਜਿਹੜਾ ਉਹ ਤੁਰਿਆ ਆਉਂਦਾ ਹੁੰਦਾ। ਇੱਕ ਅੱਧਾ ਹੋ ਸਕਦਾ ਵੀ ਉੱਧਰੋਂ ਨਾਲ ਹੀ ਆਮ ਸ਼ਿਵਾਲੇ ਪਿੰਡਾਂ 'ਚ ਵੀ ਛੋਟੇ ਛੋਟੇ ਮੰਦਿਰ ਹੁੰਦੇ, ਉਹਦੇ 'ਚ ਉਹਨੇ ਜਿਹਨੂੰ ਜਨੇਊ ਪਾ ਕੇ ਪੰਡਤ ਜੀ ਨਿਕਲ ਆਉਂਦੇ, ਉਹਨਾਂ ਨੂੰ ਵੀ ਪਿੱਛੇ ਚੋਟੀ ਕੀਤੀ ਹੁੰਦੀ। ਉਹ ਗਲੀ ਪੰਜਾਬ ਦੀ
ਕਿੱਦਾਂ ਦੀ ਹੁੰਦੀ ਜੇ 47 ਵਾਲੀ ਵੰਡ ਨਾ ਹੋਈ ਹੁੰਦੀ? ਜਿੰਨੇ ਬਜ਼ੁਰਗ ਨੇ ਅੱਜ ਹੁਣ ਤੋਂ 10 ਘੰਟੇ ਪਹਿਲਾਂ ਮੈਨੂੰ ਲੱਗਦਾ ਟੋਰਾਂਟੋ ਤੋਂ ਇੱਕ ਸੁਨੇਹਾ ਆਇਆ, ਫੋਨ ਤੇ ਮੈਸੇਜ ਆਇਆ ਕਿ ਆ ਮੇਰੇ ਦਾਦਾ ਜੀ ਨੇ ਲਿਖ ਕੇ ਭੇਜੀ ਹੈ, ਸੁਣਾਓ ਜ਼ਰੂਰ। ਸਵੇਰ ਵਾਲੇ ਪ੍ਰੋਗਰਾਮ 'ਚ ਮੈਂ ਸਾਂਝੀ ਕੀਤੀ ਸੀ। ਉਹ ਕਹਿੰਦੇ ਜੀ 15 ਅਗਸਤ ਅੱਜ ਆਜ਼ਾਦੀ ਦਿਹਾੜਾ, ਵੀ ਪੋਤਾ ਪੁੱਛਦਾ ਕਿ ਬਾਬਾ ਜੀ ਤੁਸੀਂ ਖੁਸ਼ ਨਹੀਂ ਮਨਾਉਂਦੇ, ਨਹੀਂ ਆਜ਼ਾਦ ਹੋਇਆ ਦੇਸ਼। ਉਹ ਕਹਿੰਦੇ ਜੀ ਮੈਂ ਉਦੋਂ ਉਧਰਲੇ ਪਾਸੇ 7 ਸਾਲ ਦਾ ਸੀ, ਸਾਡਾ ਪਿੰਡ ਜਿਹੜਾ ਪਾਕਿਸਤਾਨ ਵਾਲੇ ਪਾਸੇ 15-16 ਕਿਲੋਮੀਟਰ ਦੂਰ ਸੀ। ਉਧਰਲੇ ਪਾਸੇ ਜਦੋਂ ਰੌਲੇ ਪਏ ਅਸੀਂ ਤਾਂ ਆ ਗਏ। ਮਾਂ ਤੇ ਭੈਣ ਮਾਮਿਆਂ ਦੇ ਗਈਆਂ ਸੀ, ਉਹ ਅੱਜ ਤੱਕ ਨਹੀਂ ਆ ਸਕੀਆਂ, ਮਾਰੀਆਂ ਗਈਆਂ। ਹੁਣ ਦੇਸ਼ ਤਾਂ ਆਜ਼ਾਦ ਹੋ ਗਿਆ, ਪਰ ਜਿਸ ਬੰਦੇ ਦੀ ਮਾਂ ਉਸ ਵੰਡ ਨੇ, ਰੌਲੇ ਨੇ, ਹੱਲਿਆਂ ਨੇ ਉਹਦੇ ਕੋਲੋਂ ਖੋਲੀ, ਉਹਦੀ ਭੈਣ ਛੋਟੀ ਖੋਲੀ, ਉਹਦੇ ਲਈ ਉਸ ਦਿਨ ਦਾ ਮਹੱਤਵ ਕਿਸੇ ਹੋਰ ਤਰ੍ਹਾਂ ਦਾ। ਹੁਣ ਤੁਸੀਂ ਇਹ ਵੀ ਦੇਖੋ ਵੀ ਆਮ ਹੀ ਉੱਦਾਂ ਦੇ ਬਜ਼ੁਰਗ, ਜੇ ਕਿਸੇ ਨੂੰ ਪੁੱਛੋ ਵੀ ਕੀ ਪਿੰਡ ਕਾਹਤੋਂ ਵੇਖਣਾ, ਉਹ ਕਹਿੰਦੇ ਮੇਰਾ ਪਾਕਿਸਤਾਨ 'ਚ ਪਿੰਡ ਰਹਿ ਗਿਆ, ਮੇਰਾ ਵੇਖਣ ਨੂੰ ਜੀ ਕਰਦਾ, ਮੇਰੀ ਇੱਛਾ। ਜਿਹੜਾ ਪਾਕਿਸਤਾਨ 'ਚ ਬੰਦਾ ਰਹਿ ਗਿਆ, ਮੇਰਾ ਜਲੰਧਰ ਦੇ ਲਾਗੇ ਪਿੰਡ ਸੀ, ਮੇਰਾ ਦੇਖਣ ਨੂੰ ਜੀ ਕਰਦਾ। ਕੀ ਕਰਦੇ ਬਾਪੂ ਉੱਥੇ? ਕੀ ਉਹ ਇੱਧਰਲੇ ਪਾਸੇ ਕਹਿੰਦੇ ਉੱਥੇ ਇਲਮਦੀਨ ਹੁੰਦਾ ਸੀ, ਉਹਦੇ ਨਾਲ ਮੈਂ ਖੇਡਦਾ ਹੁੰਦਾ ਸੀ, ਉੱਥੇ ਰਾਮ ਰੱਖਾ ਹੁੰਦਾ ਸੀ, ਮੈਂ ਉਹਦੇ ਨਾਲ। ਕਦੇ ਵੀ ਜਿਹੜਾ ਇੱਧਰਲਾ ਸਿੱਖ ਜਾਂ ਹਿੰਦੂ ਹੈ, ਤੁਸੀਂ ਵੀਡੀਓ ਦੇਖ ਲਓ, ਤੁਸੀਂ ਉਹਨਾਂ ਦੀਆਂ ਆਡੀਓ ਸੁਣ ਲਓ, ਉਹ ਕਦੇ ਨਹੀਂ ਕਹਿੰਦੇ ਕਿ ਹਿੰਦੂ ਨਾਲ ਖੇਡਦਾ ਸੀ, ਜਾਂ ਉੱਧਰਲੇ ਪਾਸੇ ਵਾਲਾ ਮੁਸਲਮਾਨ ਕਦੇ ਨਹੀਂ ਕਹਿੰਦਾ ਕਿ ਮੈਂ ਮੁਸਲਮਾਨ ਨਾਲ ਖੇਡ। ਉਹ ਕਹਿੰਦੇ ਮੈਂ ਸੱਜਣ ਸੂਹ ਨਾਲ ਖੇਡਦਾ ਹੁੰਦਾ ਸੀ, ਇੱਕ ਉੱਥੇ ਮੋਹਨ ਸੂਹ ਹੁੰਦਾ ਸੀ ਸਾਡੇ ਨਾਲ। ਇਹਦਾ ਮਤਲਬ ਹੈ ਕਿ ਜਿੱਦਾਂ ਦੀ ਗਲੀ ਤੁਸੀਂ ਦਿਖਾਈ ਹੈ ਹੁਣ ਗੱਲਾਂ 'ਚ, ਉੱਦਾਂ ਦੀਆਂ ਹੀ ਗਲੀਆਂ ਹੁੰਦੀਆਂ ਸੀ। ਉਹ ਤਾਂ ਪਤਾ ਨਹੀਂ ਕੌਣ ਲੋਕ ਸੀ ਜਿਨ੍ਹਾਂ ਨੇ ਆਣ ਕੇ ਸਾਡੇ ਕੰਨਾਂ 'ਚ ਫੂਕਾਂ ਮਾਰੀਆਂ ਤੇ ਅਸੀਂ ਕੰਧਾਂ ਕੱਢ ਲਈਆਂ ਵਿੱਚ। ਬਸ ਆਹੀ ਇੱਕ ਫਰਕ ਆ। ਸੋ ਇਸੇ ਕਰਕੇ ਆਪਾਂ ਬੇਨਤੀ ਕਰਦੇ ਵੀ ਚਲੋ ਜਿਹੜਾ ਸਮਾਂ ਉਦੋਂ ਉਹਨਾਂ ਨੇ ਇੱਕ ਵਾਰ ਆਪਣੇ ਤੇ ਲਿਆਂਦਾ, ਮੈਂ ਨਹੀਂ ਕਹਿੰਦਾ ਆਇਆ, ਲਿਆਂਦਾ, ਉਹਦਾ ਆਪਾਂ ਨੂੰ ਹੁਣ ਤੱਕ ਨਤੀਜਾ ਮਿਲ ਗਿਆ ਜੀ। ਹੁਣ ਗਾਂਹ ਵੀ ਜੇ ਆਪਾਂ ਨੂੰ ਕੋਈ ਇਦਾਂ ਦਾ ਲੱਭੇ ਵੀ ਆਹ ਇੱਦਾਂ ਹੀ ਤੇ ਆਹ ਇੱਦਾਂ ਹੀ ਤੇ ਆਹ ਫਲਾਨਾ ਹੀ ਤੇ ਆਹ ਢਿਮਕਾ ਹੀ ਤੇ ਤੂੰ ਇੱਦਾਂ ਹੀ ਤੇ ਤੂੰ ਸਾਡਾ ਹੀ ਤੇ ਆਹ ਬੇਗਾਨਾ ਹੀ, ਉਹ ਤੋਂ ਥੋੜ੍ਹਾ ਜਿਹਾ ਪਰਹੇਜ਼ ਕਰਨ ਦੀ ਲੋੜ ਹੈ। ਵੀਰ ਤੂੰ ਗਾਂਹ ਜਾ ਯਾਰ ਭਰਾਵਾ, ਕੋਈ ਹੋਰ ਨੂੰ ਸਲਾਹ ਦੇ ਲਾ, ਨਹੀਂ ਲੋੜ। ਹੁਣ ਜੇ ਆਪਾਂ ਇੱਥੇ ਜੇ ਆਪਾਂ ਦੇਖੀਏ ਇਸ ਧਰਤੀ 'ਤੇ, ਹੁਣ ਬਹੁਤਾ ਕਰਕੇ ਇਮੀਗ੍ਰੈਂਟਸ ਦਾ ਦੇਸ਼ ਕਹਿੰਦੇ ਜੀ। ਆਪਾਂ ਕਿੰਨੇ ਵੰਨ-ਸੁਵੰਨੇ ਲੋਕ ਦੇਖਦੇ ਹਾਂ, ਉਹਦੇ 'ਚੋਂ ਕਿਸੇ ਨਾਲ ਗੱਲ ਕਰਕੇ ਦੇਖੋ, ਕੋਈ ਕਹਿੰਦਾ ਮੈਂ ਉਹ ਯੂਰਪ ਤੋਂ ਆਇਆ ਸੀ, ਜਾਂ ਮੇਰਾ ਪਿਓ ਆਇਆ ਸੀ, ਮੇਰਾ ਦਾਦਾ ਆਇਆ ਸੀ, ਕੋਈ ਕਹਿੰਦਾ ਮੈਂ ਉਹ ਅਰਬ ਕੰਟਰੀਜ਼ ਵਾਲੇ ਪਾਸਿਓਂ ਆਇਆ, ਕੋਈ ਕਹਿੰਦਾ ਮੈਂ ਉਹ ਭਾਰਤ ਵਾਲੇ ਪਾਸਿਓਂ ਆਇਆ, ਕੋਈ ਪਾਕਿਸਤਾਨ ਵਾਲੇ ਪਾਸਿਓਂ ਆਇਆ। ਇਹ ਵੀ ਤੇ ਰਹੀ ਜਾਂਦੇ ਆ। ਇਹਦਾ ਮਤਲਬ ਇਹ ਹੋ ਗਿਆ ਵੀ ਇਹਨਾਂ ਦੇ ਜੇ ਕੰਨ 'ਚ ਕਿਸੇ ਨੇ ਫੂਕ ਮਾਰੀ ਨੇ, ਉਹ ਇੱਦਾਂ ਨਹੀਂ ਹੁੰਦਾ, ਤੁਸੀਂ ਦੇ ਫਲਾਨੇ ਜੇ ਇੱਦਾਂ ਕਿੱਦਾਂ ਹੋ ਗਿਆ ਫਿਰ। ਇਹਦਾ ਮਤਲਬ ਇਹ ਹੋ ਗਿਆ ਵੀ ਜੇ ਕਿਸੇ ਨੇ ਕੰਨ 'ਚ ਫੂਕ ਨਹੀਂ ਮਾਰੀ ਤੇ ਅਗਲਾ ਸੌਖਾ, ਜਿਹਦੇ ਕੰਨ 'ਚ ਫੂਕ ਮਾਰਤੀ ਉਹ ਫਿਰ ਉਹਦੇ ਹਿਸਾਬ ਨਾਲ ਤੁਰ ਪੈਂਦਾ। ਪਰ ਇੰਨੀ ਕੁ ਗੱਲ ਮੈਨੂੰ ਲੱਗਦਾ ਵੀ ਜੇ ਕਿਤੇ ਆਪਾਂ ਥੋੜ੍ਹੀ ਜਿਹੀ ਸਮਝ ਲਈਏ ਵੀ ਕਿੱਥੋਂ ਕਿਹਨੂੰ ਕਿਵੇਂ ਵੰਡਿਆ ਤੋੜਿਆ ਜਾਂਦਾ ਜਾਂ ਘੜ ਕੇ ਆਪਣੇ ਹਿਸਾਬ ਦਾ ਪੇਸ਼ ਕੀਤਾ ਜਾਂਦਾ, ਉਹਨੂੰ ਜੇ ਸਮਝ ਲਿਆ ਜਾਵੇ ਤੇ ਮੇਰੇ ਖਿਆਲ ਨਾਲ ਆਉਂਦੇ 25 ਕੁ ਸਾਲ, ਆਪਾਂ 75 ਦੇ ਚਲੋ ਜੋ ਨਹੀਂ ਬਣ ਸਕਿਆ, 25 ਕੁ ਸਾਲਾਂ 'ਚ ਸ਼ਾਇਦ ਵਾਕਿਆ ਉਹ ਜਿਨ੍ਹਾਂ ਨੇ ਉਦੋਂ ਸ਼ਹਾਦਤਾਂ ਦਿੱਤੀਆਂ ਸੀ, ਜਿਹੜੇ ਕਾਲੇ ਪਾਣੀ ਵਾਲਿਆਂ ਦੀ ਆਪਾਂ ਹੁਣੇ ਗੱਲ ਕਰਦੇ ਸੀ, ਸ਼ਾਇਦ ਕਿਤੇ ਉਹਨਾਂ ਦੇ ਸੁਪਨਿਆਂ ਨਾਲ ਭਾਰਤ ਬਣ ਜਾਵੇ। ਸੁਤੰਤਰਤਾ ਸੈਨਾਨੀਆਂ ਕੋ ਯਾਦ ਰੱਖਣਾ ਚਾਹੀਏ, ਇੱਦਾਂ ਦੀਆਂ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ। ਆਮ ਲੋਕਾਂ ਨੂੰ ਚੇਤਾ, ਉਹਦੀ ਇੱਕ ਪ੍ਰਤੱਖ ਉਦਾਹਰਣ ਆਜ਼ਾਦੀ ਤੋਂ ਇੱਕ ਦਿਨ ਪਹਿਲਾਂ ਮਿਲੀ 47 ਸਾਲ, ਕਿ ਆਮ ਲੋਕਾਂ ਨੂੰ ਇਹ ਸਬਕ ਪੜ੍ਹਾਉਣ ਦੀ ਬਹੁਤੀ ਲੋੜ ਨਹੀਂ, ਕਿਉਂਕਿ ਲੋਕ ਇੱਕ ਹੀ ਨੇ। ਤੁਸੀਂ ਉਹਨਾਂ ਨੂੰ ਦੱਸਦੇ ਹੋ ਤੁਸੀਂ ਦੋ ਆ, ਤਾਂ ਫਿਰ ਉਹਨਾਂ ਨੂੰ ਲਾਸ਼ਾ ਜਾਂ ਦੋ ਆ ਵੱਖਰੇ ਆ ਅਸੀਂ। ਬੁੱਢਾ ਨਾਲਾ ਆਪਾਂ ਸਾਰਿਆਂ ਨੂੰ ਪਤਾ, ਬਾਰ-ਬਾਰ ਜ਼ਿਕਰ ਆਉਂਦਾ ਕਿ ਬੁੱਢੇ ਨਾਲੇ ਦੇ ਵਿੱਚ ਉਹ ਬਹੁਤ ਸਾਰੀਆਂ ਚੀਜ਼ਾਂ, ਧਾਤਾਂ ਰਲੀਆਂ ਹੋਈਆਂ, ਪਦਾਰਥ ਰਲਿਆ, ਲਿਕੁਇਡ ਰਲਿਆ, ਜਿਹਦੇ ਨਾਲ ਪਾਣੀ ਪਲੀਤ ਹੋ ਗਿਆ, ਸਿਹਤ ਲਈ ਖਤਰਾ ਹੈ। ਬੁੱਢਾ ਨਾਲਾ ਸਤਲੁਜ 'ਚ ਡਿੱਗਦਾ ਹੈ, ਸਤਲੁਜ ਦੇ ਪਾਣੀ ਨੂੰ ਖਰਾਬ ਕਰਦਾ ਹੈ, ਉਹਦੇ ਵਿੱਚੋਂ ਨਹਿਰਾਂ ਨਿਕਲਦੀਆਂ, ਉਹ ਪਾਣੀ ਪਸ਼ੂ ਪੀਂਦੇ, ਮਨੁੱਖ ਪੀਂਦੇ, ਫਸਲਾਂ ਨੂੰ ਲੱਗਦਾ, ਸਾਰਾ ਕੁਝ ਦੂਸ਼ਿਤ ਹੋ ਗਿਆ। ਹੁਣ ਹੋਇਆ ਕੀ ਕਿ ਵਾਤਾਵਰਣ ਪ੍ਰੇਮੀ ਜਥੇਬੰਦੀਆਂ ਨੇ, ਸਾਂਝੇ ਤੌਰ 'ਤੇ ਕਿਸਾਨ ਜਥੇਬੰਦੀਆਂ ਵੀ ਵਿੱਚ, ਉਹਨਾਂ ਨੇ ਬੁੱਢੇ ਨਾਲੇ ਦੇ ਇੱਕ ਹਿੱਸੇ ਦੇ ਮੂਹਰੇ ਹਜ਼ਾਰਾਂ ਹੀ ਮਿੱਟੀ ਦੀਆਂ ਬੋਰੀਆਂ ਭਰ ਕੇ ਸੁੱਟਤੀਆਂ। ਯਾਨੀ ਬੁੱਢੇ ਨਾਲੇ 'ਚੋਂ ਪਾਣੀ ਜਾ ਰਿਹਾ, ਇੱਥੇ ਸਤਲੁਜ 'ਚ ਡਿੱਗਦਾ, ਇੱਥੇ ਬੰਨ੍ਹ ਲਾ ਦਿੱਤਾ ਉਹਨਾਂ ਨੇ ਬੋਰੀਆਂ ਸਿੱਟ ਕੇ। ਹੁਣ ਸ਼ਬਦ ਆਪਾਂ ਕੀ ਵਰਤ ਰਹੇ, ਉਹ ਕੀ ਕਹਿੰਦੇ? ਉਹ ਕਹਿੰਦੇ ਜੀ ਦੇਖੋ ਤੁਹਾਡੀ ਡਿਊਟੀ ਹੈ ਕਿ ਪਿੱਛੇ ਜਿਹੜਾ ਕੈਮੀਕਲ ਬੁੱਢੇ ਨਾਲੇ 'ਚ ਡਿੱਗਦਾ ਉਹ ਰੋਕੋ, ਅਸੀਂ ਦੂਸ਼ਿਤ ਪਾਣੀ ਸਤਲੁਜ 'ਚ ਨਹੀਂ ਜਾਣ ਦੇਣਾ, ਕਿਉਂਕਿ ਸਤਲੁਜ ਦਾ ਪਾਣੀ ਨਹਿਰਾਂ ਰਾਹੀਂ ਲੋਕਾਂ, ਫਸਲਾਂ ਤੇ ਪਸ਼ੂਆਂ ਤੱਕ ਕੱਪੜਦਾ। ਬਿਲਕੁਲ ਉੱਥੇ ਕਿਸੇ ਨੇ ਸ਼ਬਦ ਨਹੀਂ ਵਰਤਿਆ ਕਿ ਸਿੱਖਾਂ ਨੇ ਬੋਰੀਆਂ ਸਿੱਟਤੀਆਂ, ਹਿੰਦੂਆਂ ਨੇ ਬੋਰੀਆਂ ਸਿੱਟਤੀਆਂ, ਮੁਸਲਮਾਨਾਂ ਨੇ ਬੋਰੀਆਂ ਸਿੱਟਤੀਆਂ, ਨਾਸਤਕਾਂ ਨੇ ਸਿੱਟਤੀਆਂ ਕਿ ਆਸਤਕਾਂ ਨੇ ਸਿੱਟਤੀਆਂ। ਸ਼ਬਦ ਵਰਤਿਆ ਗਿਆ ਵਾਤਾਵਰਣ ਪ੍ਰੇਮੀਆਂ ਨੇ, ਤੇ ਵਾਤਾਵਰਣ ਪ੍ਰੇਮੀ ਸਾਰੇ ਹੀ ਨੇ। ਹੁਣ ਡਿਊਟੀ ਕਿਹਦੀ ਸੀ? ਡਿਊਟੀ ਸੀ ਲੀਡਰਸ਼ਿਪ ਦੀ, ਚਾਹੇ ਹੁਣ ਵਾਲੀ ਦੀ ਤੇ ਚਾਹੇ ਪਿਛਲੀ ਲੀਡਰਸ਼ਿਪ ਦੀ। ਨਹੀਂ ਕੀਤਾ ਤਾਂ ਲੋਕਾਂ ਨੇ ਸਾਂਝੇ ਤੌਰ ਤੇ ਕੰਮ ਕੀਤਾ। ਹਾਲਾਂਕਿ ਪੁਲਿਸ ਨੇ ਉੱਥੇ ਪਹਿਲਾਂ ਇੱਥੇ ਟੈਂਟ ਲਾਇਆ ਸੀ, ਟੈਂਟ ਵੀ ਪੱਟਿਆ ਕਿ ਭਾਈ ਇਹ ਕੰਮ ਨਹੀਂ ਕਰਨ ਦੇਣਾ, ਬਾਅਦ ਵਿੱਚ ਮੰਨੇ ਵੀ ਹੋਣਗੇ ਕਿ ਭਾਈ ਅਸੀਂ ਕੋਈ ਨਾ ਕੋਈ ਕਾਰਵਾਈ ਕਰਦੇ ਹਾਂ। ਪਰ ਜਿੱਥੇ ਲੋਕਾਂ ਨੂੰ ਲੱਗਦਾ ਕਿ ਭਾਈ ਹੁਣ ਪਾਣੀ ਸਿਰ ਤੋਂ ਲੰਘ ਗਿਆ, ਹੁਣ ਔਖਾ ਹੋ ਗਿਆ,
ਉੱਥੇ ਲੋਕਾਂ ਦੇ ਵਿੱਚ ਕੋਈ ਧੜੇਬੰਦੀ ਨਹੀਂ, ਕਿਸੇ ਤਰ੍ਹਾਂ ਦਾ ਕੋਈ ਵਖਰੇਵਾਂ ਨਹੀਂ, ਉਹ ਮਨੁੱਖਤਾ ਨੂੰ ਬਚਾਉਣ ਦੇ ਲਈ ਸਾਰੇ ਇਕੱਠੇ ਆ, ਤੁਸੀਂ ਨਾ ਵੰਡਿਓ। ਨਹੀਂ ਬਿਲਕੁਲ ਨਹੀਂ। ਨਾਲੇ ਵੇਖਦੇ ਨਾ, ਜੇ ਕਿਸੇ ਨੂੰ ਜਾਪਦਾ ਹੋਵੇ ਵੀ ਹਰੇਕ ਬੰਦਾ ਜਿਹੜਾ ਉਹਦੇ ਅੰਦਰ ਬਹੁਤ ਜ਼ਿਆਦਾ ਸਖਤੀ ਹੁੰਦੀ ਵੀ ਨਾ ਇਹ ਤੇ ਫਲਾਨਾ ਹੀ, ਉਹ ਵੀ ਨਾ ਜਦੋਂ ਕਾਬੂ ਆਉਂਦਾ ਫਿਰ ਪਤਾ ਲੱਗਦਾ। ਮੰਨ ਲਓ ਅੱਜ ਦੀ ਡੇਟ 'ਚ ਕਿਸੇ ਰੱਬ ਨਾ ਕਰੇ ਵੀ ਕਿਸੇ ਨੂੰ ਹਸਪਤਾਲ ਜਾਣਾ ਪੈ ਜਾਵੇ, ਉਧਰ ਆਖਰੀ ਪ੍ਰਾਣ ਹੋਣ ਤੇ ਪਰਿਵਾਰ ਵਾਲਿਆਂ ਨੂੰ ਹੁੰਦਾ ਵੀ ਭਾਈ ਸਾਹਿਬ ਕੋਈ ਬਚਾ ਲਵੇ ਇਹਨੂੰ ਜੀ। ਸਾਹਮਣੇ ਜਿਹੜਾ ਡਾਕਟਰ ਨਰਸ ਜਾਂ ਕੋਈ ਟੀਕਾ ਲਾਉਣ ਵਾਲਾ, ਕੋਈ ਐਮਰਜੈਂਸੀ ਦੇ ਵਿੱਚ ਕੋਈ ਵੀ ਮੈਡੀਕਲ ਵਾਲਾ ਬੰਦਾ ਹੋਵੇ, ਉਹਨੂੰ ਹੱਥ ਲਾਉਣ ਤੋਂ ਪਹਿਲਾਂ ਕੋਈ ਪੁੱਛਦਾ ਵੀ ਇੱਕ ਮਿੰਟ ਭਾਜੀ ਪਹਿਲਾਂ ਬਾਅਦ 'ਚ ਹੱਥ ਲਾਓ, ਪਹਿਲਾਂ ਧਰਮ ਦੱਸੋ ਕਿਹੜਾ ਤੁਹਾਡਾ। ਜੇ ਕਿਸੇ ਦੀ ਮੰਨ ਲਓ ਕਿਡਨੀ ਖਰਾਬ ਹੈ ਨਾ, ਵੀ ਅੰਤਿਮ ਮਹਾਰਾਜ ਸਾਹਾਂ ਨੇ ਇਹਦੀਆਂ, ਜੇ ਕਿਤੋਂ ਕਿਡਨੀ ਦਾਨ ਮਿਲਦੀ ਤੇ ਲੈ ਲਓ, ਉੱਥੇ ਵੀ ਡਾਕਟਰ ਮੈਚ ਕਰਦੇ ਤੇ ਉਹ ਕਿਡਨੀ ਮੈਚ ਕਰਦੇ ਵੀ ਵੀਰ ਮੇਰਾ ਵੀ ਇਹ ਮੈਚ ਹੋ ਜਾਊਗੀ ਕਿ ਨਹੀਂ ਹੋ ਜਾਊਗੀ। ਜਾਂ ਦੇ ਉੱਥੇ ਹੋਏ ਨਾ ਵੀ ਸਰਟੀਫਿਕੇਟ ਦੇ ਪਹਿਲਾਂ ਮੈਚ ਕੀਤਾ ਵੀ ਸਿੱਖ ਨੂੰ ਸਿੱਖ ਦੀ ਕਿਡਨੀ ਲੱਗ ਸਕਦੀ, ਮੈਡੀਕਲ ਦੇ ਹਿਸਾਬ ਨਾਲ ਬਲੱਡ ਇੱਕ ਦੂਸਰੇ ਨਾਲ ਰਲੇ ਭਾਵੇਂ ਨਾ ਰਲੇ। ਬਲੱਡ ਦੀਆਂ ਵੀ ਕਿਸਮਾਂ ਨੇ ਨਾ, ਵੀ ਫਲਾਣੇ ਦਾ ਬਲੱਡ ਫਲਾਣੇ ਨੂੰ ਚੜ੍ਹ ਸਕਦਾ ਕਿ ਨਹੀਂ ਚੜ੍ਹ ਸਕਦਾ, ਉਹਦੇ ਨਾਲ ਨਹੀਂ ਫਰਕ ਪੈਂਦਾ ਵੀ ਹਿੰਦੂ ਦਾ ਸਿੱਖ ਨੂੰ ਚੜੂ ਜਾਂ ਸਿੱਖ ਦਾ ਮੁਸਲਮਾਨ ਨੂੰ ਚੜੂ ਕਿ ਨਹੀਂ ਚੜੂ। ਹਾਂ, ਉਹ ਬਲੱਡ ਮੈਚ ਕਰਨਾ ਚਾਹੀਦਾ। ਮੈਂ ਕੁਦਰਤੀ ਸੋਚਦਾ ਵੀ ਜੇ ਕੁਦਰਤ ਨੇ ਬਣਾਉਣ ਲੱਗਿਆ ਉਹਨੇ ਸਾਰਾ ਸਪੇਅਰ ਪਾਰਟ ਸੇਮ ਰੱਖਿਆ, ਤੇ ਫਿਰ ਇੱਥੇ ਆ ਕੇ ਜਿਹੜਾ ਆਪਾਂ ਜੋੜ ਤੋੜ ਜਿਹਾ ਲਾ ਕੇ ਬਹਿ ਗਏ ਆਪਣੇ ਹਿਸਾਬ ਨਾਲ, ਉਹਦੇ 'ਚ ਨਫ਼ਰਤ ਹੀ ਕਿਉਂ ਆ? ਦੇਖੋ ਮੈਂ ਫਿਰ ਉੱਥੇ ਆਉਣਾ ਸੰਧਾਲੀਆ ਸਾਹਿਬ, ਆਮ ਲੋਕਾਂ ਦੇ ਵਿੱਚ ਤਾਂ ਨਫ਼ਰਤ ਵਾਲੀ ਗੱਲ ਕੋਈ ਨਹੀਂ ਹੈਗੀ। ਨਹੀਂ, ਪਾਉਣ ਵਾਲਿਆਂ ਦੀ ਮੈਂ ਗੱਲ ਕਰਦਾ। ਪਾਉਣ ਵਾਲੇ ਤਾਂ ਮਹਾਰਾਜ ਉਹਨਾਂ ਨੇ ਤਾਂ ਸਿੱਧੀ ਪਾਈਪ ਲਾਈ, ਉਹ ਕਹਿੰਦੇ ਕਿੱਥੇ ਆ ਵੀ ਟੂਟੀ ਨਹੀਂ ਕਹਿੰਦੇ ਸਿੱਧੀ ਪਾਈਪ ਲਾਓ, ਪਰ ਉਹ ਗੇਟ ਵਾਲ ਖੋਲ ਜਰਾ, ਛੱਡ ਸਾਰਾ ਹੀ ਪ੍ਰੈਸ਼ਰ ਨਾਲ। ਹੁਣ ਤਾਂ ਫੁਆਰੇ ਵੀ ਕਈ ਤਰ੍ਹਾਂ ਦੇ ਨੇ, ਤਿੱਖੀ ਧਾਰ ਇੱਦਾਂ ਵਾਲਾ ਫੁਆਰਾ ਜਿਹਾ, ਉਹ ਕਹਿੰਦੇ ਜੀ ਸਾਡੇ ਕੋਲ ਸਾਰ ਤਰ੍ਹਾਂ ਦਾ ਹੈਗਾ, ਜੇ ਲੋਕ ਥੋੜ੍ਹੇ ਹੋਣਗੇ ਐਂ ਵੰਡ ਦਿਆਂਗੇ, ਨਹੀਂ ਤਾਂ ਇਸ ਤਰ੍ਹਾਂ ਕਰ ਦਿਆਂਗੇ। ਹਾਂ, ਪਰ ਇੱਕ ਗੱਲ ਹੈਗੀ ਆ, ਲੋਕ ਸਮਝਦਾਰ ਹੋ ਗਏ, ਲੋਕਾਂ ਨੂੰ ਐਜੂਕੇਟ ਕਰੋ ਭਾਈ, ਸਿੱਖਿਆ ਦੇ ਪ੍ਰਬੰਧ ਕਰ ਦਿਓ, ਲੋਕਾਂ ਨੂੰ ਸਿਹਤ ਸੇਵਾਵਾਂ ਦੇ ਪ੍ਰਬੰਧ ਕਰ ਦਿਓ। ਤੇ ਸਭ ਤੋਂ ਵੱਡੀ ਗੱਲ ਸੰਧਾਲੀਆ ਸਾਹਿਬ, ਜਦੋਂ ਜ਼ਿੰਮੇਵਾਰੀ ਦੀਆਂ ਆਉਂਦੀਆਂ ਨੇ, ਦੇਖੋ ਕਮਜ਼ੋਰੀਆਂ ਤਾਂ ਹੈਗੀਆਂ, ਤੇ ਕਮਜ਼ੋਰੀਆਂ ਦਾ ਮਤਲਬ ਇਹ ਨਹੀਂ ਕਿ ਘਬਰਾ ਜਾਈਏ, ਕਮਜ਼ੋਰੀਆਂ ਦੂਰ ਕਰਨੀਆਂ ਪੈਣਗੀਆਂ। ਮੈਂ ਹੈਰਾਨ ਹੁੰਨਾ, ਰਿਪੋਰਟਾਂ ਕੀ ਨੇ ਆਪਣੇ ਮੀਡੀਆ ਦੀਆਂ, ਇਸ ਲੀਡਰ ਨੇ ਇਸ ਚੋਣ ਤੋਂ ਪਹਿਲਾਂ ਇੰਨੀਆਂ ਰੈਲੀਆਂ ਕੀਤੀਆਂ, ਇੱਕ ਦਿਨ 'ਚ 3 ਰੈਲੀਆਂ ਕੀਤੀਆਂ, ਇਹਨੇ 4 ਕੀਤੀਆਂ, ਇੰਨੇ ਰੋਡ ਸ਼ੋਅ ਕੀਤੇ, ਤੇ ਉਹ ਰੈਲੀ ਦੇ ਵਿੱਚ ਜੇ 70 ਮਿੰਟ ਦਾ ਭਾਸ਼ਣ ਹੋਵੇ ਤਾਂ ਵਿੱਚੋਂ 55 ਮਿੰਟ ਦੂਸਰੇ ਲੀਡਰਾਂ ਤੇ ਦੋਸ਼ ਹੀ ਲਾਉਂਦੇ ਆ। ਇਹ ਰਾਜਨੀਤੀ ਕਰਨ ਦੇ ਲਈ ਦੇਸ਼ ਥੋੜ੍ਹੀ ਆਜ਼ਾਦ ਕਰਾਇਆ ਸੀ, ਜਿਹੜੀ ਰਾਜਨੀਤੀ ਤੁਸੀਂ ਕਰਨ ਲੱਗ ਪਏ। ਮੈਂ ਹੈਰਾਨ ਇਸ ਗੱਲ ਤੋਂ ਵੀ ਹੁੰਨਾ ਕਿ ਭਾਈ ਜੇ ਸਾਡੇ ਆਜ਼ਾਦੀ ਘੁਲਾਟੀ ਉੱਪਰੋਂ ਕਿਤੋਂ ਵਹਿੰਦੇ ਹੋਏ, ਜੇ ਕੋਈ ਪ੍ਰੋਸੈਸ ਪ੍ਰਕਿਰਿਆ ਇਦਾਂ ਦੀ ਹੋਈ ਕਿ ਉਹਨਾਂ ਨੂੰ ਪਤਾ ਲੱਗਦਾ ਹੋਇਆ, ਰਿਪੋਰਟਾਂ ਕੀ ਆਉਂਦੀਆਂ? ਹੁਣ ਤੱਕ ਚੋਣ ਪ੍ਰਚਾਰ ਦੇ ਚੱਲਦਿਆਂ ਪ੍ਰਸ਼ਾਸਨ ਨੇ ਬਹੁਤ ਸਖਤੀ ਤੋਂ ਕੰਮ ਲਿਆ, ਕਰੜੇ ਕਦਮ ਚੁੱਕੇ, ਇੰਨੇ ਕਰੋੜ ਨਕਦੀ, ਇੰਨੇ ਹਜ਼ਾਰ ਬੋਤਲਾਂ ਸ਼ਰਾਬ ਦੀਆਂ, ਇੰਨਾ ਚੂਰਾ ਪੋਸਤ ਤੇ ਇੰਨੀਆਂ ਚੀਜ਼ਾਂ ਵੋਟਰਾਂ ਨੂੰ ਜਿਹੜੀਆਂ ਪ੍ਰਭਾਵਿਤ ਕਰਨ ਲਈ ਵਰਤੀਆਂ ਜਾਣੀਆਂ ਸੀ, ਉਹ ਜ਼ਬਤ ਕਰ ਲਈਆਂ, ਇੰਨੇ ਪਰਚੇ ਦਰਜ ਕਰਤੇ। ਯਾਰ ਜੇ ਤੁਸੀਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਜੇ ਵੀ ਸ਼ਰਾਬਾਂ ਵੰਡਣ ਤੇ ਲੱਗੇ ਹੋ, ਤੁਹਾਨੂੰ ਲੱਗਦਾ ਕਿ ਅਸੀਂ ਪੈਸਿਆਂ ਦੇ ਨਾਲ ਲੋਕਾਂ ਨੂੰ ਵੰਡ ਕੇ ਵੋਟਾਂ ਲੈਣੀਆਂ, ਫਿਰ ਤੁਸੀਂ ਯੋਗ ਨਹੀਂ ਹੋ ਦੇਸ਼ ਲਈ, ਸੂਬੇ ਲਈ, ਤੁਸੀਂ ਕੁਰਸੀਆਂ ਦੇ ਉੱਤੇ ਬੈਠਣ ਦੇ। ਜੇ ਤੁਸੀਂ ਕੀਤੇ ਕੰਮਾਂ ਦੇ ਆਧਾਰ ਦੇ ਉੱਤੇ ਵੋਟਾਂ ਹੀ ਨਹੀਂ ਮੰਗ ਸਕਦੇ, ਤੁਹਾਨੂੰ ਲੱਗਦਾ ਕਿ ਤੁਹਾਨੂੰ ਕੋਈ ਹੋਰ ਓੜ-ਪੋੜ ਕਰਨਾ ਪੈਣਾ। ਮੈਂ ਹੈਰਾਨ ਹਾਂ, ਅਜੇ ਵੀ ਸਿਫਾਰਿਸ਼ਾਂ ਪਾਈ ਜਾਂਦੀਆਂ, ਯਾਰ ਉਹਦੀ ਰਿਸ਼ਤੇਦਾਰੀ ਕੱਢੋ, ਇਸ ਪਿੰਡ ਦੇ ਵਿੱਚ ਥੋੜ੍ਹੀ ਜਿਹੀ ਆਪਣੀ ਪਾਰਟੀ ਵੀਕ ਹੈ, ਕਮਜ਼ੋਰ ਹੈ, ਉਸ ਵਾਰਡ ਦੇ ਉੱਤੇ, ਉਸ ਬੂਥ ਦੇ ਉੱਤੇ ਬੰਦੇ ਹੋਰ ਲਾਓ, ਰਿਸ਼ਤੇਦਾਰੀਆਂ ਕੱਢ ਕੇ ਲਿਜਾਓ, ਜਿੱਦਾਂ ਵੀ ਕਿਸੇ 'ਤੇ ਪ੍ਰਭਾਵ ਪੈ ਸਕਦਾ ਪਾਓ। ਇਹਦਾ ਮਤਲਬ ਤੁਸੀਂ ਕੰਮ ਹੀ ਨਹੀਂ ਕੀਤੇ, ਇਹਦਾ ਮਤਲਬ ਤੁਸੀਂ ਵਿਜ਼ਨ ਨਹੀਂ ਦਿੱਤਾ, ਇਹਦਾ ਮਤਲਬ ਦੇਸ਼ ਨੂੰ ਤੁਹਾਨੂੰ ਅੱਗੇ ਲਿਜਾਣ ਦੇ ਲਈ ਕੋਈ ਚੀਜ਼ ਹੀ ਨਹੀਂ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ, ਜਿਹਨਾਂ ਦੀ ਡਲਹੌਜ਼ੀ ਦੇ ਵਿੱਚ ਡੈਥ ਹੋਈ 15 ਅਗਸਤ 1947 ਨੂੰ, ਕਿਉਂਕਿ ਉਹਨੂੰ ਚੇਤੇ ਕਰਨਾ ਬਹੁਤ ਜ਼ਰੂਰੀ ਹੈ। ਉਹਨਾਂ ਨੇ ਸੰਧਾਲੀਆ ਸਾਹਿਬ ਬੜਾ ਲੰਬਾ ਸਮਾਂ ਜਲਾਵਤਨ ਰਹੇ, ਉਹਨਾਂ ਨੂੰ ਦੇਸ਼ ਨਹੀਂ ਸੀ ਪਰਤਣ ਦਿੱਤਾ ਜਾ ਰਿਹਾ। ਇਟਲੀ ਦੇ ਵਿੱਚ, ਜਰਮਨੀ ਦੇ ਵਿੱਚ, ਬ੍ਰਾਜ਼ੀਲ ਦੇ ਵਿੱਚ ਜਾ ਕੇ ਉਹਨਾਂ ਨੇ ਪ੍ਰਚਾਰ ਕੀਤਾ, ਫੌਜਾਂ ਦੁਨੀਆ ਦੇ ਵਿੱਚ ਖੜੀਆਂ ਕੀਤੀਆਂ ਕਿ ਭਾਈ ਆਪਾਂ ਏਕਤਾ ਵੱਲ ਨੂੰ ਤੁਰਨਾ ਹੈ, ਆਪਾਂ ਸਾਰਿਆਂ ਨੂੰ ਬਰਾਬਰ ਦਾ ਹਿੱਸਾ ਮਿਲੇ, ਸ਼ੋਸ਼ਣ ਤੋਂ ਮੁਕਤੀ ਮਿਲੇ, ਉੱਧਰ ਕੰਮ ਕਰਨਾ। ਉਹਨਾਂ ਨੇ ਕਿਤਾਬ 'ਚ ਲਿਖਿਆ ਸੀ ਇੱਕ ਕਿ ਦੇਸ਼ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਹੈ। ਜਦੋਂ ਦੇਸ਼ ਆਜ਼ਾਦ ਹੋ ਗਿਆ, ਆਜ਼ਾਦੀ ਤੋਂ ਬਾਅਦ, ਕਿਉਂਕਿ ਉਹਨਾਂ ਨੂੰ ਵੀ ਦੀਦਾ ਸੀ ਕਿ ਅਨਪੜ੍ਹਤਾ ਕਿੰਨੀ ਹੈ, ਭੋਜਨ ਦੀ ਕਿੰਨੀ ਘਾਟ ਹੈ, ਇੰਡਸਟਰੀ ਕਿੱਦਾਂ ਲਾਉਣੀ ਹੈ, ਸੁਰੱਖਿਆ ਕਿੱਦਾਂ ਚਾਹੀਦੀ ਹੈ। ਇੱਕ ਪਾਸੇ ਹਿਮਾਲਿਆ ਪਰਬਤ ਹੈ, ਦੂਜੇ ਪਾਸੇ ਰਾਜਸਥਾਨ ਹੈ, ਤੀਜੇ ਪਾਸੇ ਕੁਛ ਹੈ ਜਿਹੜੇ ਵੱਖੋ ਵੱਖਰੇ। ਕਿਤਾਬ 'ਚ ਲਿਖਿਆ ਕਿ ਦੇਸ਼ ਇਹ ਨਹੀਂ ਆਜ਼ਾਦ ਹੋ ਗਿਆ ਤਾਂ ਸਭ ਕੁਝ ਠੀਕ ਹੋ ਜਾਊਗਾ, ਉਹਨੂੰ ਇਹਨਾਂ ਲੀਹਾਂ ਦੇ ਉੱਤੇ ਲੈ ਕੇ ਜਾਣਾ ਪੈਣਾ। ਨਹਿਰੂ ਸਾਹਿਬ ਨੂੰ ਦਿੱਤਾ ਵੀ ਸੀ ਉਹਨਾਂ ਨੇ, ਤੇ ਅੱਜ ਨਾ ਵੀ ਪੈਸੇ ਵੰਡ ਲਓ, ਵੋਟਾਂ ਲੈ ਲਓ, ਮੁੜ ਕੇ ਡਿਵੈਲਪਮੈਂਟ ਨੂੰ ਦੇਖੀ ਉਹ ਹੋ ਜੂ ਨਹੀਂ ਤਾਂ ਨਾ ਸੀ। ਆਖਰੀ 6 ਮਹੀਨੇ ਗਰਾਂਟਾਂ ਵੰਡ ਦਿਓ। ਇਹ ਦੇਖੋ ਗੱਲ, ਆਹ ਦੇਖੋ ਨਾ, ਜਦੋਂ ਇੰਨਾ ਕੁਛ ਕਰਨਾ ਜੀ, ਹੁਣ ਸਵਾਲ ਇਹ ਆ ਵੀ ਮੈਂ ਤਾਂ ਕਈ ਵਾਰ ਸੋਚਦਾ ਹਾਂ ਨਾ ਵੀ ਇਲੈਕਸ਼ਨ ਜਿਹੜੀ ਹੈ ਨਾ, ਉਹਦੀ ਤਰੀਕ ਕਿਤੇ 15 ਅਗਸਤ ਰੱਖੀ ਜਾਵੇ। ਅੱਜ ਨਹੀਂ, ਆਉਣ ਵਾਲੇ ਟਾਈਮ ਦੇ ਵਿੱਚ ਕਿਤੇ ਕੋਈ ਮੰਨ ਲਓ ਇਲੈਕਸ਼ਨ ਕਮਿਸ਼ਨ ਰੱਖ ਦੇਵੇ ਵੀ ਭਾਈ ਸਾਹਿਬ 15 ਅਗਸਤ ਨੂੰ ਆਜ਼ਾਦੀ ਦੇ ਨਾਲੇ ਦਿਨ ਵੋਟਾਂ ਪੈਣਗੀਆਂ।
ਉਤੋਂ ਫਿਰ ਪਿਛਲੇ 15-14 ਦਿਨ ਜਦੋਂ ਮਤਲਬ ਅਚਾਨਕ ਤੋਂ ਹੁਣ ਵੀ ਆਪਾਂ ਪਿਛਲੇ 15 ਦਿਨ ਵੇਖਦੇ ਰਹੇ ਵੀ ਬਹੁਤ ਜ਼ਿਆਦਾ ਮਤਲਬ ਦੇਸ਼ ਭਗਤੀ, ਉਦੋਂ ਭਲਾ ਕੀ ਕਰਦੇ ਨੇ ਲੀਡਰ? ਕਿਉਂਕਿ ਕਾਰਨ ਇਹ ਨਾ ਵੀ ਉਦੋਂ ਘੱਟੋ ਘੱਟ ਚੇਤੇ ਤੇ ਰਹੂਗਾ ਵੀ ਯਾਰ ਆਹ ਉਹ ਦੇਸ਼ ਸੀ ਜਿਹੜਾ ਕਿ ਆਜ਼ਾਦ ਕਰਾਇਆ ਗਿਆ, ਇਸ ਦੇਸ਼ ਨੂੰ ਅੱਗੇ ਆਪਾਂ ਵਧਾਉਣਾ ਹੈ, ਅਤੇ ਵਧਾਉਣ ਦੇ ਲਈ ਤੁਸੀਂ ਮੈਨੂੰ ਹੀ ਕਿਉਂ ਚੁਣੋ, ਇਹਦੇ ਲਈ ਮੈਂ ਕੀ ਕਰ ਰਿਹਾ। ਮੇਰੇ ਖਿਆਲ ਨਾਲ ਉਹ ਸਭ ਤੋਂ ਵਧੀਆ ਐਗਜ਼ਾਮਪਲ ਹੋਣੀ ਹੈ ਵੀ ਆਪੇ ਲੀਡਰਾਂ ਨੂੰ ਉਹਨਾਂ ਦਾ ਜਵਾਬ ਮਿਲ ਜਾਣਾ, ਲੋਕਾਂ ਨੂੰ ਉਹਨਾਂ ਦਾ ਜਵਾਬ ਮਿਲ ਜਾਣਾ। ਅਤੇ ਦੂਜੀ ਗੱਲ ਜੇ ਇੱਦਾਂ ਮੰਨ ਲਓ ਨਹੀਂ ਸਮਝ ਆਉਂਦੀ ਤਾਂ ਉਹਦਾ ਇੱਕ ਹੱਲ ਇਹ ਵੀ ਹੈਗਾ ਵੀ ਆਪਾਂ ਇਹ ਜੋ ਲੱਭਦੇ ਹਾਂ ਵੀ ਯਾਰ ਇਹ ਸ਼ਰਾਬ ਨਾ ਮੰਨ ਜੂ, ਇਹ ਪੈਸੇ ਨਾ ਮੰਨ ਜੂ, ਇਹ ਰਿਸ਼ਤੇਦਾਰੀ ਲੱਭਿਆ ਮੰਨ ਜੂ, ਇੰਨੇ ਕੁਛ ਦੇ ਨਾਲੋਂ ਆਪਾਂ ਨੂੰ ਇੱਕ ਪਾਸੇ ਕਿਉਂ ਨਹੀਂ ਜੋੜਦੇ ਵੀ ਯਾਰ ਇਹ ਵੀ ਭਾਰਤੀ ਆ, ਇਹ ਇੱਥੋਂ ਦਾ ਨਾਗਰਿਕ ਹੈ, ਅਤੇ ਮੈਂ ਇਹਦੇ ਅੰਦਰ ਦੇਸ਼ ਭਗਤੀ ਪਾਵਾਂ ਅਤੇ ਮੈਂ ਇਹਨੂੰ ਕਹਾਂ ਵੀ ਯਾਰ ਵੀਰ ਮੇਰਾ ਆਪਾਂ ਦੇਸ਼ ਲਈ ਕਰਨਾ, ਤੂੰ ਦੇਸ਼ ਲਈ ਕਰ, ਮੈਂ ਦੇਸ਼ ਲਈ ਆਹ ਕਰੂੰਗਾ। ਹਾਂ, ਹੋ ਸਕਦਾ ਵੀ ਪਹਿਲਾਂ ਲੋਕਾਂ ਦਾ ਵਿਸ਼ਵਾਸ ਨਾ ਬੱਝੇ, ਥੋੜ੍ਹਾ ਜਿਹਾ ਤੁਸੀਂ ਕਰਕੇ ਵਿਖਾ ਦਿਓ, ਇੱਕ ਨਾ ਐਗਜ਼ਾਮਪਲ ਸੈੱਟ ਹੋ ਗਈ ਅਤੇ ਮੁੜ ਕੇ ਆਪਾਂ ਉਦਾਹਰਨਾਂ ਦੇਸ਼ 'ਚ ਹੀ ਦੇਖਦੇ ਹਾਂ ਜਿੱਥੇ ਨਾ ਤਾਂ ਪੈਸਾ ਵੰਡਣ ਦੀ ਲੋੜ ਪੈਂਦੀ ਹੈ, ਨਾ ਸ਼ਰਾਬ ਪੀਉਣ ਦੀ ਲੋੜ ਪੈਂਦੀ, ਲੋਕ ਵੋਟਾਂ ਪਾਉਂਦੇ ਹੀ ਆ। ਪਾਉਂਦੇ ਆ, 100% ਪਾਉਂਦੇ ਆ। ਸੰਧਾਲੀਆ ਸਾਹਿਬ, ਬੜੀਆਂ ਚੀਜ਼ਾਂ ਨੇ ਜਿਹੜੀਆਂ ਕਿ ਸਾਹਮਣੇ ਕਈ ਵਾਰੀ ਤੰਗ ਪਰੇਸ਼ਾਨ ਕਰਦੀਆਂ ਹੁੰਦੀਆਂ। ਤੁਸੀਂ ਇਹ ਦੇਖੋ, ਕਿਸੇ ਵੀ ਬਾਜ਼ਾਰ ਦੇ ਵਿੱਚ ਚਲੇ ਜਾਓ, ਬੱਚੇ ਮੰਗਦੇ ਨਜ਼ਰ ਆਉਂਦੇ ਹੁੰਦੇ ਆ, ਕੱਪੜਾ ਫੇਰਦੇ ਹੁੰਦੇ ਆ, ਰਾਈਟ ਟੂ ਐਜੂਕੇਸ਼ਨ ਹੈਗਾ। ਕਿਹੜਾ ਲੀਡਰ ਜਿਹੜਾ ਸੜਕ ਤੋਂ ਨਹੀਂ ਲੰਘਦਾ? ਬਾਲ ਮਜ਼ਦੂਰੀ ਦੇ ਨਿੱਕੇ ਨਿੱਕੇ ਹੱਥ ਹੁੰਦੇ ਨਿਆਣਿਆਂ ਦੇ, ਜਾਣੀ ਉਹ ਹੱਥ ਛੋਟੀਆਂ ਸਾਡੀਆਂ ਬੱਚੀਆਂ ਦੇ, ਬੱਚਿਆਂ ਦੇ ਜਿਹੜੇ ਗੁੱਡੀਆਂ ਵੀ ਚੰਗੇ ਤਰੀਕੇ ਸ਼ਾਇਦ ਫੜ ਕੇ ਤੁਰ ਨਾ ਸਕਣ, ਢਾਬੇ 'ਤੇ ਬੈਠੇ ਭਾਂਡੇ ਮਾਂਜਦੇ ਹੁੰਦੇ ਆ। ਕਿਹੜੇ ਲੀਡਰ ਨੂੰ ਨਜ਼ਰ ਨਹੀਂ ਆਉਂਦਾ? ਯਾਰ ਬੱਚੇ ਤਾਂ ਬਚਾਓ, ਪਹਿਲਾਂ ਪਤਾ ਤਾਂ ਕਰੋ ਉਹ ਕੌਣ ਨੇ। ਫਿਰ ਕਦੇ ਕਦੇ ਰਿਪੋਰਟਾਂ ਆਉਂਦੀਆਂ ਹੁੰਦੀਆਂ ਜੀ ਇੰਨੇ ਬੱਚੇ ਜਿਹੜੇ ਇਸ ਸਾਲ ਦੇ ਵਿੱਚ ਅਗਵਾਹ ਹੋ ਗਏ, ਉਹਨਾਂ ਦੇ ਵਿੱਚੋਂ ਇੰਨੇ ਲੱਭੇ ਨਹੀਂ, ਕਿਤੇ ਤਾਂ ਜਾਂਦੇ ਹੋਣਗੇ। ਜਾਣੀ ਕਈ ਚੀਜ਼ਾਂ ਪ੍ਰਤੱਖ ਨੇ। ਹਾਂ, ਮਾਮਲਾ ਬੜਾ ਗੁੰਝਲਾ, ਉਹ 'ਤੇ ਕੰਮ ਕਰਨਾ ਪੈਣਾ, ਕਿਉਂਕਿ ਬੱਚਿਆਂ ਦੀਆਂ ਵੋਟਾਂ ਨਹੀਂ ਹੈਗੀਆਂ, ਬਹੁਤ ਥੋੜ੍ਹੀਆਂ ਵੱਜਵੀਆਂ ਵੋਟਾਂ ਬਿਲਕੁਲ ਨਹੀਂ ਹੈਗੀਆਂ। ਜੇ ਸਾਡੇ ਸ਼ਹਿਰਾਂ ਦੇ ਵਿੱਚ, ਸਾਡੇ ਕਸਬਿਆਂ ਦੇ ਵਿੱਚ, ਸਾਡੇ ਦੇਖਦਿਆਂ ਉਹ ਬੱਚਿਆਂ ਦੀ ਜ਼ਿੰਦਗੀ ਤਬਾਹ ਹੋ ਰਹੀ ਹੈ, ਅਤੇ ਸਾਡੇ ਲੀਡਰ ਕਹਿੰਦੇ ਅਸੀਂ 99% ਵਾਅਦੇ ਪੂਰੇ ਕਰਤੇ, ਅਸੀਂ 94 ਕਰਤੇ, ਅਸੀਂ 98% ਪੂਰੇ ਕਰਤੇ, ਫਿਰ ਤਾਂ ਹੋ ਗਿਆ ਭਾਈ। ਫਿਰ ਤਾਂ ਬਹੁਤ ਲੋਕਾਂ ਦੇ ਮਨਾਂ ਦੇ ਵਿੱਚ ਤੁਸੀਂ ਵਧੀਆ ਤਰੀਕੇ ਦੇ ਨਾਲ ਭਾਵਨਾ ਜਿਹੜੀ ਉਹ ਜਗਾ ਲਈ ਹੈ। ਇਹਦੇ ਤੋਂ ਥੋੜ੍ਹਾ ਜਿਹਾ ਬਚ ਕੇ, ਹੁਣ ਮੈਂ ਹੈਰਾਨ ਹੁੰਨਾ, ਕਈ ਵਾਰੀ ਰਿਪੋਰਟਾਂ ਆਉਂਦੀਆਂ, ਮੈਂ ਨਹੀਂ ਕਹਿੰਦਾ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਕਹੇ, ਚੀਫ ਜਸਟਿਸ ਸਾਹਿਬ ਨੇ, ਕਿ ਭਾਈ ਪੋਸਟਾਂ ਖਾਲੀ ਨੇ, ਜੱਜ ਸਾਹਿਬਾਨ ਦੀਆਂ ਭਰੋ। ਸਾਰੇ ਦੇਸ਼ ਦੇ ਵਿੱਚ ਕੋਈ ਸੂਬਾ ਐਸਾ ਨਹੀਂ ਜਿੱਥੇ ਅਧਿਆਪਕਾਂ ਦੀਆਂ ਪੋਸਟਾਂ ਖਾਲੀ ਨਾ ਪਈਆਂ ਹੋਣ, ਕੋਈ ਸੂਬਾ ਐਸਾ ਨਹੀਂ ਜਿੱਥੇ ਡਾਕਟਰਾਂ ਦੀਆਂ ਪੋਸਟਾਂ ਖਾਲੀ ਨਾ ਪਈਆਂ ਹੋਣ। ਜਾਣੀ ਕਿ ਬੜੀ ਕਲੀਅਰ ਕੱਟ ਹਸਪੀਟਲ ਡਾਕਟਰਾਂ ਦੀ ਘਾਟ ਨਾਲ ਜੂਝ ਰਹੇ ਆ, ਡਾਕਟਰ ਵਿਦੇਸ਼ ਜਾ ਰਹੇ ਆ। ਘਾਟ ਕਿੱਥੇ ਆ? ਆਮ ਬੰਦਾ ਜਿਹੜਾ ਕਿਸਾਨ ਹੈ, ਜਿਹੜਾ ਫੈਕਟਰੀ 'ਚ ਲੋਹਾ ਕੁੱਟਦਾ, ਜਿਹੜਾ ਰਿਕਸ਼ਾ ਚਲਾਉਂਦਾ, ਜਿਹੜਾ ਇੱਟਾਂ ਪੱਥਦਾ, ਇਹ ਉਹਦੀ ਡਿਊਟੀ ਨਹੀਂ ਹੈਗੀ। ਪਾਲਿਸੀ ਤੁਸੀਂ ਬਣਾਉਣੀ ਹੈ, ਤੁਸੀਂ ਪਾਲਿਸੀ ਬਣਾਓ, ਲੋਕਾਂ ਨੂੰ ਸਹੂਲਤ ਦਿਓ, ਲੋਕਾਂ ਨੂੰ ਲੱਗੇ ਕਿ ਭਾਈ ਮੈਂ ਸੁਰੱਖਿਅਤ ਹਾਂ, ਯਾਤਰਾ ਕੱਢਣ ਦੀ ਲੋੜ ਨਹੀਂ, ਲੋਕ ਖੁਦ ਯਾਤਰਾ ਕੱਢਣਗੇ। ਇੱਥੇ ਇੱਕ ਸਵਾਲ ਹੀ ਹੈ ਵੱਡਾ, ਮੰਨ ਲਓ 543 MP ਚਾਹੀਦੇ ਹੁੰਦੇ ਆ, ਉੱਥੇ ਵੀ ਤੇ 100 ਬੰਦੇ ਦੀ ਪੋਸਟ ਖਾਲੀ ਹੋਏ ਹੈ ਵੀ ਯਾਰ ਨਹੀਂ ਰਹਿਣ ਦੋ, ਨਹੀਂ ਭਰਨੀਆਂ। ਵੀ 272 ਨਾਲ ਸਰਕਾਰ ਬਣਦੀ, 300 ਬਹੁਤ। ਇੱਕ ਖਾਲੀ ਸੀਟ ਮਗਰੋਂ ਹੁੰਦੀ ਆ, ਜਿਮਨੀ ਚੋਣ ਪਹਿਲਾਂ ਹੋ ਜਾਂਦੀ ਹੈ। ਲੈ ਵੀ ਤੁਸੀਂ ਸਟੇਟਾਂ 'ਚ ਲਾ ਲਓ, ਫਲਾਣੇ ਥਾਂ 'ਤੇ ਵੀ ਇੱਥੇ ਕਹਿੰਦੇ ਇੱਥੇ 100 MLA ਚਾਹੀਦੇ ਆ, ਯਾਰ ਚਾਹੀਦੇ ਤੇ 100 ਆ, 18-19 ਦੇ ਹੈ ਹੀ ਨਹੀਂ ਗੇ ਯਾਰ, ਕਰੀਏ ਕਿ ਇਲੈਕਸ਼ਨ ਨਹੀਂ ਕਰਾ ਹੋਏ। ਚਲੋ ਫਿਰ ਤਾਂ ਲੋਕਾਂ ਨੂੰ ਸਮਝ ਆਵੇ ਵੀ ਯਾਰ ਜੇ ਬਾਕੀ ਪੋਸਟਾਂ ਖਾਲੀ ਨੇ ਤੇ ਲੀਡਰਾਂ ਦੀਆਂ ਵੀ ਪੋਸਟਾਂ ਖਾਲੀ ਨੇ, ਉੱਥੇ ਤੇ ਪੋਸਟ ਮਗਰੋਂ ਖਾਲੀ ਹੁੰਦੀ ਆ ਵੀ 1.5-2 ਮਹੀਨੇ ਤਰਲੋ ਮੱਛੀ ਜਾ ਹੋ ਗਏ, ਫਟਾਫਟ ਯਾਰ ਕਰਾ ਦਿਓ ਕਿਸੇ ਤਰ੍ਹਾਂ, ਜ਼ਿਮਨੀ ਚੋਣ ਕਰਾ, ਬਸ ਕੁਰਸੀ ਮਿਲ ਜੇ ਕਿਸੇ ਤਰ੍ਹਾਂ। ਮਗਰਲੇ 2-3 ਮਹੀਨਿਆਂ ਦੇ ਲਈ ਵੀ ਅਗਲਾ ਬੰਦਾ ਕਹਿੰਦਾ ਵੀ ਇੱਕ ਨਾ ਮੈਂ ਚੁਣਿਆ ਜਾਵਾਂ, ਫਿਰ ਦੇਖੀ ਮੈਂ ਚੀਜ਼ ਕੀ ਆ, ਜਾਂ ਤੇ ਉੱਥੇ ਵੀ ਪਤਾ ਲੱਗੇ ਵੀ ਭਾਈ ਸਾਹਿਬ ਵੀ ਤੁਸੀਂ ਉਹ ਵੀ ਪੋਸਟਾਂ ਖਾਲੀ ਰੱਖਣਾ, ਫਿਰ ਚਲੋ ਲੋਕਾਂ ਨੂੰ ਸਮਝ ਆਵੇ। ਪਰ ਜਦੋਂ ਜਿੱਥੇ ਕਿਤੇ ਲੋਕਾਂ ਦੀ ਗੱਲਬਾਤ ਆਉਂਦੀ ਹੈ, ਉੱਥੇ ਪੋਸਟਾਂ ਖਾਲੀ ਹੁੰਦੀਆਂ, ਜਿੱਥੇ ਲੀਡਰਾਂ ਦੀਆਂ ਨੇ ਉੱਥੇ ਪੂਰੀਆਂ ਭਰੀਆਂ ਹੋਣਗੀਆਂ। ਫਿਰ ਗਾਂ ਲੀਡਰਾਂ ਦੇ ਲਈ ਜਿਹੜੀਆਂ ਗਾਂ ਪੋਸਟਾਂ ਹੁੰਦੀਆਂ ਉਹ ਵੀ ਭਰੀਆਂ ਹੁੰਦੀਆਂ, ਅਤੇ ਫਿਰ ਐਡਜਸਟਮੈਂਟ ਵਾਲੀਆਂ ਪੋਸਟਾਂ ਹੁੰਦੀਆਂ ਨੇ ਵੀ ਇੰਨੇ ਕੁ ਬੰਦਿਆਂ ਨੂੰ ਆਹ ਅਹੁਦਾ ਦਿੱਤਾ ਜਾ ਸਕਦਾ, ਪਰ ਯਾਰ ਫਲਾਣੇ ਨੇ ਨਾਰਾਜ਼ ਹੋ ਜਾਣਾ, ਇੱਕ ਅੱਧਾ ਅਹੁਦਾ ਘੱਟ ਦਿਓ। ਉਹ ਘੜ ਕੇ ਵੀ ਅਹੁਦੇ ਦਿੱਤੇ ਜਾਂਦੇ ਨੇ ਤਾਂ ਜੋ ਬੰਦੇ ਐਡਜਸਟ ਕੀਤੇ ਜਾ ਸਕਣ। ਜੀ ਐਡਜਸਟਮੈਂਟ ਦੇ ਹਿਸਾਬ ਨਾਲ ਹੀ ਚੱਲਣਾ, ਲੋਕਾਂ ਦਾ ਜਿਹੜਾ ਹੱਕ ਉਹ ਮਾਰਨਾ, ਅਤੇ ਫਿਰ ਆਪਾਂ ਨੂੰ 15 ਅਗਸਤ ਨੂੰ ਯਾਦ ਕਰੀਏ ਵੀਰ ਤੇਰੇ ਅੰਦਰ ਦੇਸ਼ ਭਗਤੀ ਚਾਹੀਦੀ ਹੋ, ਤੂੰ ਜਗਾਲਾ ਦੇਸ਼ ਭਗਤੀ, ਫਿਰ ਉਹ ਕੀ ਜਵਾਬ ਦੇਊਗਾ? ਅਸੀਂ ਲੀਡਰਾਂ ਦਾ ਸੰਧਾਲੀਆ ਸਭ ਸਤਿਕਾਰ ਬਹੁਤ ਕਰਦੇ ਹਾਂ। ਲੋਕਾਂ ਤੋਂ ਵੋਟਾਂ ਲੈਣੀਆਂ ਸੁਖਾਲੀਆਂ ਨਹੀਂ। ਘਰ ਦੇ ਵਿੱਚ 4 ਜੀ ਹੁੰਦੇ ਆ, 2 ਬਟਿੰਡੇ ਹੁੰਦੇ ਆ, ਜਾਣੀ ਆਮ ਹੀ ਹੁੰਦਾ ਖਿਜੀ ਜਾਣਾ, ਤੂੰ ਹਟਦਾ ਨਹੀਂ, ਤੂੰ ਹਟਦੀ ਨਹੀਂ, ਆਮ ਹੀ ਹੁੰਦਾ। ਜਾਣੀ 4 ਨਹੀਂ ਟਿਕਦੇ ਤਾਂ ਫਿਰ ਭਾਈ 1.5-2 ਕਈ ਵਾਰੀ 15-18 ਲੱਖ ਵੋਟ ਆ ਲੋਕ ਸਭਾ ਹਲਕੇ 'ਚ, ਉੱਥੋਂ ਵੀ ਬੰਦੇ ਜਿੱਤਦੇ ਆ। ਕੋਈ ਕਲਾ ਆ ਉਹਨਾਂ 'ਚ, ਬਾਕੀ ਉਹ ਜਿਹੜੀ ਕਲਾ ਆ ਉਹ ਭਾਈ ਕੋਲ ਰੱਖਣ, ਹੋਰ ਨਿਖਾਰਨ ਵਧੀਆ ਤਰੀਕੇ ਨਾਲ। ਪਰ ਇੱਕ ਗੱਲ ਮੰਨਣੀ ਪਊਗੀ, ਚਾਹੇ ਕੇਂਦਰ ਦੀ ਸਰਕਾਰ ਹੈ ਅਤੇ ਚਾਹੇ ਸਾਰੇ ਸੂਬਿਆਂ ਦੀਆਂ ਸਰਕਾਰਾਂ, ਉਹ ਕਹਿੰਦੇ ਜੀ ਅਸੀਂ ਐਜੂਕੇਸ਼ਨ ਸਿਸਟਮ ਵਧੀਆ ਕਰਤਾ, ਠੀਕ ਹੈ, ਅਸੀਂ ਸਰਕਾਰੀ ਸਿਹਤ ਸਹੂਲਤਾਂ ਬਹੁਤ ਵਧੀਆ ਕਰਤੀਆਂ, ਕਮਾਲ, ਸਾਰਾ ਕੁਝ ਠੀਕ ਹੈ, ਅਸੀਂ ਸਰਕਾਰੀ ਬੱਸ ਸੇਵਾ ਬਹੁਤ ਵਧੀਆ ਕਰਤੀ,
ਭਾਈ ਗੱਲ ਤਾਂ ਬਣਦੀ ਆ, ਕਾਨੂੰਨ ਨਾ ਉਡੀਕੋ, ਆਪਦੇ ਨਿਆਣੇ ਪਹਿਲੀ ਜਮਾਤ ਤੋਂ ਸਰਕਾਰੀ ਸਕੂਲਾਂ 'ਚ ਪੜ੍ਹਾਓ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਵਧੀਆ ਕੰਮ ਕਰ ਦਿੱਤਾ। ਪੰਜਾਬ 'ਚ ਸੀ ਕਿ ਅਸੀਂ ਐਜੂਕੇਸ਼ਨ ਨੰਬਰ 1 ਕਰਤੀ, ਪਿਛਲੀ ਸਰਕਾਰ ਕਹਿੰਦੀ, ਹੁਣ ਵਾਲੇ ਕਹਿੰਦੇ ਜੀ ਅਸੀਂ ਵਧੀਆ ਕਰ ਦੇਣੀ ਆ। ਠੀਕ ਹੈ, ਪੜ੍ਹਾਓ ਨਿਆਣੇ ਉੱਥੇ, ਯਾਨੀ ਚੰਗੀ ਥਾਂ ਦੇ ਉੱਤੇ ਪੜ੍ਹਾਉਣੇ ਆਪਾਂ। ਤਾਂ ਜਦੋਂ ਚੰਗੀ ਥਾਂ ਦੇ ਉੱਤੇ ਪੜ੍ਹਾਉਣੇ ਆ ਤਾਂ ਫਿਰ ਗੱਲ ਕਾਹਦੀ, ਇਹਦੇ ਤੋਂ ਚੰਗੀ ਥਾਂ ਅਸੀਂ ਤਾਂ ਕਹਿੰਦੇ ਨਹੀਂ, ਤੁਸੀਂ ਆਪ ਕਹਿੰਦੇ ਹੋ। ਸਾਰੇ ਕਹਿੰਦੇ ਜੀ ਸਿਹਤ ਸਹੂਲਤਾਂ, ਇੰਨੇ ਲੱਖ ਲੋਕਾਂ ਨੇ ਸਰਕਾਰੀ ਹਸਪਤਾਲਾਂ ਦੇ ਵਿੱਚ OPD 'ਚ ਗਏ, ਤੁਹਾਡੇ ਕਿੰਨੀ ਵਾਰੀ ਗਏ ਦੱਸੋ? ਜਾਣੀ ਮੈਂ ਹੈਰਾਨ ਹੁੰਨਾ ਕਿ ਪ੍ਰੋਵੀਜ਼ਨ ਕਿੱਦਾਂ ਦੀ ਹੈ। ਕੁਛ ਤਾਂ ਥੋੜ੍ਹਾ ਜਿਹਾ ਦੇਖਣਾ ਚਾਹੀਦਾ ਕਿ ਆਹ ਲਓ ਜੀ ਬਿੱਲ ਕਾਹਦਾ, ਇਹ ਨਾ MLA ਸਾਹਿਬ ਤਾਂ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੇ 18 ਕੁ ਲੱਖ ਰੁਪਏ ਦਾ ਇਲਾਜ ਫਿਰ ਪ੍ਰਾਈਵੇਟ ਹਸਪਤਾਲ ਤੋਂ ਕਰਾਇਆ ਸੀ। ਹੋ ਸਕਦਾ ਕਿ ਸਵੇਰ ਨੂੰ ਬਿੱਲ ਦੇ ਕੇ ਆਉਂਦੇ ਹੋਣ ਤੇ ਦੁਪਹਿਰ ਨੂੰ ਕਿਤੇ ਭਾਸ਼ਣ ਦਿੰਦੇ ਹੋਣ, ਅਸੀਂ ਸਰਕਾਰੀ ਹਸਪਤਾਲ ਬਹੁਤ ਵਧੀਆ ਕਰਤੇ, ਇੱਥੇ ਮੁਫਤ ਇਲਾਜ ਹੁੰਦਾ, ਇੱਥੇ ਤੁਸੀਂ ਆਇਆ ਕਰੋ, ਲੋਕਾਂ ਦਾ ਯਕੀਨ ਸਰਕਾਰੀ ਹਸਪਤਾਲਾਂ 'ਚ ਵਧੀਆ, ਅਸੀਂ ਡਾਕਟਰ ਸਾਰੇ ਭਰਤੀ ਕਰ ਲਏ, ਅਸੀਂ ਉੱਥੇ ਦਵਾਈਆਂ ਦਿੰਨੇ ਹੋਗੇ ਬਈ, ਫਿਰ ਤੁਹਾਡੇ ਬਿੱਲ ਪ੍ਰਾਈਵੇਟ ਹਸਪਤਾਲਾਂ ਦੇ ਕਿਉਂ ਆਉਂਦੇ ਆ? ਇਹ ਪਤਾ ਲੱਗਣਾ ਚਾਹੀਦਾ। ਗੱਦੇ ਖਰਾਬ ਨਹੀਂ ਸੀ ਹੋਣੇ ਜੇ ਰੈਗੂਲਰ ਲੀਡਰ ਉੱਥੇ ਜਾਂਦੇ ਰਹਿੰਦੇ। ਚਲੋ ਵੈਸੇ ਤੁਸੀਂ ਸਿਹਤ ਸੰਭਾਲ ਦੀ ਗੱਲ ਕੀਤੀ ਤੇ ਪੰਜਾਬ ਸਰਕਾਰ ਦੀ ਗੱਲ ਕਰ ਲਈਏ। ਮਾਨ ਸਾਹਿਬ ਕਹਿੰਦੇ ਆ ਵੀ ਅਸੀਂ ਜੋ ਵਾਅਦਾ ਕੀਤਾ ਸੀ ਨਿਭਾਤਾ ਜੀ। ਉਹ ਕਹਿੰਦੇ ਵੀ 75ਵੀਂ ਵਰ੍ਹੇਗੰਢ ਤੇ 75 ਨਵੇਂ ਮਹੱਲਾ ਕਲੀਨਿਕ ਅਸੀਂ ਪੰਜਾਬੀਆਂ ਨੂੰ ਦੇਤੇ। ਆਉਣ ਵਾਲੇ ਦਿਨਾਂ ਦੇ ਕਹਿੰਦੇ ਹਜ਼ਾਰਾਂ ਖੋਲ੍ਹਣੇ ਪੈਣੇ ਆ, ਇੱਕ ਵੱਡੇ ਪਿੰਡਾਂ 'ਤੇ ਸ਼ਾਇਦ 2 ਵੀ ਹੋਣ, ਤੁਸੀਂ ਪਰਵਾਹ ਨਾ ਕਰੋ। ਚੰਗੀ ਗੱਲ ਆ ਵੀ ਉਹਦੇ ਵਿੱਚ 100 ਦੇ ਕਰੀਬ ਕਹਿੰਦੇ ਟੈਸਟ ਵੀ ਹੋਇਆ ਕਰੂਗਾ, ਵੀ ਫ੍ਰੀ ਹੋਇਆ ਕਰੂਗਾ ਸਾਰਾ ਕੁਛ, ਦਵਾਈਆਂ ਵੀ ਫ੍ਰੀ ਹੋਇਆ ਕਰਨਗੀਆਂ। ਜਿਹੜੀ ਵੀ ਚੀਜ਼ 'ਤੇ ਤੁਹਾਨੂੰ ਮੁਸ਼ਕਲ ਲੱਗਦੀ ਹੈ ਤੁਸੀਂ ਇੱਕ ਵਾਰ ਉੱਥੇ ਆਓ, ਤੁਹਾਡਾ ਚੈੱਕਅਪ ਹੋਊਗਾ। ਜੇ ਚੈੱਕਅਪ ਤੋਂ ਬਾਅਦ ਵੀ ਕੋਈ ਗੰਭੀਰ ਲੱਗਦੀ ਹੈ ਮੁਸ਼ਕਲ, ਤਾਂ ਅਗਲੇ ਤੁਹਾਨੂੰ ਗਾਂਹ ਵੱਡੇ ਹਸਪਤਾਲ ਭੇਜ ਦਿਆ ਕਰਨਗੇ। ਚੰਗੀ ਗੱਲ ਆ। ਹੁਣ ਗੱਲ ਆ ਵੀ ਇਹ ਸ਼ੁਰੂਆਤ ਤਾਂ ਹੋ ਗਈ ਤੇ ਵਿਰੋਧੀਆਂ ਨੇ ਕੀ ਕਿਹਾ, ਉੱਤੇ ਆਉਣ ਤੋਂ ਪਹਿਲਾਂ ਮੇਰੇ ਦਿਮਾਗ 'ਚ ਕੁਦਰਤੀ ਆਉਂਦਾ ਸੀ ਵੀ ਜੇ ਤੇ ਇਹਦੇ ਵਿੱਚ ਵਿਸ਼ਵਾਸ ਬਣਾਉਣਾ ਲੋਕਾਂ ਦਾ, ਤੇ 2 4 5 ਖਬਰਾਂ ਆਉਣ ਵਾਲੇ ਮਹੀਨਿਆਂ 'ਚ ਇਹੋ ਜਿਹੀਆਂ ਜ਼ਰੂਰ ਆਉਣ ਵੀ ਉਹ ਬੜੇ ਵਧੀਆ ਚੱਲਦੇ ਪਏ ਆ, ਤੇ ਫਲਾਣਾ ਲੀਡਰ ਵੀ ਕਿਤੇ ਨੂੰ ਢਿੱਲ ਮੱਠ ਸੀ ਤੇ ਉਹ ਉੱਥੋਂ ਗਿਆ ਮਹੱਲਾ ਕਲੀਨਿਕ ਤੋਂ, ਉਹਨੇ ਆਮ ਆਦਮੀ ਕਲੀਨਿਕ ਤੋਂ ਜਾ ਕੇ ਦਵਾਈ ਲਈ। ਲੋਕਾਂ ਨੂੰ ਲੱਗੂ ਯਾਰ ਲੀਡਰ ਵੀ ਉੱਥੋਂ ਦਵਾਈ ਲੈਣ ਆਉਂਦਾ, ਇਹਦਾ ਮਤਲਬ ਡਾਕਟਰ ਉੱਥੇ ਸਿਆਣਾ ਤੇ ਉੱਥੇ ਦਾ ਮਤਲਬ ਠੀਕ ਹੈ ਚੀਜ਼। ਤੇ ਜੇ ਆਉਣ ਵਾਲੇ ਦਿਨਾਂ 'ਚ ਵੀ ਇਹੋ ਖਬਰਾਂ ਆਉਣ ਲੱਗ ਪਈਆਂ ਵੀ ਉਹ ਫਿਰ ਢਿੱਲੇ ਨੇ ਅੱਜ ਕੱਲ੍ਹ, ਉਹ ਇਲਾਜ ਲਈ ਥੋੜ੍ਹਾ ਜਿਹਾ ਬਾਹਰ ਕਿਤੇ ਗਏ ਨੇ ਸੂਬੇ ਦੂਸਰੇ ਦੇ ਵਿੱਚ, ਫਿਰ ਲੋਕਾਂ ਕਹਿਣਾ ਵੀ ਅੱਛਾ ਇਹਦਾ ਮਤਲਬ ਜਿਹੜਾ ਆਪਣੇ ਲਾਗੇ ਖੋਲ੍ਹਿਆ ਉਹਦੇ 'ਚ ਦਵਾਈ ਹੈ ਨਹੀਂ ਚੰਗੀ। ਦੇਖੋ ਸੰਧਾਲੀਆ ਸਾਹਿਬ, ਇੱਕ ਐਲਾਨ ਇਹ ਹੁੰਦਾ ਕਿ ਇੱਥੇ ਨਾ ਉਦਯੋਗ ਲਾਵਾਂਗੇ ਤਾਂ 5 ਸਾਲਾਂ 'ਚ ਲੱਗ ਜੂ, ਉਹਦਾ ਨਹੀਂ ਸਾਨੂੰ ਪਤਾ ਕਿ 5 ਸਾਲਾਂ 'ਚ ਲੱਗਣਾ ਕਿ ਨਹੀਂ ਲੱਗਣਾ। ਇੱਕ ਹੁੰਦਾ ਕਿ ਆਹ ਪੁਲ 2 ਸਾਲਾਂ 'ਚ ਬਣ ਕੇ ਤਿਆਰ ਹੋ ਜੂ, ਉੱਥੇ ਥੋੜ੍ਹਾ ਜਿਹਾ ਔਖਾ ਹੁੰਦਾ। ਸਰਕਾਰ ਨੇ ਐਲਾਨ ਕੀਤਾ, ਉਹਨਾਂ ਦਾ ਧੰਨਵਾਦ। ਵਿਰੋਧੀ ਕਹਿੰਦੇ ਆ ਜੀ ਪੰਜਾਬ 'ਚ 13,000 ਪਿੰਡ ਨੇ, 75 ਮੁਹੱਲਾ ਕਲੀਨਿਕ ਕੀ ਖੋਣਗੇ। ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ। ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਇਹ ਕੰਮ ਬੰਦ ਨਹੀਂ ਹੋਇਆ, ਸ਼ੁਰੂ ਹੋਇਆ, ਹੁਣ ਤੁਸੀਂ ਹਰ ਰੋਜ਼ ਬਣਿਆ ਕਰਨੇ। ਕਹਿੰਦੇ ਦੇਖਿਓ ਅਸੀਂ ਕਿੰਨੇ ਚਾਲੂ ਕਰਿਆ ਕਰਨੇ, ਰੋਜ਼ ਹੀ 2 4 4 8 8 ਤੁਸੀਂ ਹੋ ਜਾਣੇ ਪੂਰੇ। ਠੀਕ ਹੈ ਸੰਧਾਲੀਆ ਸਾਹਿਬ, ਮੈਨੂੰ ਐਂ ਲੱਗਦਾ ਇਹ 4 ਹੀ ਚੀਜ਼ਾਂ ਨੇ, ਸਰਕਾਰ ਨੇ ਜਾਂ ਫੇਲ ਹੋਣਾ ਜਾਂ ਪਾਸ ਹੋਣਾ, ਦੂਜਾ ਰਸਤਾ ਕੋਈ ਨਹੀਂ। ਸਰਕਾਰ ਪਾਸ ਹੋ ਜਾਵੇ ਚਾਹੁੰਦੇ ਅਸੀਂ ਵੀ ਇਹ ਹਾਂ, ਇਸ ਕਰਕੇ ਨਹੀਂ ਕਿ ਇਹਨਾਂ ਦੀ ਸਰਕਾਰ ਆ, ਇਸ ਕਰਕੇ ਕਿ ਆਮ ਲੋਕਾਂ ਨੂੰ ਮੁਫਤ ਦੇ ਵਿੱਚ ਸਿਹਤ ਸਹੂਲਤ ਉਹਨਾਂ ਦੇ ਘਰ ਦੇ ਨੇੜੇ ਮਿਲੇ, ਉਹ ਪ੍ਰਾਈਵੇਟ ਹਸਪਤਾਲਾਂ 'ਤੇ ਜਾ ਕੇ ਛਿੱਲ ਨਾ ਲਾਉਣ ਆਪਣੀ। 4 ਹੀ ਚੀਜ਼ਾਂ ਅਸੀਂ ਤਾਂ ਵਿਰੋਧੀ ਪਾਰਟੀਆਂ ਨੂੰ ਬੇਨਤੀ ਕਰਦੇ ਹਾਂ ਤੇ ਆਮ ਲੋਕਾਂ ਨੂੰ, ਆਮ ਆਦਮੀ ਪਾਰਟੀ ਦੇ ਸਪੋਰਟਰਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਮਤ ਸੋਚਿਓ ਕਿ ਸਰਕਾਰ ਤੁਹਾਡੀ ਹੈ। ਤੁਸੀਂ 15-20 ਦਿਨਾਂ ਨੂੰ ਇਹ ਜਿਹੜੇ 75 ਸ਼ੁਰੂ ਹੋ ਗਿਆ ਉੱਥੇ ਗੇੜਾ ਮਾਰਨਾ 20 ਦਿਨਾਂ ਤੱਕ। ਠੀਕ ਹੈ ਜੀ, ਜਿਹੜੇ ਬਾਕੀ ਸ਼ੁਰੂ ਹੋਣਗੇ ਉੱਥੇ ਵੀ, ਜੇ ਤਾਂ ਉੱਥੇ ਡਾਕਟਰ ਆਉਂਦਾ ਹੈ, ਜੇ ਡਾਕਟਰ ਦੇ ਨਾਲ ਬਾਕੀ ਅਮਲਾ ਫੈਲਾ ਆਉਂਦਾ ਹੈ, ਤੇ ਜੇ ਉੱਥੇ ਮਰੀਜ਼ ਦੇ ਟੈਸਟ ਹੁੰਦੇ ਆ ਤੇ ਮਰੀਜ਼ ਨੂੰ ਟੈਸਟ ਹੋ ਕੇ ਰਿਪੋਰਟ ਮਿਲਦੀ ਹੈ ਤੇ ਦਵਾਈ ਹੈਗੀ ਆ। 4 ਹੀ ਚੀਜ਼ਾਂ, ਡਾਕਟਰ ਨਰਸ, ਟੈਸਟ, ਦਵਾਈ ਤੇ ਟੈਸਟ ਦੀ ਰਿਪੋਰਟ। ਜੇ ਤਾਂ 4 ਹੀ ਚੀਜ਼ਾਂ ਵੇਲੇ ਸਿਰ ਮਿਲੀ ਗਈਆਂ, ਭਗਵੰਤ ਮਾਨ ਸਾਹਿਬ ਦੀ ਸਰਕਾਰ ਪਾਸ ਹੈ। ਦੂਜੀ ਗੱਲ, ਜੇ ਡਾਕਟਰ ਨਾ ਆਇਆ ਸਿੱਧਾ ਹੀ ਫੇਲ ਕੰਮ, ਡਾਕਟਰ ਆ ਗਿਆ ਜੇ ਟੈਸਟ ਨਾ ਹੋਏ ਫੇਲ ਕੰਮ, ਟੈਸਟ ਦੀ ਰਿਪੋਰਟ ਵੇਲੇ ਸਿਰ ਨਾ ਆਈ ਫੇਲ ਕੰਮ, ਤੇ ਜੇ ਸਾਰਾ ਕੁਝ ਆ ਗਿਆ ਦਵਾਈ ਨਾ ਮਿਲੀ ਫੇਲ ਕੰਮ। ਜਾਣੀ ਕਿ ਇਹ ਇਦਾਂ ਦੀ ਗੱਲ ਨਹੀਂ ਕਿ ਇਹਦੇ ਲਈ ਸਾਨੂੰ ਸਰਕਾਰ ਦੇ 5 ਸਾਲ ਮੁਕੰਮਲ ਹੋਣ ਨੂੰ ਉਡੀਕਣਾ ਪੈਣਾ, ਪਹਿਲੀ ਆਲੋਚਨਾ ਕਰਨ ਦਾ ਫਾਇਦਾ ਹੀ ਕੋਈ ਨਹੀਂ। 75 ਖੋਲ੍ਹਤੇ, ਆਪਾਂ 3 ਮਹੀਨਿਆਂ ਨੂੰ ਦੇਖਾਂਗੇ 75 ਤੋਂ 575 ਕੀਤੇ ਕਿ ਨਹੀਂ ਕੀਤੇ, ਤੇ ਨਾਲ ਜਿਹੜੇ 75 ਖੋਲ੍ਹੇ ਨੇ ਜੇ ਉੱਥੇ ਇੱਕ ਵੀ ਚੀਜ਼ ਦੀ ਘਾਟ 20 ਦਿਨਾਂ ਦੇ ਬਾਅਦ ਹੋਈ, ਤੁਸੀਂ ਸਾਨੂੰ ਖੁਦ ਟਿੱਪਣੀਆਂ ਕਰਕੇ ਪਿੰਡ ਪੁੰਡ ਦਾ ਨਾਮ ਵੀ ਦੱਸਿਓ, ਫਿਰ ਦੇਖਾਂਗੇ ਕਿ ਪੱਤਰਕਾਰ ਚੀਜ਼ ਕੀ ਹੁੰਦੇ ਆ। ਨਹੀਂ ਉਹ ਤਾਂ ਹੈ ਹੀ ਆ। ਦੇਖੋ ਆਪਾਂ ਤਾਂ ਅੱਗੇ ਗੱਲ ਕਰ ਰਹੇ ਹਾਂ ਵੀ ਇਹ ਉਹ ਕੰਮ ਆ ਜਿਹੜਾ ਬੜਾ ਵੱਡਾ ਜੀ। ਇਹ ਮਾਨ ਸਾਹਿਬ ਕਹਿੰਦੇ ਵੀ ਇਹ ਬੜਾ ਵੱਡਾ ਕੰਮ ਆ, ਸਾਨੂੰ ਟਾਈਮ ਲੱਗਣਾ, ਅਸੀਂ ਕਰ ਰਹੇ, ਚੰਗੀ ਗੱਲ ਹੈ। ਆਪਾਂ ਇਹ ਨਹੀਂ ਆਂਦੇ ਵੀ ਅੱਜ 75 ਖੋਲ੍ਹੇ ਕੱਲ੍ਹ ਨੂੰ ਫੇਰ 75 ਖੋਲ੍ਹ ਦਿਓ। ਹੋ ਸਕਦਾ ਵੀ ਕਾਹਲੀ ਦੇ ਵਿੱਚ ਉਹ ਕਾਹਲੀ ਅੱਗੇ ਟੋਇਆਂ ਵਾਲਾ ਕੰਮ ਹੋ ਜਾਵੇ।
ਤੁਸੀਂ 75 ਦੀ ਬਜਾਏ ਭਾਵੇਂ ਰੋਜ਼ ਦੇ 5 ਖੋਲ ਲਓ ਜਾਂ 5 ਦੇ ਨਹੀਂ 5 ਖੋਲ ਲਓ, ਰੋਜ਼ ਦਾ ਇੱਕ ਵੀ ਆਪਾਂ ਲਾ ਲਈਏ, ਟਾਈਮ ਲੱਗ ਜੂਗਾ। ਪਰ ਉਹਦੇ ਨਾਲ ਗਰੰਟੀ ਹੋਵੇ ਵੀ ਜੇ 75 ਨੇ ਜਾਂ 175 ਨੇ ਜਾਂ 1175 ਨੇ, ਉਹਨਾਂ 'ਚੋਂ ਇੱਕ ਵੀ ਬੰਦ ਨਾ ਹੋਵੇ ਜਾਂ ਉਹਦੇ ਵਿੱਚ ਕੋਈ ਵੀ ਇਹੋ ਜਿਹੀ ਕਮੀ ਪੇਸ਼ ਹੀ ਨਾ ਆਵੇ। ਕਿਉਂਕਿ ਜੇ ਉਹ ਸਾਰੇ ਚੱਲਦੇ ਰਹਿਣਗੇ ਤੇ ਹੋ ਸਕਦਾ ਵੀ ਬਾਅਦ ਦੇ ਵਿੱਚ ਐਂਡ ਵਾਲੇ ਸਾਲਾਂ ਦੇ ਵਿੱਚ ਜਾ ਕੇ ਜਿਹੜਾ ਪੈਸਾ ਕਿ ਹੁਣ ਲਾ ਲਿਆ ਜਾਵੇ ਥਾਂ ਸਿਰ, ਉਹ ਐਂਡ ਵਾਲੇ ਸਾਲਾਂ ਦੇ ਵਿੱਚ ਪਿੱਛੇ ਜਾ ਕੇ ਰੋਡਵੇਜ਼ ਦੀਆਂ ਬੱਸਾਂ ਦੇ ਮਗਰ ਲਾ ਕੇ ਸਟਿੱਕਰ ਜਾਂ ਟਾਹਲੀਆਂ ਦੇ ਉੱਪਰ ਫਲੈਕਸ ਬੋਰਡ ਲਾ ਕੇ ਦੱਸਣਾ ਨਾ ਪਵੇ ਅਸੀਂ ਇੱਦਾਂ ਕੀਤਾ ਤੇ ਇੰਨੇ % ਵਾਅਦੇ ਪੂਰੇ ਕੀਤੇ। ਲੋਕਾਂ ਨੇ ਆਪ ਹੀ ਕਹਿ ਦਿਆ ਕਰਨਾ ਵੀਰ ਕੀਤੇ ਤੁਸੀਂ। ਮੈਨੂੰ ਚੇਤਾ ਐਡਵੋਕੇਟ ਐਚ ਐਸ ਫੂਲਕਾ ਸਾਹਿਬ ਨੇ ਨਾ ਇੱਕ ਵਾਰੀ ਆਪਣੇ ਦਾਖਾ ਹਲਕੇ 'ਚ ਬੱਸਾਂ ਚਲਾਤੀਆਂ ਸੀ, ਮੈਡੀਕਲ ਬੱਸਾਂ, ਪ੍ਰਵਾਸੀਆਂ ਦੇ ਸਹਿਯੋਗ ਨਾਲ, ਕਿ ਭਾਈ ਇਹਦੇ ਵਿੱਚ ਆਹ ਡਾਕਟਰ ਹੋਣਗੇ, ਇੰਨੇ ਤਰ੍ਹਾਂ ਦੇ ਟੈਸਟ ਹੋਣਗੇ, ਆਹ ਦਵਾਈਆਂ ਹੋਣਗੀਆਂ, ਇਹ ਬੱਸ ਇਸ ਦਿਨ ਇੰਨੇ ਵਜੇ ਇਸ ਥਾਂ ਖੜੀ ਹੋਊਗੀ ਪਿੰਡ ਦੇ, ਉਨੇ ਵਜੇ ਤਾਂ ਲੋਕ ਉੱਥੇ ਦਵਾਈ ਲੈਣ ਆਉਂਦੇ ਸੀ। ਮੈਂ ਇੱਕ ਗੱਲ ਕਲੀਅਰ ਕਰ ਦਿੰਦਾ ਕਿ ਜੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਕੰਮ ਕਰ ਗਈ ਸਾਰੇ ਪੰਜਾਬ 'ਚ, ਬੱਲੇ ਬੱਲੇ ਹੋ ਜਾਣੀ ਹੈ। ਨਾ ਕੀਤਾ ਤਾਂ ਲੋਕ ਟਾਈਮ ਨਾਲ ਹੀ ਤਸਲਾ ਬੂਤਾ ਮਾਰ ਦਿੰਦੇ ਆ। ਪਰ ਹਾਂ ਇੰਨਾ ਜ਼ਰੂਰ ਹੈ, ਲੋਕਾਂ ਨੂੰ ਇਸ ਗੱਲ ਦੇ ਨਾਲ ਸੰਧਾਲੀਆ ਸਾਹਿਬ ਕੋਈ ਲੈਣਾ ਦੇਣਾ ਨਹੀਂ ਕਿ ਡਾਕਟਰ ਤੰਬੂ 'ਚ ਬੈਠ ਕੇ ਦਵਾਈ ਦੇ ਰਿਹਾ, ਕਿ ਬੱਸ 'ਚ ਬੈਠ ਕੇ ਦਵਾਈ ਦੇ ਰਿਹਾ, ਨਵੀਂ ਬਿਲਡਿੰਗ 'ਚ ਦਵਾਈ ਦੇ ਰਿਹਾ, ਕਿ 5 ਲੀਟਰ ਤੇ 2 ਪੇਂਟਰ ਵਾਲੇ ਸੇਵਾ ਕੇਂਦਰਾਂ ਨੂੰ ਮਹੱਲਾ ਕਲੀਨਿਕ 'ਚ ਬਦਲ ਕੇ ਦਵਾਈ ਦੇ ਰਿਹਾ। ਲੋਕਾਂ ਨੂੰ ਘਰ ਦੇ ਨੇੜੇ ਦਵਾਈ ਮਿਲਣੀ ਚਾਹੀਦੀ ਹੈ, ਉਹਨਾਂ ਦੇ ਟੈਸਟ ਹੋਣੇ ਚਾਹੀਦੇ, ਡਾਕਟਰ ਮਿਲਣਾ ਚਾਹੀਦਾ, ਲੋਕ ਖੁਸ਼ ਹੋਣਗੇ। ਨਹੀਂ ਮਿਲੂਗਾ ਤਾਂ ਫਿਰ ਲੋਕ ਵੋਟਾਂ ਨੇੜੇ ਜਾ ਕੇ ਖੁਸ਼ ਕਰ ਦੇਣਗੇ। ਆਹੋ ਇਹ ਤਾਂ ਗੱਲ ਹੈਗੀ। ਚਲੋ ਆਪਾਂ ਆਸ ਕਰਦੇ ਹਾਂ ਵੀ ਮਤਲਬ ਜੇ ਉਹ ਕਹਿੰਦੇ ਵੀ ਅਸੀਂ ਸ਼ੁਰੂਆਤ ਕੀਤੀ ਆ ਤੇ ਚੰਗੀ ਕੀਤੀ ਆ ਤੇ ਇਸ ਪਾਸੇ ਤੁਰ ਪੈਣ। ਬਾਕੀ ਵਿਰੋਧੀ ਪਾਰਟੀਆਂ ਨੇ ਇਹ ਵੀ ਇਲਜ਼ਾਮ ਲਾਇਆ, ਉਹ ਕਹਿੰਦੇ ਲੈ ਵੀ ਮੁੱਖ ਮੰਤਰੀ ਸਾਹਿਬ ਦੀ ਫੋਟੋ ਲਾ ਤੇ ਇੱਦਾਂ ਕਿੱਦਾਂ ਹੁਣ ਫਿਰ ਭਗਵੰਤ ਮਾਨ ਹੀ ਹੋ ਗਏ ਸਾਰਾ ਕੁਛ। ਮੈਂ ਕੁਦਰਤੀ ਸੋਚਦਾ ਹੈ ਵੀ ਯਾਰ ਮਤਲਬ ਜੇ ਉਹ ਨਾਲ ਕੇਜਰੀਵਾਲ ਹੋਰਾਂ ਦੀ ਲਾ ਲੈਂਦੇ ਫਿਰ ਲੈ ਵੇਖਿਆ ਕੇਜਰੀਵਾਲ ਦੀ ਲਾ ਦੇਗੀ ਨਹੀਂ ਫੋਟੋ, ਹੁਣ ਜੇ ਇਕੱਲੇ ਭਗਵੰਤ ਮਾਨ ਹੋਰਾਂ ਦੀ ਲਾ ਦਿਓ ਉਹਨੂੰ ਇਸ ਚੀਜ਼ 'ਤੇ ਵੀ ਇਤਰਾਜ਼। ਮਤਲਬ ਮੈਂ ਕਹਿੰਦਾ ਵੀ ਯਾਰ ਕਿਸੇ ਵੇਲੇ ਹੁੰਦਾ ਨਾ ਵੀ ਯਾਰ ਵਿਰੋਧੀ ਧਿਰ ਆ, ਆਪਾਂ ਕੋਈ ਬਿਆਨ ਦੇਣਾ, ਇਹ ਵੀ ਤਾਂ ਬਿਆਨ ਦਿੱਤਾ ਜਾ ਸਕਦਾ ਵੀ ਕੋਈ ਗੱਲ ਨਹੀਂ ਯਾਰ 1 ਹਫ਼ਤੇ ਬਾਅਦ ਆ ਜਾਓ ਪੱਤਰਕਾਰ ਵੀਰੋ, ਆਪਾਂ 1 ਹਫ਼ਤੇ ਬਾਅਦ ਬਿਆਨ ਤੁਹਾਨੂੰ ਦੇ ਦਿਆਂਗੇ, ਤੁਹਾਨੂੰ ਕਮੀ ਪੇਸ਼ੀ ਕੱਢ ਕੇ ਦੇ ਦਿਆਂਗੇ। ਐਵੇਂ ਸਿਰਫ ਫੋਟੋ 'ਤੇ ਬਿਆਨ ਦੇ ਤੌਰ 'ਤੇ ਬਿਆਨ ਦੇ ਜਾਣਾ, ਇਹ ਕਿੱਡੀ ਗੱਲਾਂ 'ਚ ਗੱਲ ਆ। ਮੈਂ ਸੰਧਾਲੀਆ ਸਾਹਿਬ ਹੋਰ ਕਹਿੰਦਾ, ਮੈਂ ਕਹਿੰਦਾ ਜਦੋਂ ਬਾਕੀ ਬੰਦੇ ਫੋਟੋ ਲਾਉਂਦੇ ਇਤਰਾਜ਼ ਹੁੰਦਾ, ਇਤਰਾਜ਼ ਇਹ 'ਤੇ ਆ ਗਿਆ, ਕੋਈ ਗੱਲ ਨਹੀਂ ਕਰ ਦਿਓ, 100% ਕਰੋ। ਭਗਵੰਤ ਮਾਨ ਸਾਹਿਬ ਨਾ ਲਾਓ ਫੋਟੋ, ਕਿਉਂਕਿ ਵੈਸੇ ਵੀ ਲੋਕਾਂ ਨੂੰ ਪਤਾ ਹੀ ਆ 92 ਕਿਹਨਾਂ ਦੇ ਜਿੱਤੇ ਆ। ਨਹੀਂ ਵੈਸੇ ਗੱਲ ਹੀ ਕੀਤੀ, ਇਹ ਗੱਲ ਹੋ ਰਿਹਾ ਫੋਟੋ ਲੱਗ ਗਈ ਤੇ ਮੈਂ ਨਾ ਜ਼ਿੰਮੇਵਾਰੀ ਵੱਧ ਗਈ ਆ। ਕਿਉਂਕਿ ਸਿੱਧਾ ਤੁਸੀਂ ਦੱਸੋ, ਕਿਉਂਕਿ ਜਿਹੜੇ ਵੀ ਬਜ਼ੁਰਗਾਂ ਨੇ ਉੱਥੇ ਕਿਤੇ ਜਾਇਆ ਕਰਨਾ, ਅਗਲੇ ਨੂੰ ਪਛਾਣ ਆਵੇ ਨਾ ਆਵੇ, ਉਹਨੂੰ ਫੋਟੋ ਵੇਖ ਕੇ ਪਤਾ ਲੱਗ ਜਾਇਆ ਕਰਨਾ ਵੀ ਅੱਛਾ ਇਹ ਕਿਹਨਾਂ ਨੇ ਖੋਲੇ ਆ। ਨਹੀਂ ਤਾਂ ਮੂਹਰੇ ਖੜੇ ਹੋ ਕੇ ਐਂ ਕਰ ਦਿੰਦੇ ਆ ਦਵਾਈ ਤਾਂ ਹੈ ਨਹੀਂ, ਫਿਰ ਦਵਾਈ ਤਾਂ ਆਈ ਨਹੀਂ, ਫਿਰ ਨਹੀਂ ਤਾਂ ਕਹਿਣਗੇ ਦਵਾਈ ਆਈ ਆ ਬਈ। ਹਾਂ ਮਤਲਬ ਉਸੇ ਫੋਟੋ ਦੇ ਨਾਲ ਲੋਕਾਂ ਕੱਲ੍ਹ ਨੂੰ ਸੈਲਫੀਆਂ ਪਾਉਣੇ, ਇਸ ਕਰਕੇ ਵੀ ਸਗੋਂ ਜ਼ਿੰਮੇਵਾਰੀ ਵੱਧ ਗਈ। ਬਾਕੀ ਚਲੋ ਇਹ ਗੱਲਾਂ ਦਾ ਹੋਰ ਵੀ ਬਹੁਤ ਨੇ, ਬਾਕੀ ਸਾਰੇ ਆਪਾਂ ਸਿਆਣੇ ਆ, ਆਪਾਂ ਨੂੰ ਪਤਾ ਹੈ ਵੀ ਕਿਹੜੀ ਚੀਜ਼ ਕਿੱਥੇ ਕਿੰਨੀ ਕੁ ਗਲਤ ਕਿੰਨੀ ਕੁ ਸਹੀ ਆ। ਗੱਲ ਸਿਰਫ ਇੰਨੀ ਆ ਵੀ ਜੇ 75 ਸਾਲ ਬਾਅਦ ਆਪਾਂ ਨੂੰ ਲੱਗਦਾ ਵੀ ਯਾਰ ਆਪਾਂ ਕੰਮ ਕੀਤੇ ਪਹੁੰਚੇ, ਪਰ ਜਿੱਥੇ ਪਹੁੰਚਣੇ ਚਾਹੀਦੇ ਸੀ ਨਹੀਂ ਪਹੁੰਚੇ, ਉਹਦੇ ਲਈ ਜਿਹੜੇ ਕਾਰਨ ਹੈਗੇ ਆ ਉਹਨਾਂ ਨੂੰ ਥਾਂ ਥਾਈਂ ਹਰੇਕ ਬੰਦਾ ਲੱਭ ਲਏ, ਉਹਦਾ ਹੱਲ ਕਰ ਲਵੇ ਤੇ ਆਉਂਦੇ 5-10-15 ਸਾਲਾਂ ਦੇ ਵਿੱਚ ਫਰਕ ਨਜ਼ਰ ਆ ਜੂ। ਜ਼ਰੂਰ ਸੰਧਾਲੀਆ ਸਾਹਿਬ ਆਜ਼ਾਦੀ ਦਿਹਾੜਾ ਸੀ, ਮੁਬਾਰਕਬਾਦ ਹੈ ਉਹਦੀ, ਕਮਜ਼ੋਰੀਆਂ ਦੀ ਪਹਿਚਾਣ ਕਰਕੇ ਉਹਨੂੰ ਦੂਰ ਕਰੀਏ ਬਸ, ਇੰਨਾ ਕਰੌਲਾ ਹੈ। ਲੋਕ ਉੱਥੇ ਕਰੋੜਾਂ ਵਸਦੇ ਨੇ ਤੇ ਉਹ ਕਰੋੜਾਂ ਦੀਆਂ ਮੁਸ਼ਕਲਾਂ ਦੂਰ ਹੋਣ ਤਾਂ ਸਾਰਾ ਕੁਝ ਦਰੁਸਤ ਹੋ ਜੂਗਾ। ਹਾਂ ਜੇ ਅਸੀਂ ਕੱਲਾ ਇਹ ਕਹਿਣਾ ਜੀ ਆ ਵੀ ਨਹੀਂ ਹੋਇਆ, ਆ ਵੀ ਨਹੀਂ ਹੋਇਆ, ਜਾਂ ਦੂਜੇ ਨੇ ਕਹੀ ਜਾਣਾ ਸਭ ਕੁਝ ਹੋਇਆ, ਇੱਦਾਂ ਨਹੀਂ। ਦੁਨੀਆ 'ਚ ਕੋਈ ਵੀ ਦੇਸ਼ ਐਸਾ ਨਹੀਂ ਜਿੱਥੇ ਕੋਈ ਮੁਸ਼ਕਲ ਨਹੀਂ ਹੁੰਦੀ। ਹਾਂ ਮੁਸ਼ਕਲਾਂ ਨੂੰ ਦੂਰ ਕਰਨ ਨਾਲ ਰੇਸ ਦਈਏ ਤਾਂ ਚੰਗਾ। ਬਿਲਕੁਲ ਚਲੀਏ ਜੀ ਫਿਰ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਲਓ ਜੀ ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਵੀ ਸਾਡੀਆਂ ਗੱਲਾਂ ਬਾਤਾਂ ਦੇ ਵਿੱਚੋਂ ਕੁਛ ਨਾ ਕੁਛ ਤੁਹਾਨੂੰ ਲੱਗਦਾ ਹੋਊਗਾ ਵੀ ਇਹ ਸਹੀ ਹੈ, ਤੇ ਉਹ ਲਾਈਕ ਵਾਲਾ ਬਟਨ ਦੱਬ ਦਿਆ ਕਰੋ। ਬੜਾ ਧੰਨਵਾਦ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।